ਜਦੋਂ ਆਪਾਂ ਨੂੰ ਬਚਪਨ 'ਚ ਕਹਿੰਦੇ ਹੁੰਦੇ ਸੀ ਨਾ ਤੂੰ ਬੇਗਾਨੇ ਘਰ ਜਾਣਾ, ਹੈ ਨਾ। ਇੱਕ ਤਾਂ ਘਰ ਸਾਡੇ ਦਿਮਾਗ 'ਚ ਬੇਗਾਨਾ ਬੈਠ ਗਿਆ, ਦੂਜਾ ਕਹਿੰਦੇ ਹੁੰਦੇ ਸੀ ਵੀ ਜਿਹੜਾ ਕੁਛ ਤੂੰ ਇੱਥੇ ਨਹੀਂ ਕਰਦੀ ਨਾ ਉਹ ਸੱਸ ਕਰਵਾਊਗੀ ਤੇਰੇ। ਆਪਾਂ ਚਾਹੁੰਦੇ ਹੁੰਦੇ ਆ ਵੀ ਜਿਸ ਘਰ 'ਚ ਆਪਾਂ ਵਿਆਹ ਕੇ ਆਏ ਆ ਸਾਰੀਆਂ ਚੀਜ਼ਾਂ ਆਪਣੇ ਅਨੁਸਾਰ ਹੋਣ, ਤੇ ਦੂਜੇ ਪਾਸੇ ਪੇਕਿਆਂ ਵੱਲ ਹੀ ਆਪਾਂ ਨੂੰ ਇਹ ਹੁੰਦਾ ਵਾ ਵੀ ਇਹ ਚੀਜ਼ਾਂ ਬਦਲ ਕਾਤੋਂ ਗਈਆਂ। ਬਿਲਕੁਲ। ਹੁਣ ਬਹੁਤ ਸਾਰੇ ਪਰਿਵਾਰ ਤਾਂ ਇਸ ਚੀਜ਼ ਤੇ ਇਤਰਾਜ਼ ਕਰਦੇ ਆ ਕਿ ਕੁੜੀ ਆਪਣੇ ਮਾਪਿਆਂ ਨੂੰ ਲੈ ਕੇ ਆਪਣੇ ਕਮਰੇ 'ਚ ਵੜ ਜਾਂਦੀ ਹੈ ਨਾ। ਇਹ ਵੀ ਹੁੰਦਾ ਆ ਕਈ ਵਾਰ ਕੁੜੀ ਦੇ ਮਨ 'ਚ ਨਹੀਂ ਇੰਨੀਆਂ ਚੀਜ਼ਾਂ ਹੁੰਦੀਆਂ, ਤੁਹਾਡਾ ਪਰਿਵਾਰ ਪਿੱਛੋਂ ਤੁਹਾਡੇ ਲਈ ਭਰਨ ਲੱਗ ਜਾਂਦਾ ਹੈ ਨਾ। ਇਸ ਗੱਲ ਦੀ ਟੈਨਸ਼ਨ ਸਾਨੂੰ ਨਹੀਂ ਹੋਣੀ ਚਾਹੀਦੀ। ਜਦ ਆਪਾਂ ਕਹੀ ਦਿੰਦੇ ਆ ਵੀ ਭਾਈ ਤੈਨੂੰ ਵਿਆਹ ਕੇ ਅਸੀਂ ਹੁਣ ਚਿੰਤਾ ਮੁਕਤ ਹੋ ਗਏ ਆ, ਹੈ ਨਾ, ਮੈਨੂੰ ਲੱਗਦਾ ਕਿ ਉਸ ਤੋਂ ਵੱਧ ਚਿੰਤਾ ਸਾਨੂੰ ਇਹ ਹੋਣ ਲੱਗ ਜਾਂਦੀ ਆ ਵੀ ਉਹਦੇ ਘਰੇ ਕੀ ਚੱਲ ਰਿਹਾ ਵਾ, ਕੀ ਚੱਲ ਰਿਹਾ। ਤਾਂ ਹੀ ਤਾਂ ਦੇਖੋ ਲੋਕ ਕਹਿ ਦਿੰਦੇ ਆ ਵੀ ਅੱਗੇ ਰਿਸ਼ਤੇ ਵਧੀਆ ਚੱਲਦੇ ਸੀ, ਜਦੋਂ ਦੇ ਫੋਨ ਆਏ ਨੇ ਝੱਟ ਫੋਨ ਖੜਕ ਜਾਂਦੇ ਨੇ ਨਾ। ਉੱਥੇ ਜੇ ਤੁਹਾਡਾ ਆਪਣਾ ਮੁੰਡਾ ਤੁਹਾਡੀ ਨੂੰਹ ਦੀ ਹਰ ਕਹੀ ਗੱਲ ਪੂਰੀ ਕਰਦਾ ਵਾ ਜਾਂ ਉਹਦੀ ਖੁਸ਼ੀ ਲਈ ਕੁਛ ਚੀਜ਼ਾਂ ਕਰ ਦਿੰਦਾ, ਉੱਥੇ ਆਪਾਂ ਕਹਿ ਦਿੰਦੇ ਮੁੰਡਾ ਨੂੰਹ ਦੇ ਲਈ ਲੱਗਿਆ ਹੋਇਆ ਸਾਡਾ। ਆਪਣੀ ਕੁੜੀ ਦੇ ਸਹੁਰਿਆਂ ਨੂੰ ਕਹੀ ਜਾਣਗੇ ਅਸੀਂ ਕੁੜੀ ਬਹੁਤ ਲਾਡਾਂ ਨਾਲ ਪਾਲੀ ਹੋਈ ਆ, ਮਤਲਬ ਅਗਲੇ ਨੇ ਕਿਹੜਾ ਆਪਣਾ ਮੁੰਡਾ ਡਾਂਗਾ ਮਾਰ ਪਾਲਿਆ ਨਾ। ਨਾਲੇ ਤੁਸੀਂ ਗਾਂਹਲੇ ਪਰਿਵਾਰ 'ਚ ਉਵੇਂ ਜਾ ਕੇ ਵਰਤੋ ਜਿੱਥੋਂ ਤੁਹਾਡੀ ਪਰਵਰਿਸ਼ ਦਾ, ਤੁਹਾਡੇ ਮਾਂ-ਬਾਪ ਦੀ ਦਿੱਤੀ ਅਕਲ ਦਾ ਪਤਾ ਲੱਗੇ, ਹੈ ਨਾ। ਇਹ ਨਾ ਹੋਵੇ ਵੀ ਗਾਂਹਲੇ ਪਰਿਵਾਰ 'ਚ ਤੁਸੀਂ ਉਸ ਤਰੀਕੇ ਨਾਲ ਜਾ ਕੇ ਪਤਾ ਕਰ ਰਹੇ ਹੋ ਵੀ ਤੁਹਾਡੇ ਬਾਰੇ ਤਾਂ ਬੰਦਾ ਬਾਅਦ 'ਚੋਂ ਸੋਚੇ, ਪਹਿਲਾਂ ਸੋਚੇ ਵੀ ਕਿਹਨੇ ਜੰਮਿਆ। ਮਤਲਬ ਇਹ ਤੁਹਾਡੀ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈਗੀ। ਤੁਸੀਂ ਸਗੋਂ ਆਪਣੀ ਧੀ ਨੂੰ ਸਮਝਾਓ ਵੀ ਭਾਈ ਤੂੰ ਪਿੱਛੇ ਨਹੀਂ ਕੀਤਾ ਪਰ ਹੁਣ ਤੈਨੂੰ ਸਿੱਖ ਲੈਣਾ ਚਾਹੀਦਾ, ਕਿਉਂਕਿ ਇਹ ਘਰ ਹੁਣ ਤੇਰੇ ਤੇ ਹੀ ਆ, ਹੈ ਨਾ। ਤੇ ਉੱਥੇ ਵੀ ਤੁਸੀਂ ਜਾ ਕੇ ਕਹੀ ਜਾਓ ਵੀ ਨਹੀਂ ਜੀ ਤੁਸੀਂ ਇਹਨੂੰ ਤਾਂ ਇਕੱਲੀ ਚਾਹ ਬਣਾਉਣੀ ਆਉਂਦੀ ਆ, ਇਕੱਲੀ ਮੈਗੀ ਬਣਾਉਣੀ ਆਉਂਦੀ ਆ, ਮਤਲਬ ਉਹ ਤੁਸੀਂ ਕਿੱਡੀ ਕੁ ਤੁਸੀਂ ਉਹ 'ਚ ਫਕਰ ਵਾਲੀ ਗੱਲ ਆ ਜਿਹੜੀ ਦੱਸ ਰਹੇ ਹੋ ਨਾ। ਪਰ ਇਹ ਚੀਜ਼ ਉਹ ਆਪਦੇ ਘਰੇ ਆਈ ਨੋ ਜਿਹੜੀ ਕਿ ਉਹਨਾਂ ਦੀ ਕੁੜੀ ਤੋਂ 2 ਸਾਲ ਹੋ ਸਕਦਾ ਛੋਟੀ ਹੋਵੇ, ਉਹਦੇ ਲਈ ਨਹੀਂ ਸਮਝਦੇ। ਉਹਨਾਂ ਨੇ ਅੰਦਰ ਨੋ ਦਾ ਮਤਲਬ ਹੈ ਕਿ ਪਰਫੈਕਟ। ਸੋ ਤੁਹਾਡੇ ਘਰ ਦਾ ਮਾਹੌਲ ਆ, ਤੁਸੀਂ ਉਸ ਤਰੀਕੇ ਦੇ ਨਾਲ ਨਿਭਾਉਂਗੇ। ਮੇਰੇ ਘਰ ਦਾ ਜਿਵੇਂ ਦਾ ਮਾਹੌਲ ਆ ਮੈਂ ਉਸ ਤਰੀਕੇ ਦੇ ਨਾਲ ਨਿਭਾਉਂਗੀ, ਹੈ ਨਾ। ਇਹ ਨਹੀਂ ਹੈਗਾ ਕਿ ਮੈਂ ਕੱਲ ਨੂੰ ਆਪਦੀ ਨਣਦ ਦੇ ਘਰ ਦੇ ਭੇਤ ਲੈ ਕੇ ਕਹੀ ਆਵਾਂ ਕਿਉਂ ਦੀਦੀ ਕਿਹੜਾ ਐਂ ਕਰਦੇ ਨੇ। ਮਤਲਬ ਭਰਾ ਤਾਂ ਸਾਡਾ ਹੈਗਾ, ਮਾਂ-ਬਾਪ ਵੀ ਸਾਡੇ ਹੈਗੇ ਨੇ, ਪਰ ਭਰਜਾਈ ਸਾਡੀ ਨਹੀਂ ਹੈਗੀ। ਮੈਂ ਉਸ ਜਾਇਦਾਦ ਨੂੰ ਕੀ ਕਰੂੰਗੀ ਜੇ ਮਤਲਬ ਇੱਕ ਪਿਓ ਤੇ ਇੱਕ ਉਹਦੇ ਪੁੱਤ 'ਚ ਇੰਨਾ ਜ਼ਿਆਦਾ ਫਰਕ ਪੈ ਜਾਏ, ਹੈ ਨਾ। ਜੇ ਸਾਲ ਪਹਿਲਾਂ ਜੁੜੇ ਬੰਦੇ ਲਈ ਕੋਈ ਬੰਦਾ 20 ਸਾਲ ਵਾਲੇ ਨੂੰ ਭੁੱਲ ਰਿਹਾ ਨਾ, ਤਾਂ ਡੈਫੀਨੇਟਲੀ ਉਹ ਤੁਹਾਨੂੰ ਸਾਲ ਵਾਲੇ ਨੂੰ ਵੀ ਇੱਕ ਸਟੇਜ ਤੇ ਜਾ ਕੇ ਭੁੱਲ ਸਕਦਾ। ਵੀ ਉਹਨਾਂ ਨੇ ਲੱਸੀ ਦੇ ਕੇ ਇੰਨੀ ਭਰਤੀ ਆ, ਪਤਾ ਉਹ ਵੀ ਚੀਜ਼ਾਂ ਸੁਣਾਉਂਦੇ ਆ ਵੀ ਮੇਰੇ ਪੇਕਿਆਂ ਨੇ ਦਿੱਤਾ, ਹੈ ਨਾ। ਤੇ ਜਿਸ ਪਰਿਵਾਰ 'ਚ ਤੁਸੀਂ ਵਿਆਹ ਕੇ ਆਏ ਹੋ ਤਾਂ ਉਸ ਪਰਿਵਾਰ ਦੀ ਜਿਹੜੀ ਕੁੜੀ ਆ ਉਹਦੇ ਵੀ ਉਹ ਪੇਕੇ ਨੇਗੇ, ਤਾਂ ਉਹਨੂੰ ਵੀ ਚੰਗਾ ਲੱਗਦਾ ਵਾ ਜਦੋਂ ਪੇਕੇ ਉਹਨੂੰ ਕੋਈ ਦਿੰਦਾ। ਕਈ ਨੋਹਾਂ ਤਾਂ ਐਵੇਂ ਹੁੰਦੀਆਂ ਨੇ ਵੀ ਉਹਦੀਆਂ ਨਣਦਾਂ ਨਾਲ ਇਸ ਤਰੀਕੇ ਨਾਲ ਵਰਤਦੀਆਂ ਨੇ ਵੀ ਮੈਨੂੰ ਪਿੱਛੋਂ ਪੇਕਿਆਂ ਨੇ ਆ ਦਿੱਤਾ ਵਾ ਤਾਂ ਤੁਸੀਂ ਵੀ ਇੰਨਾ ਕੁ ਹੀ ਦੇਣਾ ਆ। ਕਹਿੰਦੇ ਇਹਨਾਂ 5 ਸਾਲਾਂ 'ਚ ਮੇਰੀ ਮਦਰ ਨਾਲ ਪਿਆਰ ਘਟਣਾ ਸ਼ੁਰੂ ਹੋ ਗਿਆ ਤੇ ਮੇਰੀ ਸੱਸ ਨਾਲ ਮੇਰਾ ਪਿਆਰ ਵਧਣਾ ਸ਼ੁਰੂ ਹੋ ਗਿਆ, ਹੈ ਨਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਤੇ ਗੱਲ। ਹਮੇਸ਼ਾ ਅਸੀਂ ਪਰਿਵਾਰਿਕ ਮੁੱਦਿਆਂ 'ਤੇ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ। ਪਰਿਵਾਰ ਦੇ ਵਿੱਚ ਬਹੁਤ ਸਾਰੇ ਜੀਅ ਹੁੰਦੇ ਨੇ, ਖਾਸ ਕਰਕੇ ਅਸੀਂ ਔਰਤਾਂ ਨੂੰ ਪਰਿਵਾਰ ਦਾ ਧੁਰਾ ਮੰਨਦੇ ਹਾਂ। ਅਸੀਂ ਸਮਝਦੇ ਹੁੰਦੇ ਹਾਂ ਕਿ ਔਰਤ ਦਾ ਵਿਹਾਰ ਜਿਵੇਂ ਆਲੇ ਦੁਆਲੇ ਨਾਲ ਹੋਵੇਗਾ, ਬਿਲਕੁਲ ਪਰਿਵਾਰ ਦਾ ਵਿਹਾਰ ਆ ਜਿਹੜਾ ਉਹ ਉਸੇ ਤਰੀਕੇ ਦਾ ਹੁੰਦਾ ਹੈ ਸਾਰਿਆਂ ਨਾਲ। ਅਤੇ ਜਦੋਂ ਕੁੜੀਆਂ ਪੈਦਾ ਹੁੰਦੀਆਂ ਨੇ ਤਾਂ ਜਿਵੇਂ ਜਿਵੇਂ ਉਹ ਵੱਡੀਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਤੁਸੀਂ ਬੇਗਾਨੇ ਘਰ ਵਿਆਹ ਕੇ ਜਾਣਾ ਹੈ। ਅਤੇ ਉਹ ਬੇਗਾਨੇ ਵਾਲਾ ਸ਼ਬਦ ਆ ਜਿਹੜਾ ਉਹਨਾਂ ਦੇ ਮਨ 'ਚ ਅਸੀਂ ਇਸ ਕਦਰ ਭਰ ਦਿੰਦੇ ਹਾਂ ਕਿ ਜਦੋਂ ਉਹ ਸੱਚੀ ਵਿਆਹ ਕੇ ਕਿਸੇ ਹੋਰ ਘਰ ਜਾਂਦੀਆਂ ਨੇ ਤਾਂ ਉਹਨਾਂ ਨੂੰ ਉਹ ਘਰ ਕਦੇ ਵੀ ਆਪਣਾ ਨਹੀਂ ਲੱਗਦਾ। ਬਹੁਤ ਸਾਰੇ ਮਸਲਿਆਂ 'ਤੇ ਇਹੀ ਗੱਲ ਜਦੋਂ ਹੁੰਦੀ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ ਕੁੜੀਆਂ ਜਦੋਂ ਵਿਆਹ ਕੇ ਆਉਂਦੀਆਂ ਨੇ ਤਾਂ ਉਹਨਾਂ ਨੂੰ ਬਹੁਤ ਸਮਾਂ ਲੱਗਦਾ ਉਸ ਘਰ ਨੂੰ ਆਪਣਾ ਕਹਿਣ 'ਚ। ਅਤੇ ਜੇ ਉਹ ਘਰ ਤੁਹਾਨੂੰ ਆਪਣਾ ਲੱਗਣੋਂ ਹਟ ਜਾਵੇ ਜਾਂ ਉਹ ਘਰ ਨੂੰ ਤੁਸੀਂ ਆਪਣਾ ਮਹਿਸੂਸ ਨਹੀਂ ਕਰਦੇ ਤਾਂ ਫਿਰ ਕਈ ਵਾਰੀ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਵੀ ਉਨਾ ਮਾਣ ਤਾਣ ਨਹੀਂ ਦਿੰਦੇ ਜਿੰਨਾ ਕਿ ਤੁਹਾਨੂੰ ਦੇਣਾ ਚਾਹੀਦਾ। ਬਹੁਤ ਸਾਰੇ ਸਹੁਰੇ ਪਰਿਵਾਰ ਇਹ ਚੀਜ਼ਾਂ ਬਾਰੇ ਗੱਲ ਕਰਦੇ ਹੁੰਦੇ ਨੇ ਕਿ ਜਦੋਂ ਦੀ ਸਾਡੀ ਨੂੰਹ ਵਿਆਹ ਕੇ ਆਈ ਆ ਤਾਂ ਸਾਡਾ ਜਿਹੜਾ ਲੋਕਾਂ ਨਾਲ ਵਰਤਾਅ ਹੈ, ਸਾਡੇ ਰਿਸ਼ਤੇਦਾਰਾਂ ਨਾਲ ਵਰਤਾਅ ਹੈ ਜਾਂ ਖਾਸ ਕਰਕੇ ਉਸ ਘਰ ਦੀਆਂ ਕੁੜੀਆਂ ਨਾਲ ਜਿਹੜਾ ਵਰਤਾਅ ਹੈ ਉਹ ਉਸ ਤਰੀਕੇ ਦਾ ਨਹੀਂ ਰਿਹਾ, ਕਿਉਂਕਿ ਬਹੁਤ ਸਾਰੇ ਗੱਲਾਂ ਦੇ ਉੱਪਰ ਸਾਨੂੰ ਨੂੰਹ ਦੀ ਜਿਹੜੀ ਰਾਏ ਲੈਣੀ ਪੈਂਦੀ ਹੈ। ਅਤੇ ਜੇ ਨੂੰਹ ਦੇ ਮਨ ਦੇ ਵਿੱਚ ਉਸ ਪਰਿਵਾਰ ਲਈ, ਉਹਨਾਂ ਰਿਸ਼ਤਿਆਂ ਲਈ ਸਤਿਕਾਰ ਨਾ ਹੋਵੇ ਤਾਂ ਫਿਰ ਉੱਥੇ ਬਹੁਤ ਸਾਰੇ ਮਨਮੁਟਾਵ ਵੀ ਪੈਦਾ ਹੋ ਜਾਂਦੇ ਨੇ। ਅਤੇ ਦੂਜੇ ਪਾਸੇ ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਜਦੋਂ ਅਸੀਂ ਆਪਣਾ ਮੁੰਡਾ ਵਿਆਹੁੰਦੇ ਹਾਂ ਕਿਸੇ ਘਰ ਤਾਂ ਉਸ ਘਰ 'ਚੋਂ ਜਦੋਂ ਕੁੜੀ ਆਉਂਦੀ ਹੈ ਤਾਂ ਉਹ ਪਰਿਵਾਰ ਵਾਲੇ ਵੀ ਨੇ ਜਿਹੜੇ ਉਹ ਸਿਰਫ ਆਪਣੇ ਧੀ
ਤੇ ਜਵਾਈ ਨਾਲ ਆ ਜਿਹੜਾ ਰਿਸ਼ਤਾ ਉਹ ਮਜ਼ਬੂਤ ਰੱਖਦੇ ਨੇ। ਬਾਕੀ ਦੇ ਪਰਿਵਾਰ ਨੂੰ ਉਨੀ ਤਵੱਜੋ ਜਾਂ ਉਨਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਪਰ ਵਿਆਹ ਹਮੇਸ਼ਾ ਦੋ ਪਰਿਵਾਰਾਂ ਦਾ ਮੇਲ ਹੁੰਦਾ, ਕੁੜੀ ਤੇ ਮੁੰਡੇ ਤੋਂ ਹਟ ਕੇ ਦੋ ਪਰਿਵਾਰਾਂ ਨੇ ਵੀ ਨਿਭਣਾ ਹੁੰਦਾ। ਇਹਦੇ 'ਚ ਇੱਕੋ ਜਿਹੇ ਸਨਮਾਨ ਦੀ ਜ਼ਰੂਰਤ ਹੁੰਦੀ ਆ। ਇਹੋ ਜਿਹੇ ਬਹੁਤ ਸਾਰੇ ਕਮੈਂਟਸ ਸਾਨੂੰ ਦੇਖਣ ਵਾਲੇ ਸਾਨੂੰ ਕਰਦੇ ਨੇ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਿਆ ਕਰੋ। ਇਸੇ ਲਈ ਅੱਜ ਅਸੀਂ ਤੁਹਾਡੇ ਲਈ ਇਹ ਵਿਸ਼ਾ ਲੈ ਕੇ ਆਏ ਹਾਂ ਤੇ ਮੇਰੇ ਨਾਲ ਹੋਣਗੇ ਗੁਰਦੀਪ ਕੌਰ ਗਰੇਵਾਲ, ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਹੋ ਤੁਸੀਂ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਵਧੀਆ। ਆਪਾਂ 2-2.5 ਘੰਟੇ ਗੱਲਾਂ ਮਾਰ ਕੇ ਫਿਰ ਪ੍ਰੋਗਰਾਮ 'ਚ ਪੁੱਛ ਲੈਂਦੇ ਆ ਕਿਵੇਂ ਹੋ ਤੁਸੀਂ। ਕਿਵੇਂ ਹੋ ਤੁਸੀਂ, ਹੈ ਨਾ। ਇਹ ਮੈਨੂੰ ਲੱਗਦਾ ਇੱਕ ਚੰਗੀ ਜੀ ਸ਼ੁਰੂਆਤ ਹੁੰਦੀ ਹੈ। ਮੈਨੂੰ ਲੱਗਦਾ ਆਪਾਂ ਇੱਕ ਦੂਜੇ ਨੂੰ ਪੁੱਛਣ ਦੇ ਨਾਲ ਨਾਲ ਬਾਕੀ ਸਾਰਿਆਂ ਨੂੰ ਵੀ ਪੁੱਛ ਲੈਂਦੇ ਹਾਂ ਵੀ ਤੁਸੀਂ ਠੀਕ ਠਾਕ ਹੋ। ਹਾਂ, ਬਿਲਕੁਲ ਸਹੀ ਗੱਲ ਹੈ ਨਾ। ਤੇ ਬੜੇ ਸੋਹਣੇ ਇਹ 2 ਵਿਸ਼ੇ ਨੇ ਜਿਹੜੇ ਆਪਣੇ ਦਰਸ਼ਕਾਂ ਵੱਲੋਂ ਆਪਾਂ ਨੂੰ ਸੁਝਾਏ ਗਏ ਸੀ ਵੀ ਤੁਸੀਂ ਇਹਨਾਂ ਦੇ ਉੱਪਰ ਵੀ ਗੱਲ ਕਰੋ, ਹੈ ਨਾ। ਤੇ ਬੜੀ ਸੋਹਣੀ ਸ਼ੁਰੂਆਤ ਤੁਸੀਂ ਕੀਤੀ ਹੈ। ਤੁਸੀਂ ਕਿਹਾ ਸੀ ਮੈਂ ਥੋੜਾ ਜਿਹਾ ਬੋਲੂੰਗੀ ਮੈਨੂੰ ਲੱਗਿਆ ਵੀ ਸ਼ਾਇਦ ਕਿਤੇ ਗੱਲ ਤੇ ਗੱਲ ਪ੍ਰੋਗਰਾਮ ਅੱਜ ਇਹਨਾਂ ਨੇ ਇਕੱਲਿਆਂ ਨਹੀਂ ਕਰਨਾ। ਬਿਲਕੁਲ। ਤੇ ਨਹੀਂ, ਪਰ ਇਹ ਬਹੁਤ ਜੈਨੂਇਨ ਪ੍ਰੋਬਲਮ ਨੇਗੀਆਂ ਤੇ ਹਰ ਘਰ ਦਾ ਹੀ ਮੁੱਦਾ ਵਾ। ਤੁਸੀਂ ਜਿਹਦੇ ਨਾਲ ਮਰਜ਼ੀ ਬਹਿ ਲਓ, ਹੈ ਨਾ। ਕਿਸੇ ਘਰ ਦੇ ਵਿੱਚ ਇਹ ਹੁੰਦਾ ਵੀ ਨੋ ਨੂੰ ਐਕਸੈਪਟੈਂਸ ਨਹੀਂ ਮਿਲਦੀ ਹੈਗੀ, ਉਹਨੂੰ ਹੁੰਦਾ ਹੈ ਕਿ ਮੇਰਾ ਸਹੁਰਾ ਪਰਿਵਾਰ ਮੇਰੇ ਪੇਕੇ ਪਰਿਵਾਰ ਨੂੰ ਉਨਾ ਮਾਣ ਸਤਿਕਾਰ ਇੱਜ਼ਤ ਨਹੀਂ ਦਿੰਦਾ ਹੈਗਾ, ਜਾਂ ਮੈਨੂੰ ਉਸ ਤਰੀਕੇ ਦੇ ਨਾਲ ਘਰ ਦੇ ਵਿੱਚ ਇੱਕ ਬਰਾਬਰ ਦਾ ਹੱਕ ਅਧਿਕਾਰ ਨਹੀਂ ਮਿਲਦਾ ਜਿਵੇਂ ਦਾ ਇਸ ਘਰ ਦੀ ਕੁੜੀ ਨੂੰ ਮਿਲਦਾ ਆ, ਹੈ ਨਾ। ਤੇ ਬਹੁਤੇ ਘਰਾਂ ਦੀ ਇਹ ਸ਼ਿਕਾਇਤ ਹੁੰਦੀ ਆ ਵੀ ਜਦੋਂ ਦੀ ਸਾਡੀ ਨੂੰਹ ਆਈ ਆ ਉਹਨਾਂ ਨੇ ਸਾਰਿਆਂ ਨੂੰ ਕੰਟਰੋਲ ਕੀਤਾ ਹੋਇਆ ਵੀ ਉਹ ਸਾਨੂੰ ਸਾਡੀਆਂ ਕੁੜੀਆਂ ਦੇ ਨਾਲ ਵੀ ਉਵੇਂ ਹੀ ਵਰਤਣਾ ਪੈਂਦਾ ਵਾ ਜਿਵੇਂ ਜਿੰਨਾ ਕੋ ਕਹਿੰਦੀ ਹੈ ਤੇ ਜਿਵੇਂ ਉਹ ਚਾਹੁੰਦੀ ਆ, ਜਿਵੇਂ ਉਹਨੂੰ ਚੰਗਾ ਲੱਗਦਾ। ਹਾਂ, ਇਹ ਹਰ ਘਰ ਦਾ ਹੀ ਮੁੱਦਾ। ਕਿਸੇ ਘਰ 'ਚ ਨੂੰਹ ਵਾਲੇ ਪਾਸਿਓਂ ਇਹ ਸ਼ਿਕਾਇਤਾਂ ਹੁੰਦੀਆਂ ਨੇ, ਕਿਸੇ ਘਰ 'ਚ ਹੁੰਦਾ ਕਿ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਇਹ ਸ਼ਿਕਾਇਤਾਂ ਹੁੰਦੀਆਂ ਨੇ, ਹੈ ਨਾ। ਤੇ ਮੈਨੂੰ ਲੱਗਦਾ ਹੁੰਦਾ ਵੀ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਵੀ ਇਹਨਾਂ ਚੀਜ਼ਾਂ ਦੇ ਉੱਪਰ ਗੱਲਬਾਤ ਕਰੀਏ ਜਾਂ ਹੌਲੀ ਹੌਲੀ ਲੋਕੀ ਇਹਨਾਂ ਚੀਜ਼ਾਂ ਨੂੰ ਸਮਝਣ ਲੱਗ ਜਾਣ, ਹੈ ਨਾ। ਜਿਵੇਂ ਹੁਣ ਇੱਕ ਫਿਲਮ ਵੀ ਆ ਰਹੀ ਆ ਤੇ ਉਹਦੇ ਵਿੱਚ ਵੀ ਇਹੀ ਆ ਵੀ ਸੱਸ ਨੂੰਹ ਦਾ ਰਿਸ਼ਤਾ ਕਦੋਂ ਖੂਬਸੂਰਤ ਬਣ ਸਕਦਾ, ਕਹਿੰਦੇ ਉਦੋਂ ਬਣ ਸਕਦਾ ਵੀ ਜਦੋਂ ਜਵਾਈ ਨੂੰ ਸੱਸ ਦਾ ਮੁੰਡਾ ਸਮਝਣ ਲੱਗ ਜਾਵੇ ਅਤੇ ਨੂੰਹ ਨੂੰ ਸੱਸ ਦੀ ਕੁੜੀ ਸਮਝਣ ਲੱਗ ਜਾਵੇ ਨਾ। ਕਿਸੇ ਕੁ ਹੱਦ ਤੱਕ ਤਾਂ ਠੀਕ ਆ ਵੀ ਹਾਂ, ਇੱਦਾਂ ਚੀਜ਼ਾਂ ਜਿਹੜੀਆਂ ਨੇ ਉਹ ਸੁਲਝ ਜਾਂਦੀਆਂ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਦਾ ਇਹ ਹੱਲ ਲੱਭ ਜਾਂਦਾ ਹੈ ਨਾ। ਜਿਵੇਂ ਆਪਾਂ ਕਈ ਵਾਰੀ ਹੁਣ ਚਲੋ ਆਪਾਂ ਆਪਣੀ ਐਗਜ਼ਾਮਪਲ ਦੇ ਲੈਨੇ ਵੀ ਜਦੋਂ ਆਪਾਂ ਆਪਣੇ ਪੇਕੇ ਘਰ ਹੁੰਦੇ ਸੀਗੇ, ਆਪਾਂ ਨੂੰ ਤਾਂ ਵੈਸੇ ਇੰਨਾ ਪੈਂਪਰ ਕਦੇ ਘਰਦਿਆਂ ਨੇ ਕੀਤਾ ਨਹੀਂ ਵੀ ਪੁੱਛਿਆ ਹੋਵੇ ਵੀ ਤੁਸੀਂ ਥੱਕੇ ਤਾਂ ਨਹੀਂ ਹੋਏ, ਹੈ ਨਾ। ਤੇ ਜਿਹੜੇ ਕੰਮ ਨੂੰ ਜਦੋਂ ਵੀ ਆਪਾਂ ਹੱਥ ਪਾਉਂਦੇ ਸੀ ਜਾਂ ਕਰਦੇ ਸੀ, ਕਦੇ ਨਹੀਂ ਸੀ ਕੋਈ ਆ ਕੇ ਕਹਿੰਦਾ ਵੀ ਤੁਸੀਂ ਨਾ ਕਰੋ ਜਾਂ ਵੀ ਚੱਲ ਕੋਈ ਗੱਲ ਨਹੀਂ ਜੇ ਤੁਸੀਂ ਥੱਕੇ ਹੋਏ ਹੋ ਤਾਂ ਮੈਂ ਕਰ ਦਿੰਦੀ ਹਾਂ, ਹੈ ਨਾ। ਤੇ ਪਰ ਜਦੋਂ ਹੁਣ ਮੈਂ ਆਪਦੇ ਸਹੁਰੇ ਘਰੇ ਜਾਂਦੀ ਹਾਂ ਕਈ ਵਾਰੀ, ਹੈ ਨਾ, ਹਮੇਸ਼ਾ ਤਾਂ ਨਹੀਂ ਇੱਦਾਂ ਹੁੰਦਾ, ਪਰ ਜਿੱਦਣ ਕਿਤੇ ਮੰਮੀ ਕਹਿ ਦੇਣ ਵੀ ਚੱਲ ਕੋਈ ਗੱਲ ਨਹੀਂ ਤੂੰ ਵੀ ਥੱਕੀ ਹੋਈ ਹੈ ਮੈਂ ਕਰਦੀ ਨਾ, ਉਦੋਂ ਬੜਾ ਚੰਗਾ ਲੱਗਦਾ, ਹੈ ਨਾ। ਉਦੋਂ ਹੀ ਲੱਗਦਾ ਹੁੰਦਾ ਵੀ ਯਾਰ ਇਸ ਘਰ ਦੀ ਕੁੜੀ ਤੇ ਮੇਰੇ 'ਚ ਕੋਈ ਫਰਕ ਨਹੀਂ ਆ ਵੀ ਜਿਵੇਂ ਇਹ ਆਪਦੀਆਂ ਕੁੜੀਆਂ ਨੂੰ ਟਰੀਟ ਕਰਨਗੇ ਜਾਂ ਕਰਦੇ ਹੋਣਗੇ ਵੀ ਉਦਾਂ ਹੀ ਇਹ ਮੈਨੂੰ ਕਰ ਰਹੇ ਨੇ ਨਾ। ਉੱਥੇ ਫਿਰ ਤੁਸੀਂ ਵੀ ਸੋਚ ਲੈਂਦੇ ਹੋ ਵੀ ਨਹੀਂ ਜੇ ਮੇਰੇ ਲਈ ਕਰਦੇ ਨੇ ਤਾਂ ਮੈਂ ਵੀ ਇਹਨਾਂ ਲਈ ਕਰਾਂ, ਹੈ ਨਾ। ਕਈ ਵਾਰ ਇਹ ਹੁੰਦੀਆਂ ਨੇ, ਜ਼ਰੂਰੀ ਨਹੀਂ ਹੈਗਾ ਵੀ ਕੋਈ ਜਾਣ ਬੁੱਝ ਕੇ ਇੱਦਾਂ ਕਰਦਾ, ਵੀ ਕਈ ਵਾਰ ਕਿਸੇ ਦੇ ਦਿਮਾਗ 'ਚ ਇਹ ਚੀਜ਼ ਆਉਂਦੀ ਵੀ ਨਹੀਂ ਹੈਗੀ। ਜਿਵੇਂ ਆਪਾਂ ਕਿਹਾ ਹੋਇਆ ਵੀ ਜਿਹੜੀ ਉਹ ਜਨਰੇਸ਼ਨ ਆ ਉਹ ਉਹਨਾਂ ਨੇ ਘਰ ਤੋਂ ਬਾਹਰ ਜਾ ਕੇ ਕੰਮ ਨਹੀਂ ਕੀਤਾ ਹੈਗਾ, ਹੈ ਨਾ। ਜਿਵੇਂ ਤੁਸੀਂ ਪਿਛਲੇ ਐਪੀਸੋਡ 'ਚ ਕਿਹਾ ਸੀ ਵੀ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤੁਸੀਂ ਕੰਮ ਕਰਨ ਵਾਲਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਘਰ ਤੋਂ ਬਾਹਰ ਜਿਹੜੇ ਲੋਕੀ ਜਾ ਕੇ ਕੰਮ ਕਰਦੇ ਨੇ ਉਹਨਾਂ ਦੀ ਸਿਚੁਏਸ਼ਨ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਮਝਦੇ ਹੋ, ਜਾਂ ਆਪਣੇ ਤੁਹਾਡੇ ਬੱਚੇ ਜਿਹੜੇ ਘਰ ਤੋਂ ਬਾਹਰ ਜਾ ਕੇ ਪੜ੍ਹ ਰਹੇ ਨੇ ਉਹਨਾਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਦੇ ਹੋ ਨਾ। ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹ ਜਨਰੇਸ਼ਨ ਦੇ ਲਈ ਥੋੜ੍ਹਾ ਜਿਹਾ ਤਾਂ ਔਖਾ ਹੈਗਾ ਵੀ ਜਦੋਂ ਬੰਦਾ ਘਰ ਤੋਂ ਬਾਹਰ ਜਾ ਕੇ ਕੰਮ ਕਰਦਾ, ਖਾਸ ਤੌਰ 'ਤੇ ਔਰਤ, ਹੈ ਨਾ, ਤੇ ਉਹਨੂੰ ਬਾਅਦ 'ਚੋਂ ਘਰ ਦੇ ਵਿੱਚ ਜਦੋਂ ਵਾਪਸ ਆਉਂਦੀ ਹੈ ਤਾਂ ਉਹਨੂੰ ਉਸੇ ਕਿਹੋ ਜਿਹਾ ਮਾਹੌਲ ਦੇਣਾ। ਪਰ ਫਿਰ ਵੀ ਬਹੁਤ ਹੱਦ ਤੱਕ ਇਹ ਚੀਜ਼ਾਂ ਹੁਣ ਬਦਲ ਰਹੀਆਂ ਨੇਗੀਆਂ ਵੀ ਜਦੋਂ ਇੱਕ ਔਰਤ ਕੰਮ ਕਰਕੇ ਬਾਹਰੋਂ ਘਰੇ ਜਾਂਦੀ ਆ ਤਾਂ ਉਹਨੂੰ ਮਤਲਬ ਕਹਿੰਦੇ ਨੇ ਪਰਿਵਾਰ ਵਾਲੇ ਵੀ ਤੂੰ ਵੀ ਥੱਕੀ ਹੋਈ ਹੋਵੇਂਗੀ ਜਾਂ ਤੂੰ ਹੁਣ ਐਂ ਕਰ ਲੈ ਜਾਂ ਤੂੰ ਚੱਲ ਥੋੜਾ ਬਿੰਦ ਝੱਟ ਪਹਿਲਾਂ ਪੈ ਕੇ ਆ ਚੀਜ਼ ਕਰ ਲਈ, ਹੈ ਨਾ। ਚੀਜ਼ਾਂ ਬਦਲ ਤਾਂ ਰਹੀਆਂ ਨੇ ਪਰ ਫਿਰ ਵੀ ਬਹੁਤ ਘਰਾਂ ਦਾ ਇਹ ਮੁੱਦਾ ਹੈਗਾ ਜਿੱਥੇ ਨੂੰਹ ਦਾ ਤੇ ਕੁੜੀ ਦਾ ਅੰਤਰ ਹੁੰਦਾ। ਪਰ ਅੱਜ ਜਿਹੜਾ ਆਪਣਾ ਵਿਸ਼ਾ ਗੱਲ ਕਰਨ ਦਾ ਉਹ ਇਹ ਹੈ ਵੀ ਜਦੋਂ ਕੋਈ ਕੁੜੀ ਕਿਸੇ ਦੇ ਪਰਿਵਾਰ 'ਚ ਵਿਆਹ ਕੇ ਜਾਂਦੀ ਆ ਉਹਦੇ ਜਾਣ ਨਾਲ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਦਲ ਜਾਂਦੀਆਂ ਨੇ, ਜਾਂ ਜਦੋਂ ਇੱਕ ਪਰਿਵਾਰ ਦੀ ਦੂਜੇ ਪਰਿਵਾਰ ਨਾਲ ਸਾਂਝ ਬਣਦੀ ਆ, ਜਦੋਂ ਇੱਕ ਦੂਜੇ ਨੂੰ ਇੱਕੋ ਜਿਹਾ ਨਹੀਂ ਸਮਝਦੇ ਜਾਂ ਰਿਸ਼ਤੇਦਾਰੀਆਂ ਨੇ ਉਹ ਆਪਣੇ ਮੁੰਡੇ ਤੇ ਜਵਾਈ ਤੱਕ ਹੀ ਉਹ ਮਹਿਦੂਦ ਕਰਕੇ ਰੱਖ ਲੈਂਦੇ ਨੇ, ਤਾਂ ਉਦੋਂ ਸਿਚੁਏਸ਼ਨ ਕਿੰਨੀ ਜ਼ਿਆਦਾ ਖਰਾਬ ਹੋ ਜਾਂਦੀ ਆ, ਹੈ ਨਾ। ਬਿਲਕੁਲ ਗੁਰਦੀਪ, ਆਪਾਂ ਨਾ
ਬਹੁਤ ਸਾਰੀਆਂ ਮਤਲਬ ਕੁੜੀਆਂ ਵਾਲੇ ਟੌਪਿਕ ਦੇ ਉੱਤੇ ਜ਼ਿਆਦਾ ਗੱਲ ਕਰਦੇ ਆ, ਹੈ ਨਾ। ਪਰ ਸੱਚੀ ਜਿਵੇਂ ਆਪਾਂ ਕਹਿੰਦੇ ਵੀ ਹਰੇਕ ਚੀਜ਼ ਦੇ ਨਾ ਦੋ ਪਾਸੇ ਹੁੰਦੇ ਨੇ। ਅਤੇ ਜੇ ਆਪਾਂ ਕਹੀਏ ਵੀ ਹਰੇਕ ਘਰ 'ਚ ਸਿਰਫ ਜਿਵੇਂ ਸਾਡੇ ਨਾ ਇੱਕ ਚਾਹੇ ਲੋਕ ਗੀਤਾਂ 'ਚ ਕਹਿ ਲਓ ਜਾਂ ਕਿਤੇ ਵੀ, ਅਸੀਂ ਨਾ ਸੱਸ ਨੂੰ ਬਹੁਤ ਵੱਡਾ ਹਊਆ ਬਣਾਉਂਦੇ ਹਾਂ ਨਾ। ਜਿਵੇਂ ਮੈਂ ਜਦੋਂ ਸ਼ੁਰੂ ਕੀਤਾ ਸੀ ਵੀ ਇਹ ਦੱਸਿਆ ਸੀ ਵੀ ਜਦੋਂ ਆਪਾਂ ਨੂੰ ਬਚਪਨ 'ਚ ਕਹਿੰਦੇ ਹੁੰਦੇ ਸੀ ਨਾ ਤੂੰ ਬਗਾਨੇ ਘਰ ਜਾਣਾ, ਹੈ ਨਾ। ਇੱਕ ਤਾਂ ਘਰ ਸਾਡੇ ਦਿਮਾਗ 'ਚ ਬਗਾਨਾ ਬੈਠ ਗਿਆ, ਦੂਜਾ ਕਹਿੰਦੇ ਹੁੰਦੇ ਸੀ ਵੀ ਜਿਹੜਾ ਕੁਛ ਤੂੰ ਇੱਥੇ ਨਹੀਂ ਕਰਦੀ ਨਾ ਉਹ ਸੱਸ ਕਰਵਾਊਗੀ ਤੇਰੇ ਤੋਂ, ਹੈ ਨਾ। ਅਤੇ ਉਹ ਸਾਨੂੰ ਇਹ ਲੱਗਣ ਲੱਗ ਜਾਂਦਾ ਵੀ ਇੱਕ ਤਾਂ ਘਰ ਮੇਰਾ ਨਹੀਂ, ਦੂਜਾ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਮਤਲਬ ਮੇਰਾ ਦੁਸ਼ਮਣ ਆ ਇੱਕ ਤਰ੍ਹਾਂ ਨਾਲ, ਹੈ ਨਾ। ਜਿਵੇਂ ਪਿੱਛੇ ਜੇ ਅਸੀਂ ਕਿਸੇ ਨੂੰ ਮਿਲ ਕੇ ਆਏ, ਉਹ ਕਹਿੰਦੇ ਵੀ ਜਦੋਂ ਮੇਰੇ ਸੱਸ ਸਹੁਰਾ ਮੈਨੂੰ ਕੁਛ ਕਹਿੰਦੇ ਹੁੰਦੇ ਸੀਗੇ ਤਾਂ ਮੈਂ ਪਹਿਲਾਂ ਸੋਚਦੀ ਹੁੰਦੀ ਸੀ ਵੀ ਇਹ ਸ਼ਬਦ ਕਦੇ ਮੇਰੇ ਮਾਂ ਪਿਓ ਨੇ ਮੈਨੂੰ ਕਿਹਾ, ਮਤਲਬ ਜੇ ਉਹਨਾਂ ਨੇ ਝਿੜਕਿਆ ਤਾਂ ਮਾਂ ਪਿਓ ਨੇ ਝਿੜਕਿਆ, ਹਾਂ ਜੇ ਉਹਨਾਂ ਨੇ ਝਿੜਕਿਆ ਤਾਂ ਇਸ ਝਿੜਕ 'ਚ ਕੋਈ ਫਰਕ ਨਹੀਂ ਹੈਗਾ, ਹੈ ਨਾ। ਅਤੇ ਜਦੋਂ ਬਗਾਨੇ ਵਾਲੀ ਚੀਜ਼ ਸਾਡੇ ਦਿਮਾਗ 'ਚ ਬੈਠਦੀ ਹੈ ਨਾ, ਫਿਰ ਸਾਨੂੰ ਉਹਨਾਂ ਦੀ ਝਿੜਕ ਵੀ, ਉਹਨਾਂ ਦੇ ਘਰ ਦੇ ਤੌਰ ਤਰੀਕੇ ਵੀ, ਉਹਨਾਂ ਦਾ ਕੁਛ ਕਹਿਣਾ ਵੀ, ਜਾਂ ਕਿਸੇ ਮਸਲੇ 'ਚ ਉਹਨਾਂ ਦਾ ਬੋਲਣਾ ਵੀ ਸਾਨੂੰ ਬਹੁਤ ਬੁਰਾ ਲੱਗਣ ਲੱਗ ਜਾਂਦਾ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਸੱਚੀ ਕੁੜੀਆਂ ਦੇ ਆਉਣ ਨਾਲ ਘਰ ਦਾ ਮਾਹੌਲ ਤਬਦੀਲ ਹੋ ਜਾਂਦਾ, ਹੈ ਨਾ। ਹਾਂ, ਜਿਵੇਂ ਮੈਂ ਹੁਣ ਜਿਸ ਘਰ 'ਚ ਮੈਂ ਵਿਆਹ ਕੇ ਆਈ, ਹੈ ਨਾ, ਮੈਨੂੰ ਪਤਾ ਵੀ ਉਹ ਘਰ ਆ ਜਿਹੜਾ ਉਹ ਕਿਸੇ ਨੇ ਬਹੁਤ ਮਿਹਨਤ ਨਾਲ ਬਣਾਇਆ, ਖਾਸ ਕਰਕੇ ਮੇਰੇ ਸੱਸ ਸਹੁਰੇ ਨੇ, ਹੈ ਨਾ। ਜੇ ਮੈਂ ਜਾ ਕੇ ਹੀ ਉਹਦੇ 'ਚ ਕੋਈ ਮੈਂ ਮਤਲਬ ਦੂਜੇ ਦਿਨ ਹੀ ਚਾਹੂੰਗੀ ਵੀ ਉਹ 'ਚ ਤੁਸੀਂ ਆਹ ਤਬਦੀਲੀ ਕਰ ਲਓ, ਤੁਹਾਡਾ ਤਾਂ ਆਹ ਮਤਲਬ ਸੈਟਿੰਗ ਨਹੀਂ ਠੀਕ, ਇਹਨੂੰ ਇੱਦਾਂ ਕਰ ਦਿਓ, ਤੁਹਾਡੇ ਜਿਹੜੇ ਆ ਰਿਸ਼ਤੇਦਾਰ ਆਉਂਦੇ ਨੇ ਇਹਨਾਂ ਨਾਲ ਤੁਸੀਂ ਸਿਰਫ ਇੰਨਾ ਕੁ ਵਰਤਣਾ ਸ਼ੁਰੂ ਕਰ ਦਿਓ, ਤਾਂ ਸੱਚੀ ਮੈਂ ਉਹਨਾਂ ਨੂੰ ਮਤਲਬ ਅਲੱਗ ਬੰਦਾ ਲੱਗਣ ਲੱਗ ਜਾਊ। ਉਹਨਾਂ ਨੂੰ ਲੱਗੂਗਾ ਵੀ ਇਹ ਸਾਡੇ 'ਚ ਰਚ ਮਿਚ ਨਹੀਂ ਸਕਦੀ, ਹੈ ਨਾ। ਜਦ ਕਿ ਮੈਨੂੰ ਚਾਹੀਦਾ, ਜਿਵੇਂ ਮੈਂ ਕਈ ਵਾਰੀ ਗੱਲ ਕਰਦੀ ਹੁੰਦੀ ਵੀ ਆਪਾਂ ਨਾ ਇੱਕ ਕਮਰਾ ਵੀ ਆਪਣੀ ਮਿਹਨਤ ਨਾਲ ਬਣਾਇਆ ਹੋਵੇ, ਉਹਦੇ 'ਚ ਵੀ ਤੁਹਾਨੂੰ ਆ ਕੇ ਕੋਈ ਕਹਿ ਦੂਗਾ ਨਾ ਵੀ ਤੂੰ ਤਬਦੀਲੀ ਕਰ ਲਾ, ਆਪਾਂ ਨੂੰ ਲੱਗੇ ਯਾਰ ਕਮਰਾ ਤਾਂ ਮੇਰਾ, ਇਹ ਕਿਉਂ ਕਹਿ ਰਿਹਾ ਮੈਨੂੰ, ਹੈ ਨਾ। ਤਾਂ ਜਿੱਥੇ ਤੁਸੀਂ ਜਾਂਦੇ ਹੋ, ਮੈਨੂੰ ਲੱਗਦਾ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਨਾ ਪਿਆਰ ਨਾਲ ਜਿੱਤਣ ਦੀ ਕੋਸ਼ਿਸ਼ ਕਰੋ, ਹੈ ਨਾ। ਪਿਆਰ ਇਹੀ ਹੁੰਦਾ ਵੀ ਜਿਹਨੂੰ ਉਹ ਸਤਿਕਾਰ ਦਿੰਦੇ ਆ ਤੁਸੀਂ ਉਹਨੂੰ ਸਤਿਕਾਰ ਦੇਣਾ, ਜਿਹਦੀ ਉਹ ਫਿਕਰ ਕਰਦੇ ਆ ਤੁਸੀਂ ਉਹਦੀ ਫਿਕਰ ਕਰਨੀ ਆ, ਜਿਸ ਤਰੀਕੇ ਨਾਲ ਉਹ ਆਪਦੇ ਘਰ ਦੇ ਕਾਰ ਵਿਹਾਰ ਕਰਦੇ ਨੇ ਤੁਸੀਂ ਉਸ ਤਰੀਕੇ ਨਾਲ ਉਹਨਾਂ ਚੀਜ਼ਾਂ ਨੂੰ ਕਰਨਾ, ਹੈ ਨਾ। ਜਦੋਂ ਬੰਦਾ ਸਾਨੂੰ ਆਪਣਾ ਲੱਗਣ ਲੱਗ ਜੂਗਾ, ਜਦੋਂ ਤੁਸੀਂ 4 ਦਿਨ ਮੇਰੇ ਕਮਰੇ 'ਚ ਰਹੋਗੇ, ਫਿਰ ਮੈਨੂੰ ਕਹੋਗੇ ਕਿ ਭੈਣੇ ਆਪਾਂ ਆਹ ਚੀਜ਼ ਬਦਲ ਲਈਏ, ਤਾਂ ਮੈਨੂੰ ਖੁਸ਼ੀ ਹੋਊਗੀ ਕਿ ਯਾਰ, ਹੈ ਨਾ, ਇਹਨੇ ਕਹਿਤਾ ਤਾਂ ਮੈਂ ਤਬਦੀਲ ਕਰ ਲਾਂ। ਪਰ ਜੇ ਪਹਿਲੇ ਦਿਨ ਹੀ ਆ ਕੇ ਕੋਈ ਕਹੂਗਾ ਤਾਂ ਉਹ ਸਾਨੂੰ ਚੀਜ਼ ਅਜੀਬ ਲੱਗਦੀ ਹੈ ਨਾ। ਅਤੇ ਕੁੜੀਆਂ ਇਹੀ ਗਲਤੀ ਕਰਦੀਆਂ ਨੇ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਮਤਲਬ ਇਹ ਘਰ ਵੀ ਸਾਡਾ ਹੈ, ਹੈ ਨਾ। ਉਹ ਘਰ ਸਾਡਾ ਕਹਿਣ 'ਚ ਤੇ ਉਹ ਘਰ ਸਾਡਾ ਬਣਾਉਣ 'ਚ ਬਹੁਤ ਫਰਕ ਹੁੰਦਾ, ਬਿਲਕੁਲ। ਹਾਂ, ਬਹੁਤ ਸਾਰੇ ਪਰਿਵਾਰ ਇਸ ਚੀਜ਼ ਦੀ ਸ਼ਿਕਾਇਤ ਵੀ ਕਰਦੇ ਆ ਵੀ ਜਦੋਂ ਸ਼ਰੀਕਾ ਜਿਹੜਾ ਪਹਿਲਾਂ ਇੰਨਾ ਚੰਗਾ ਵਰਤ ਰਿਹਾ ਹੁੰਦਾ, ਕੁੜੀਆਂ ਜਦੋਂ ਵਿਆਹ ਕੇ ਆਉਂਦੀਆਂ ਨੇ ਤਾਂ ਉਹੀ ਸ਼ਰੀਕਾ ਜਿਹੜਾ ਇੱਕ ਦੂਜੇ ਨਾਲ ਕਦੋਂ ਮਤਲਬ ਵਰਤਣੋਂ ਵੀ ਹਟ ਜਾਂਦਾ ਪਤਾ ਨਹੀਂ ਲੱਗਦਾ, ਹੈ ਨਾ। ਮੈਂ ਕਿਸੇ ਘਰ 'ਚ ਗਈ ਹਾਂ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਵੀ ਜੇ ਮੇਰੀ ਸੱਸ ਆਪਦੀ ਦਰਾਣੀ ਨਾਲ ਇੰਨਾ ਚੰਗਾ ਵਰਤ ਰਹੀ ਆ ਤਾਂ ਜ਼ਰੂਰ ਇਹਨਾਂ 'ਚ ਬਹੁਤ ਪਿਆਰ ਹੋਊਗਾ, ਬਿਲਕੁਲ। ਅਤੇ ਜੇ ਮੈਂ ਉਹਨੂੰ ਭੜਕਾਉਣਾ ਸ਼ੁਰੂ ਕਰ ਦੂੰ ਵੀ ਹੁਣ ਤੁਹਾਡੀ ਜਿੰਨੀ ਨਿਭ ਗਈ ਮਤਲਬ ਮੈਂ ਅੱਗੋਂ ਨਹੀਂ ਨਿਭਾ ਸਕਦੀ, ਹੈ ਨਾ। ਤਾਂ ਮੈਂ ਪਹਿਲੀ ਗੱਲ ਤਾਂ ਮੈਂ ਆਪਣੀ ਇੱਜ਼ਤ ਗਵਾਉਂ, ਦੂਜੀ ਗੱਲ ਆਪਾਂ ਕਹਿੰਦੇ ਨਾ ਵੀ ਜਿਨ੍ਹਾਂ ਨੇ ਤੁਹਾਨੂੰ ਪਾਲ ਕੇ ਭੇਜਿਆ ਤੁਸੀਂ ਨਾਲ ਉਹਨਾਂ ਦੀ ਵੀ ਗਵਾ ਲੈਂਦੇ ਹੋ, ਬਿਲਕੁਲ ਸਹੀ ਹੈ। ਹਾਂ, ਅਤੇ ਇਹ ਸਭ ਤੋਂ ਵੱਡੀ ਚੀਜ਼ ਆ, ਜਦੋਂ ਮੈਂ ਮੇਰੇ ਪੇਕੇ ਜਾਂਦੀ ਹਾਂ ਮੈਨੂੰ ਮਾਣ ਹੁੰਦਾ ਕਿ ਮੇਰੀ ਭਰਜਾਈ ਮੈਨੂੰ ਪੁੱਛੇ, ਮੇਰਾ ਭਰਾ ਮੈਨੂੰ ਪੁੱਛੇ, ਅਤੇ ਜਦੋਂ ਮੈਂ ਉਸ ਘਰ 'ਚੋਂ ਤੁਰਾਂ ਚਾਹੇ ਮੇਰੀ ਜੇਬ 'ਚ ਲੱਖ ਰੁਪਈਆ ਹੋਵੇ ਉਸ ਵਕਤ, ਹੈ ਨਾ, ਮੇਰੇ ਮਾਂ ਪਿਓ ਮੈਨੂੰ ਦਿੰਦੇ ਆ ਤਾਂ ਉਹ ਮੇਰੇ ਮਨ ਨੂੰ ਹੀ ਚੰਗਾ ਲੱਗਦਾ, ਹੈ ਨਾ। ਅਤੇ ਜੇ ਮੈਂ ਉਹ ਹੁੱਬ ਕੇ ਦੱਸਾਂ ਵੀ ਅੱਜ ਮੈਂ ਆਪਣੇ ਪੇਕੇ ਗਈ ਸੀ, ਮੇਰੇ ਡੈਡੀ ਨੇ ਮੈਨੂੰ 10,000 ਰੁਪਈਆ ਦਿੱਤਾ ਜਾਂ ਮੇਰੀ ਮਾਂ ਨੇ ਮੈਨੂੰ ਆਹ ਕੱਪੜੇ ਲੈ ਕੇ ਦਿੱਤੇ, ਅਤੇ ਜਦੋਂ ਉਹੀ ਚੀਜ਼ ਮੇਰੇ ਸੱਸ ਸਹੁਰਾ ਮੇਰੀਆਂ ਨਣਾਨਾਂ ਨਾਲ ਕਰਨ ਅਤੇ ਉੱਥੇ ਮੈਨੂੰ ਤਕਲੀਫ ਦੇਣੀ ਸ਼ੁਰੂ ਕਰ ਦੇਵੇ, ਹੈ ਨਾ, ਅਤੇ ਇਹਦਾ ਮਤਲਬ ਮੈਂ ਸੱਚੀ ਉਸ ਘਰ ਨੂੰ ਨਹੀਂ ਮੰਨਿਆ। ਅਤੇ ਫਿਰ ਮਤਲਬ ਲੋਕ ਬਹੁਤ ਸੋਚ ਕੇ ਕਹਿੰਦੇ ਹੁੰਦੇ ਨੇ ਆਪਦਾ ਮੁੰਡਾ ਵਿਆਹ ਕੇ, ਜਦੋਂ ਤੁਸੀਂ ਕਿਸੇ ਦੇ ਘਰੇ ਜਾਂਦੇ ਹੋ, ਜੇ ਉਹਨਾਂ ਦੇ ਮੁੰਡੇ ਵਿਆਹ ਨੂੰ 2 ਸਾਲ ਹੋ ਗਏ ਹੋਣ ਨਾ, ਅਤੇ ਜਦੋਂ ਉਹ ਗੱਲ ਕਰਨਗੇ ਵੀ ਯਾਰ ਕੁੜੀ ਸੋਚ ਸਮਝ ਕੇ ਵੇਖਿਓ, ਹੈ ਨਾ, ਤਾਂ ਇਹਦਾ ਮਤਲਬ ਸੱਚੀ ਉਹ ਦੁਖੀ ਨੇ। ਜਦੋਂ ਅਗਲਾ ਤੁਹਾਨੂੰ ਕਹੂਗਾ ਨਾ ਵੀ ਇਹੋ ਜਿਹੇ ਪਰਿਵਾਰ ਨਾਲ ਮੱਥਾ ਲਾਇਓ, ਸਾਨੂੰ ਕੁੜੀ ਮਿਲੀ ਹੈ ਅਤੇ ਇੰਨੀ ਚੰਗੀ ਆ ਨਾ, ਇਹਦਾ ਮਤਲਬ ਉਹ ਇੱਕ ਚੰਗਾ ਜੀ ਉਹਨਾਂ ਦੇ ਘਰ 'ਚ ਆਇਆ ਅਤੇ ਉਹ ਇਸ ਗੱਲੋਂ ਸੁਖੀ ਨੇ, ਮੈਨੂੰ ਲੱਗਦਾ। ਬਿਲਕੁਲ। ਜਿਵੇਂ ਹੁਣ ਆਪਾਂ ਜਿਵੇਂ ਤੁਸੀਂ ਕਿਹਾ ਵੀ ਕਈ ਵਾਰੀ ਨਾ ਆਪਾਂ ਚਾਹੁੰਦੇ ਹੁੰਦੇ ਹਾਂ ਵੀ ਜਿਸ ਘਰ 'ਚ ਆਪਾਂ ਵਿਆਹ ਕੇ ਆਏ ਹਾਂ ਸਾਰੀਆਂ ਚੀਜ਼ਾਂ ਆਪਣੇ ਅਨੁਸਾਰ ਹੋਣ, ਤੇ ਦੂਜੇ ਪਾਸੇ ਪੇਕਿਆਂ ਵੱਲ ਹੀ ਆਪਾਂ ਨੂੰ ਇਹ ਹੁੰਦਾ ਵਾ ਵੀ ਇਹ ਚੀਜ਼ਾਂ ਬਦਲ ਕਾਤੇ ਗਈਆਂ, ਬਿਲਕੁਲ ਬਦਲ ਕਾਤੇ ਗਈਆਂ, ਹੈ ਨਾ। ਜਿਵੇਂ ਕੁੜੀਆਂ ਜੇ 2-4 ਘੰਟਿਆਂ ਲਈ ਵੀ ਜਾਂ 1 ਅੱਧੇ ਦਿਨ ਲਈ ਵੀ ਆਪਦੇ ਪੇਕੇ ਜਾਂਦੀਆਂ ਨੇ ਤਾਂ ਉੱਥੇ ਜਾ ਕੇ ਮਤਲਬ ਆਪਦੀ ਮਾਂ ਨੂੰ ਜਾਂ ਆਪਦੇ ਬਾਪ ਨੂੰ ਜਾਂ ਆਪਦੇ ਭਰਾ ਨੂੰ, ਹੈ ਨਾ, ਜਾਣ ਕੇ ਬੁੱਝ ਕੇ ਕਰਨਗੇ ਵੀ ਆਹ ਚੀਜ਼ ਐਂ ਕਿਉਂ ਕਰਤੀ, ਆਹ ਚੀਜ਼ ਐਂ ਕਾਤੇ ਕਰਤੀ, ਆਹ ਤਾਂ ਐਂ ਹੁੰਦਾ ਸੀ ਆਪਣੇ, ਉਹ ਤਾਂ ਐਂ ਹੁੰਦਾ ਸੀ। ਫਿਰ ਜੇ ਤੁਸੀਂ ਗਾਂਹਲੇ ਪਰਿਵਾਰ 'ਚ ਜਾ ਕੇ ਥੋੜ੍ਹੀਆਂ ਚੀਜ਼ਾਂ ਆਪਣੇ ਅਨੁਸਾਰ ਢਾਲੀਆਂ ਨੇਗੀਆਂ ਤਾਂ
ਇਹ ਐਕਸੈਪਟ ਕਰੋ ਵੀ ਜਿਹੜਾ ਬੰਦਾ ਤੁਹਾਡੇ ਪਰਿਵਾਰ 'ਚ ਪਿੱਛੋਂ ਆਇਆ ਵਾ ਉਹ ਵੀ ਆਪਦੇ ਨਾਲ ਥੋੜਾ ਜਿਹਾ ਆਪਦਾ ਮਾਹੌਲ ਲੈ ਕੇ ਆਇਆ ਤੇ ਉਸ ਮਾਹੌਲ 'ਚ ਉਹਨੂੰ ਰਹਿਣਾ ਚੰਗਾ ਲੱਗਦਾ ਤੇ ਇਸ ਕਰਕੇ ਉਹਨੇ ਕੁਝ ਚੀਜ਼ਾਂ ਆਪਣੇ ਅਨੁਸਾਰ ਤਬਦੀਲ ਕਰਤੀਆਂ ਨੇਗੀਆਂ ਹੈ ਨਾ। ਕਈ ਵਾਰ ਤਾਂ ਭੈਣੇ ਮੈਂ ਜਿਵੇਂ ਹੁਣ ਚਲੋ ਆਪਾਂ ਕਿਹੜਾ ਸਮਾਜ ਤੋਂ ਬਾਹਰ ਰਹਿੰਦੇ ਆਪਾਂ ਵੀ ਚੀਜ਼ਾਂ ਨੂੰ ਐਕਸਪੀਰੀਅੰਸ ਕਰਦੇ ਹਾਂ। ਕਈ ਨੋਹਾਂ ਤਾਂ ਐਵੇਂ ਹੁੰਦੀਆਂ ਨੇ ਵੀ ਉਹਦੀਆਂ ਨਣਦਾਂ ਨਾਲ ਇਸ ਤਰੀਕੇ ਨਾਲ ਵਰਤਦੀਆਂ ਨੇ ਵੀ ਮੈਨੂੰ ਪਿੱਛੋਂ ਪੇਕਿਆਂ ਨੇ ਆ ਦਿੱਤਾ ਵਾ ਤਾਂ ਤੁਸੀਂ ਵੀ ਇੰਨਾ ਕੁ ਹੀ ਦੇਣਾ ਆ ਹੈ ਨਾ। ਜਾਂ ਮੈਂ ਦੇਖਿਆ ਵੀ ਕਈ ਵਾਰ ਜਦੋਂ ਕੋਈ ਕਾਰ ਵਿਹਾਰ ਕਰਨ ਦਾ ਮੌਕਾ ਹੁੰਦਾ ਵਾ ਜਾਂ ਮੰਨ ਲਓ ਕਿਸੇ ਨਿਆਣੇ ਦੇ ਗਾਹਾਂ ਜਨਮ ਦਿਨ ਆ ਗਏ ਕੋਈ ਵੀ ਆ ਮਤਲਬ ਜਿੱਥੇ ਪਰਿਵਾਰ ਨੇ ਆਪਦੀ ਕੁੜੀ ਦੇ ਘਰ ਜਾਣਾ ਹੁੰਦਾ ਤਾਂ ਉੱਥੇ ਮਤਲਬ ਨੂੰਹ ਦੀ ਬੜੀ ਦਖਲ ਅੰਦਾਜ਼ੀ ਹੁੰਦੀ ਆ ਵੀ ਉਹਨੂੰ ਇਹ ਹੁੰਦਾ ਵੀ ਜਿੰਨਾ ਕੁ ਮੇਰੇ ਕਰਦੇ ਨੇ ਜਾਂ ਜਿੰਨਾ ਕੁ ਮੇਰੇ ਘਰੋਂ ਆਇਆ ਵਾ ਹੈ ਨਾ ਵੀ ਓਨਾ ਕੀ ਹੀ ਜਾਵੇ ਅੱਗੇ। ਜੇ ਤਾਂ ਅਗਲੇ ਦੇ ਪਿੱਛੋਂ ਬਹੁਤ ਦੇਣ ਵਾਲੇ ਨੇਗੇ ਤਾਂ ਫਿਰ ਉਹਨੂੰ ਐਂ ਹੁੰਦਾ ਵਾ ਵੀ ਇੰਨਾ ਦੇਣ ਦੀ ਕੀ ਲੋੜ ਆ। ਜੇ ਉਹਦੇ ਪਿੱਛੋਂ ਮਤਲਬ ਉਹਦੇ ਪੇਕੇ ਵੀ ਸਰਦੇ ਸੌਂਦੇ ਤਾਂ ਉਹਨੂੰ ਵੀ ਐਂ ਹੁੰਦਾ ਵਾ ਵੀ ਮੂਹਰੇ ਵਾਲੇ ਵੀ ਸਰਦਾ ਸੌਂਦਾ ਹੀ ਕਰਕੇ ਆਉਣ ਹੈ ਨਾ। ਉਹਨੂੰ ਐਂ ਹੁੰਦਾ ਵਾ ਵੀ ਜਿੰਨਾ ਕੁ ਮੇਰਾ ਕਰਦਾ ਜਿੰਨਾ ਕੁ ਮੇਰੇ ਪੇਕੇ ਮੈਨੂੰ ਦਿੰਦੇ ਲੈਂਦੇ ਤੇ ਗਾਹਾਂ ਵਾਲਿਆਂ ਨੂੰ ਵੀ ਇੰਨਾ ਕੀ ਦੇਣ ਲੈਣ ਦੀ ਜ਼ਰੂਰਤ ਆ। ਹੁਣ ਮੰਨ ਲਓ ਵੀ ਤੁਹਾਡੇ ਪੇਕਿਆਂ 'ਚ ਵੱਧ ਗੁੰਜਾਇਸ਼ ਆ ਤੁਹਾਡੇ ਸਹੁਰਿਆਂ 'ਚ ਉਨੀ ਨਹੀਂ ਹੈਗੀ ਜਾਂ ਤੁਹਾਡੇ ਪੇਕਿਆਂ 'ਚ ਘੱਟ ਗੁੰਜਾਇਸ਼ ਆ ਤਾਂ ਤੁਹਾਡੇ ਸਹੁਰਿਆਂ 'ਚ ਹੈਗੀ ਆ ਤਾਂ ਮੈਨੂੰ ਲੱਗਦਾ ਹੁੰਦਾ ਕਿ ਵਰਤ ਵਰਤਾ ਉਵੇਂ ਹੀ ਰੱਖਣਾ ਚਾਹੀਦਾ ਵਾ ਜਿਵੇਂ ਦਾ ਸ਼ੁਰੂ ਤੋਂ ਹੀ ਉਸ ਪਰਿਵਾਰ 'ਚ ਚੱਲਦਾ ਆ ਰਿਹਾ ਹੈ ਨਾ। ਉਹਨਾਂ ਚੀਜ਼ਾਂ ਨੂੰ ਆ ਕੇ ਬਦਲਣ ਦੀ ਲੋੜ ਨਹੀਂ ਹੁੰਦੀ। ਹੁਣ ਜੇ ਤੁਸੀਂ ਐਡੀਆਂ ਵੱਡੀਆਂ ਚੀਜ਼ਾਂ ਆ ਕੇ ਬਦਲ ਰਹੇ ਹੋ ਤਾਂ ਫਿਰ ਤਾਂ ਬੰਦਾ ਓਬਵੀਅਸਲੀ ਕਹੂਗਾ ਹੀ ਕਹੂਗਾ ਵੀ ਜਦੋਂ ਦੀ ਆਈ ਸਾਡੇ ਘਰ ਦਾ ਮਾਹੌਲ ਬਦਲ ਗਿਆ ਤਾਂ ਉਹ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗ ਜਾਂਦਾ ਵਾ ਹੈ ਨਾ ਵੀ ਪਹਿਲਾਂ ਤਾਂ ਐਂ ਕਰਦੇ ਸੀ ਪਰ ਜਦੋਂ ਇਹਨਾਂ ਨੇ ਮੁੰਡਾ ਵਿਆਹਿਆ ਜਾਂ ਜਦੋਂ ਦੀ ਮਤਲਬ ਇਹਨਾਂ ਦੀ ਨੂੰਹ ਦੀ ਸਲਾਹ ਵਿੱਚ ਰਲਣ ਲੱਗੀ ਆ ਤਾਂ ਉਦੋਂ ਦੀਆਂ ਚੀਜ਼ਾਂ ਆਏ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਵਾਰੀ ਤੁਹਾਨੂੰ ਯਾਦ ਤੁਸੀਂ ਇੱਕ ਪ੍ਰੋਗਰਾਮ 'ਚ ਗੱਲ ਕਹੀ ਸੀ ਵੀ ਤੁਸੀਂ ਚੀਜ਼ਾਂ ਉਦੋਂ ਬਦਲ ਸਕਦੇ ਹੋ ਜਦੋਂ ਤੁਸੀਂ ਆਪਦੀ ਜੇਬ 'ਚੋਂ ਲਾਉਣੀਆਂ ਨੇ ਹੈ ਨਾ। ਪਰ ਜਦੋਂ ਤੁਹਾਡੇ ਮੂਹਰੇ ਕਰਨ ਵਾਲੇ ਬੈਠੇ ਨੇਗੇ ਉਸ ਪਰਿਵਾਰ ਦੇ ਵਿੱਚ ਵੱਡੇ ਬੈਠੇ ਨੇਗੇ ਜਦੋਂ ਉਹਨਾਂ ਨੇ ਆਪਦੀ ਜੇਬ 'ਚੋਂ ਕਰਨਾ ਤਾਂ ਤੁਸੀਂ ਚੀਜ਼ਾਂ ਨੂੰ ਉਵੇਂ ਹੀ ਰਹਿਣ ਦਿਓ ਜਿਵੇਂ ਦੀਆਂ ਉਹ ਚੱਲਦੀਆਂ ਆ ਰਹੀਆਂ ਨੇ ਹੈ ਨਾ। ਤੇ ਜਾਂ ਕਈ ਵਾਰੀ ਨਾ ਮੈਂ ਦੇਖਿਆ ਜਿਵੇਂ ਹੁਣ ਮੇਰੀ ਕੋਈ ਫਰੈਂਡ ਆ ਨਾ ਤਾਂ ਉਹ ਮੈਨੂੰ ਗੱਲ ਦੱਸਣ ਲੱਗ ਗਏ ਵੀ ਜਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਨੌਨ ਵੈਜ ਨਹੀਂ ਖਾਂਦੇ ਹੈਗੇ ਤੇ ਨਾ ਹੀ ਉਹਨਾਂ ਦੇ ਬਣਦਾ ਆ ਹੈ ਨਾ। ਹੁਣ ਉਹਨਾਂ ਦੇ ਭਾਬੀ ਦੇ ਪਰਿਵਾਰ 'ਚ ਪਿੱਛੋਂ ਖਾਂਦੇ ਪੀਂਦੇ ਸੀਗੇ ਉਹ ਜਿਵੇਂ ਨੌਨ ਵੈਜ ਚਲੋ ਉਹਨਾਂ ਦੇ ਆਮ ਖਾਂਦੇ ਨੇਗੇ ਤਾਂ ਉਹਨਾਂ ਨੇ ਗਾਹਾਂ ਆ ਕੇ ਵੀ ਉਵੇਂ ਸ਼ੁਰੂ ਕਰ ਲਿਆ ਹੈ ਨਾ। ਉਹਨਾਂ ਨੂੰ ਉਹ ਚੀਜ਼ ਬੜੀ ਤਕਲੀਫ ਦੇ ਲੱਗਦੀ ਆ ਵੀ ਸ਼ੁਰੂ ਤੋਂ ਸਾਡੇ ਘਰ 'ਚ ਪਰਿਵਾਰ 'ਚ ਨਹੀਂ ਬਣਿਆ ਹੈਗਾ ਜਾਂ ਨਹੀਂ ਖਾਂਦੇ ਸੀ ਜਾਂ ਕਈ ਵਾਰ ਤੁਹਾਨੂੰ ਯਾਦ ਆ ਵੀ ਕਈ ਵਾਰੀ ਆਪਾਂ ਗੱਲ ਸੁਣਦੇ ਹੁੰਦੇ ਆ ਵੀ ਇਹਨਾਂ ਦੇ ਪਰਿਵਾਰ 'ਚ ਕੋਈ ਖਾਂਦਾ ਪੀਂਦਾ ਨਹੀਂ ਹੈਗਾ। ਜੇ ਕੋਈ ਖਾਂਦਾ ਪੀਂਦਾ ਵੀ ਆ ਜਾਂ ਜੇ ਕਿਸੇ ਨੇ ਬਣਾਉਣਾ ਵੀ ਤਾਂ ਉਹਨਾਂ ਦੇ ਭਾਂਡੇ ਵੀ ਉਹਨਾਂ ਨੇ ਅਲੱਗ ਰੱਖੇ ਹੁੰਦੇ ਜਾਂ ਆਪਾਂ ਕਹਿ ਦਿੰਦੇ ਵੀ ਬਣਾ ਦਿੰਦੇ ਨੇ ਪਰ ਉਹ ਭਾਂਡੇ ਉਹ ਨਹੀਂ ਸਾਫ਼ ਕਰਦੇ ਹੈਗੇ ਜਾਂ ਕੁਛ ਵੀ ਆ ਬੜੀਆਂ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ। ਤਾਂ ਹੁਣ ਮੰਨ ਲਓ ਵੀ ਮੈਂ ਨੌਨ ਵੈਜ ਮੇਰੇ ਪਰਿਵਾਰ 'ਚ ਪਿੱਛੋਂ ਖਾਂਦੇ ਪੀਂਦੇ ਨੇ ਪਰ ਮੂਹਰੇ ਵਾਲੇ ਪਰਿਵਾਰ 'ਚ ਤਾਂ ਬਣਦਾ ਵੀ ਨਹੀਂ ਤੇ ਨਾ ਹੀ ਉਹ ਖਾਂਦੇ ਨੇ ਨਾ ਹੀ ਉਹ ਆਪਣੇ ਘਰਾਂ 'ਚ ਕਈ ਵਾਰ ਆਮ ਹੁੰਦਾ ਵੀ ਉਹ ਭਾਈ ਘਰੇ ਵੀ ਨਹੀਂ ਬਾੜਦੇ ਹੈਗੇ ਹੈ ਨਾ। ਤੇ ਜੇ ਹੁਣ ਮੈਂ ਕਹਾਂ ਵੀ ਇਹਦੇ 'ਚ ਕੀ ਆ ਸਾਡੇ ਤਾਂ ਖਾਂਦੇ ਪੀਂਦੇ ਸੀ ਮੈਂ ਤਾਂ ਇਸੇ ਤਰ੍ਹਾਂ ਨਾਲ ਹੀ ਖਾਊਂਗੀ ਹੈ ਨਾ। ਜਿਵੇਂ ਖਾਣਾ ਪੀਣਾ ਵੀ ਮੈਂ ਤਾਂ ਬਾਹਰ ਕਿਤੇ ਜਾ ਕੇ ਖਾ ਪੀ ਆਵਾਂ ਨਾ ਪਰ ਜੇ ਹੁਣ ਸਾਡੇ ਘਰੇ ਮਨਾਹੀ ਆ ਪਾਬੰਦੀ ਆ ਇਸ ਚੀਜ਼ ਤੇ ਜੇ ਕਿਸੇ ਚੀਜ਼ ਨੂੰ ਮੰਨਣ ਕਰਕੇ ਵੀ ਨਹੀਂ ਸਾਡੇ ਘਰੇ ਆਂਡਾ ਮੀਟ ਸ਼ਰਾਬ ਬਣਦਾ ਹੈਗਾ ਤਾਂ ਮੈਨੂੰ ਲੱਗਦਾ ਕਿ ਜਿਵੇਂ ਉਸ ਘਰ 'ਚ ਵਿਆਹ ਕੇ ਆਈ ਹਾਂ ਤਾਂ ਮੈਨੂੰ ਉੱਥੋਂ ਦੇ ਰੀਤੀ ਰਿਵਾਜ ਵੀ ਦੇਖਣੇ ਪੈਣਗੇ ਹੈ ਨਾ। ਹੁਣ ਜੇ ਮੈਂ ਨਹੀਂ ਮੰਨੂਗੀ ਮੈਂ ਆਪਦੀ ਮਰਜ਼ੀ ਅਨੁਸਾਰ ਵੀ ਨਹੀਂ ਅਸੀਂ ਤਾਂ ਸ਼ੁਰੂ ਤੋਂ ਹੀ ਖਾਂਦੇ ਪੀਂਦੇ ਹਾਂ ਤਾਂ ਫਿਰ ਤਾਂ ਉਸ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਕਲੈਸ਼ ਬਣਦਾ ਹੀ ਬਣਦਾ ਵਾ। ਫਿਰ ਮਤਲਬ ਤੁਹਾਨੂੰ ਕਦੇ ਉਹ ਆਪਦੇ ਨਹੀਂ ਲੱਗਣਗੇ ਉਹਨਾਂ ਨੂੰ ਤੁਸੀਂ ਕਦੇ ਆਪਦੇ ਨਹੀਂ ਲੱਗੋਗੇ ਹੈ ਨਾ। ਬਿਲਕੁਲ ਗੁਰਦੀਪ ਆਪਾਂ ਨਾ ਉਹੀ ਮਤਲਬ ਮੁੜ ਕੇ ਚੀਜ਼ਾਂ ਉੱਥੇ ਹੀ ਆ ਜਾਂਦੀਆਂ ਨੇ ਵੀ ਮਤਲਬ ਬਰਾਬਰੀ ਨਾ ਬਣੀ ਹੋਈ ਆ ਬੰਦੇ ਤੇ ਔਰਤ ਲਈ ਹਰ ਬੰਦੇ ਲਈ ਬਣੀ ਹੋਈ ਆ। ਮੈਨੂੰ ਜਿੱਥੇ ਮੈਂ ਵਿਆਹ ਕੇ ਜਾਊਂ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਘਰ ਤੇਰਾ ਨਹੀਂ ਮਤਲਬ ਮੇਰਾ ਨਹੀਂ। ਮੈਨੂੰ ਇਉਂ ਲੱਗੂਗਾ ਵੀ ਮੈਂ ਹੁਣ ਇਸ ਘਰ ਦਾ ਹਿੱਸਾ ਪਰ ਮੈਂ ਉਸ ਘਰ ਦਾ ਮਤਲਬ ਚੌਧਰੀ ਨਹੀਂ ਹੈਗਾ। ਇਹ ਚੀਜ਼ ਮੈਨੂੰ ਮੰਨਣੀ ਚਾਹੀਦੀ ਆ ਹੈ ਨਾ। ਬਹੁਤ ਸਾਰੀਆਂ ਕੁੜੀਆਂ ਨਾ ਇਹ ਵੀ ਚੀਜ਼ ਕਰਦੀਆਂ ਨੇ ਜਿਵੇਂ ਮੰਨ ਲਓ ਕਿ ਜਦੋਂ 2 ਜਾਂ 3 ਸਾਲ ਹੋ ਗਏ ਹੈ ਨਾ ਚਾਹੇ ਤੁਹਾਡਾ ਖਰਚਾ ਚੰਗਾ ਭਲਾ ਚੱਲ ਰਿਹਾ ਮੈਂ ਆ ਨਾ ਮੇਰਾ ਖਰਚਾ ਚੰਗਾ ਭਲਾ ਚੱਲ ਰਿਹਾ ਮੇਰਾ ਹਸਬੈਂਡ ਵਧੀਆ ਕਮਾਉਂਦਾ ਉਹ ਫਿਰ ਵੀ ਮਤਲਬ ਜ਼ਮਾਨੇ ਦੀ ਦੇਖ ਰੇਖ ਵੀ ਜਿਵੇਂ ਹੁਣ ਮੇਰੀ ਭੈਣ ਨੇ ਕਹਿਤਾ ਵੀ ਸਾਨੂੰ ਤਾਂ ਬਹੁਤ ਛੇਤੀ ਸਾਡੇ ਘਰਦਿਆਂ ਨੇ ਹਿੱਸਾ ਦੇਤਾ ਹੈ ਨਾ। ਮੈਂ ਆਪਣੇ ਘਰ 'ਚ ਉਹੀ ਮਤਲਬ ਧੂੰਆਂ ਲੈ ਆਉਂਗੀ ਕਿ ਨਹੀਂ ਸਾਨੂੰ ਵੀ ਹੁਣ ਬਹੁਤ ਛੇਤੀ ਹਿੱਸਾ ਮਿਲ ਜਾਣਾ ਚਾਹੀਦਾ ਹੈ ਨਾ। ਜੇ ਕਿਸੇ ਨੇ ਕਹਿਤਾ ਵੀ ਅਸੀਂ ਤਾਂ ਆਪਣੇ ਸੱਸ ਸਹੁਰੇ ਨੂੰ ਪੁੱਛੇ ਬਿਨਾਂ ਆਪਣੀ ਜ਼ਿੰਦਗੀ ਦੇ ਫੈਸਲੇ ਕਰਦੇ ਹਾਂ ਹੈ ਨਾ ਤਾਂ ਮੈਂ ਇਹ ਨਹੀਂ ਦੇਖੂੰਗੀ ਵੀ ਜਿਹੜੇ ਪੁੱਛ ਕੇ ਕਰ ਰਹੇ ਆ ਹੋ ਸਕਦਾ ਕਿਸੇ ਹੋਰ ਪਾਸੇ ਉਹਨਾਂ ਦੇ ਘਰ ਦਾ ਮਾਹੌਲ ਇੰਨਾ ਚੰਗਾ ਨਾ ਹੋਵੇ ਹੈ ਨਾ। ਤੇ ਜੇ ਮੈਨੂੰ ਪੁੱਛ ਕੇ ਕਰਨਾ ਪੈ ਰਿਹਾ ਤਾਂ ਇਹਦੇ 'ਚ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਹੈ ਨਾ।
ਜਿਵੇਂ ਹੁਣ ਸਾਡੇ ਆ, ਜਦੋਂ ਮੈਂ ਵਿਆਹ ਕੇ ਆਈ ਸੀ ਸਾਡੇ ਸਾਂਝਾ ਪਰਿਵਾਰ ਸੀ, ਮੈਂ ਐਵੇਂ ਕਹਾਂ ਸਾਡੀ ਮਤਲਬ ਬਹੁਤ ਬਣਦੀ ਆ ਸਾਰੀ, ਹੈ ਨਾ, ਵੀ ਸਾਡੇ ਚਾਚਾ ਜੀ ਉਹਨਾਂ ਨਾਲ ਬਹੁਤ ਜ਼ਿਆਦਾ। ਜੇ ਉਹਦੇ 'ਚ ਕਿਤੇ ਆ ਕੇ ਮੈਂ ਇਹ ਕਹਿਣਾ ਸ਼ੁਰੂ ਕਰ ਦਿੰਦੀ ਵੀ ਨਹੀਂ ਮਤਲਬ ਪਾਪਾ ਤੁਹਾਡੇ ਤਾਂ ਉਹ ਭਰਾ ਨੇ, ਜਾਂ ਮੰਮੀ ਤੁਹਾਡੇ ਤਾਂ ਉਹ ਦਰਾਣੀ ਜਠਾਣੀ ਲੱਗਦੇ, ਮੈਂ ਨਹੀਂ ਮਤਲਬ ਉਹਨਾਂ ਦੇ ਜਾਊਂਗੀ, ਮੈਂ ਉਹਨਾਂ ਤੋਂ ਕੀ ਲੈਣਾ, ਹੈ ਨਾ, ਤਾਂ ਸੱਚੀ ਮਤਲਬ ਬੰਦਾ ਬਹੁਤ ਸੋਚਦਾ ਵੀ ਇਹ ਕਿਹੋ ਜਿਹੇ ਪਰਿਵਾਰ 'ਚੋਂ ਬੰਦਾ ਆਇਆ, ਹੈ ਨਾ। ਅਤੇ ਮੈਨੂੰ ਉਹ ਆਪਣੇ ਲੱਗਣ ਲੱਗ ਗਏ, ਮੈਨੂੰ ਵੀ ਉਹਨਾਂ ਨੇ ਓਨਾ ਹੀ ਪਿਆਰ ਦਿੱਤਾ, ਉਹਨਾਂ ਦੇ ਬੱਚੇ ਮੈਨੂੰ ਆਪਣੇ ਬੱਚੇ ਵਰਗਿਆਂ ਲੱਗੇ, ਹੈ ਨਾ। ਤਾਂ ਉਹ ਚੀਜ਼ ਤੁਹਾਨੂੰ ਉਸ ਪਰਿਵਾਰ ਦੇ ਹੋਰ ਨੇੜੇ ਕਰਦੀ ਹੈ। ਅਤੇ ਜੇ ਕੱਲ੍ਹ ਨੂੰ ਮੈਂ ਮੰਨ ਲਓ ਚਾਚਾ ਚਾਚੀ ਬਾਰੇ ਕੋਈ ਘਰ 'ਚ ਸਲਾਹ ਵੀ ਦਊਂਗੀ ਤਾਂ ਘਰ ਦੇ ਮੰਨਣਗੇ ਵੀ ਨਹੀਂ, ਇਹ ਮਤਲਬ ਗਲਤ ਸਲਾਹ ਨਹੀਂ ਦੇ ਸਕਦੀ ਇਸ ਟੌਪਿਕ 'ਤੇ, ਹੈ ਨਾ ਸਾਨੂੰ। ਅਤੇ ਬਹੁਤ ਸਾਰੇ ਲੋਕ ਕਹਿਣਗੇ ਵੀ ਜੇ ਤੁਸੀਂ ਕਿਸੇ ਰਿਸ਼ਤੇਦਾਰ ਨਾਲ ਵੀ ਵਰਤਣਾ ਤਾਂ ਸਾਨੂੰ ਪੁੱਛੋ, ਕਿਉਂ ਪੁੱਛੇਗਾ ਅਗਲਾ ਤੁਹਾਨੂੰ, ਹੈ ਨਾ, ਜਿਹਦੀ ਸਾਰੀ ਉਮਰ ਦੀ ਕਮਾਈ ਆ। ਮਤਲਬ ਮੈਂ ਆਪਣੇ ਪੇਕਿਓਂ ਲਿਆ ਕੇ ਕਿਸੇ ਨੂੰ ਕੁਛ ਨਹੀਂ ਦੇ ਰਹੀ, ਜੇ ਉਹ ਕਿਸੇ ਰਿਸ਼ਤੇਦਾਰ ਨਾਲ ਵਰਤ ਰਹੇ ਨੇ ਤਾਂ ਉਹ ਵੀ ਮੈਂ ਉਹਨਾਂ ਨੂੰ ਲਿਆ ਕੇ ਨਹੀਂ ਦੇਣਾ, ਉਹਨਾਂ ਦੀ ਜੇਬ 'ਚ ਉਹਨਾਂ ਨੇ ਕੱਢ ਕੇ ਵਰਤ ਲੈਣਾ, ਹੈ ਨਾ। ਉਹਨਾਂ ਦੇ ਘਰੇ ਕੋਈ ਆ ਰਿਹਾ, ਉਹਨੂੰ ਮਤਲਬ ਦਿਲੋਂ ਵਰਤ ਰਹੇ ਨੇ, ਤਾਂ ਉੱਥੇ ਵੀ ਮੇਰਾ ਕੋਈ ਰੋਲ ਨਹੀਂ। ਮੇਰਾ ਰੋਲ ਇਹ ਹੋ ਸਕਦਾ ਵੀ ਮੈਂ ਵਧੀਆ ਚਾਹ ਬਣਾਉਂਗੀ ਜਾਂ ਮੈਂ ਵਧੀਆ ਰੋਟੀ ਪਾਣੀ ਬਣਾ ਕੇ ਦੇ ਸਕਦੀ ਹਾਂ, ਹੈ ਨਾ। ਤਾਂ ਮੈਨੂੰ ਲੱਗਦਾ ਉਹਨਾਂ ਨੂੰ ਉਸ ਫਰੀਡਮ 'ਚ ਰਹਿਣ ਦੇਣਾ ਚਾਹੀਦਾ। ਤੁਸੀਂ ਕਦੀ ਇਹ ਨਾ ਦੱਸੋ ਵੀ ਸਾਡੇ ਤਾਂ ਐਂ ਹੁੰਦਾ ਸੀ, ਉਹ ਜਿਹੜੇ ਸਾਡੇ ਸੀ ਨਾ ਉਹ ਹੁਣ ਪਿੱਛੇ ਰਹਿ ਗਏ ਨੇ, ਹੈ ਨਾ। ਹੁਣ ਤੁਸੀਂ ਇੱਕ ਨਵੇਂ ਘਰ 'ਚ ਆ ਗਏ ਹੋ ਅਤੇ ਉਸ ਨਵੇਂ ਘਰ ਨੂੰ ਤੁਸੀਂ ਮੁਹੱਬਤ ਨਾਲ ਆਪਣਾ ਬਣਾ ਕੇ ਥੋੜ੍ਹੀਆਂ ਤਬਦੀਲੀਆਂ ਕਰਨੀਆਂ ਚਾਹੋ। ਇਹ ਨਾ ਸੋਚੋ ਕਿ ਮੈਨੂੰ ਤਾਂ ਪਹਿਲੇ ਦਿਨ ਹੀ ਮੈਂ ਤਾਂ ਐਵੇਂ ਕਰੂੰ, ਹੈ ਨਾ। ਜਿਵੇਂ ਜਦੋਂ ਮੈਂ ਆਈ ਸੀ, ਮੈਂ ਮਾਲਵੇ 'ਚੋਂ ਆਈ ਸੀ, ਹੈ ਨਾ, ਤਾਂ ਮੇਰੀ ਬੋਲੀ ਮੇਰੇ ਸਹੁਰਿਆਂ ਨਾਲੋਂ ਬਹੁਤ ਵੱਖਰੀ ਸੀਗੀ। ਤਾਂ ਮੈਨੂੰ ਐਂ ਕਦੇ ਨਹੀਂ ਲੱਗਿਆ ਵੀ ਮੈਂ ਉਹੀ ਚੀਜ਼ਾਂ ਕਰਾਂ ਜਿਹੜੀਆਂ ਮੇਰੇ ਘਰੇ ਹੋਈਆਂ। ਮੈਂ ਉਵੇਂ ਉੱਠਦਾ ਖਲੋਂਦਾ ਸਭ ਕੁਛ ਬੋਲਣ ਲੱਗ ਗਈ, ਹੈ ਨਾ। ਅਤੇ ਅੱਜ ਮੈਨੂੰ ਦੇਖ ਕੇ ਮਤਲਬ ਕੋਈ ਨਹੀਂ ਕਹਿੰਦਾ ਹੁੰਦਾ ਵੀ ਇਹ ਕਿਸੇ ਹੋਰ ਥਾਂ ਤੋਂ ਮਤਲਬ ਵੱਖਰੀ ਬੋਲੀ 'ਚੋਂ ਆਈ ਆ, ਹੈ ਨਾ। ਅਤੇ ਸ਼ੁਰੂਆਤ 'ਚ ਚੀਜ਼ਾਂ ਕਦੇ ਵੀ ਚੰਗੀਆਂ ਨਹੀਂ ਹੁੰਦੀਆਂ। ਜਦੋਂ ਮੈਂ ਆਈ ਸੀ ਨਾ ਗੁਰਦੀਪ, ਸਾਡੇ 'ਚ ਵੀ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਹੋਈਆਂ ਸੀ, ਜਿਵੇਂ ਸਮਾਂ ਲੱਗਦਾ, ਹੈ ਨਾ। ਮੈਨੂੰ ਲੱਗਦਾ ਹੁੰਦਾ ਸੀ ਵੀ ਮਤਲਬ ਆਹ ਚੀਜ਼ ਯਾਰ ਕਿਉਂ ਕਹੀ ਜਾਂਦੀ ਹੈ, ਤਾਂ ਸਾਡੇ ਹੁੰਦੀ ਹੋਈ ਨਹੀਂ, ਹੈ ਨਾ। ਜਾਂ ਸਬਜ਼ੀਆਂ ਬਣਾਉਣ ਦੇ ਤੌਰ ਤਰੀਕੇ ਵੱਖਰੇ, ਆਏ ਰਿਸ਼ਤੇਦਾਰਾਂ ਨੂੰ ਮਿਲਣ ਦੇ ਤੌਰ ਤਰੀਕੇ ਵੱਖਰੇ, ਅਤੇ ਉਹਨਾਂ ਚੀਜ਼ਾਂ 'ਤੇ ਸਾਡੇ ਵੀ ਛੋਟੇ ਛੋਟੇ ਮਨਮੁਟਾਵ ਹੁੰਦੇ ਰਹੇ ਨੇ, ਹੈ ਨਾ। ਪਰ ਜਦੋਂ ਬੰਦਾ ਤੁਹਾਨੂੰ ਨੇੜਿਓਂ ਦੇਖਦਾ ਵੀ ਇਹ ਬੰਦਾ ਇਹੋ ਜਿਹਾ ਨਹੀਂ ਜਿਹੋ ਜਿਹਾ ਸਾਨੂੰ ਲੱਗਦਾ ਜਾਂ ਅਸੀਂ ਇਹਨੂੰ ਸਮਝ ਰਹੇ ਹਾਂ, ਹੈ ਨਾ, ਤਾਂ ਮਤਲਬ ਮੰਨੋਗੇ ਕਿ ਉਸ ਚੀਜ਼ ਨਾਲ ਸਾਡੇ ਘਰ 'ਚ ਇੰਨੀ ਤਬਦੀਲੀ ਆਈ ਵੀ ਅੱਜ ਮਤਲਬ ਛੋਟੀ ਤੋਂ ਛੋਟੀ ਚੀਜ਼ ਵੀ ਅਸੀਂ ਲੈ ਕੇ ਆਉਂਦੇ ਹਾਂ ਤਾਂ ਸਾਡੇ ਮੰਮੀ ਹੁਣੀ ਕਹਿਣਗੇ ਵੀ ਤੂੰ ਦੇਖ ਲਾ ਆਪਣੇ ਹਿਸਾਬ ਨਾਲ ਜਿਹੜੀ ਤੈਨੂੰ ਚੰਗੀ ਲੱਗਦੀ ਹੈ ਨਾ। ਅੱਜ ਮੈਂ ਉਹਨਾਂ ਨੂੰ ਪਿਆਰ ਨਾ ਕਵਾਂ, ਗੁੱਸੇ ਨਾ ਕਵਾਂ, ਉਹਨਾਂ ਲਈ ਹਰ ਚੀਜ਼ ਮੇਰੀ ਸਲਾਹ ਨਾਲ ਆ ਨਾ। ਪਰ ਪਹਿਲੇ ਦਿਨ ਤਾਂ ਨਹੀਂ ਹੋਈ ਨਾ, ਜੇ ਮੈਂ ਆ ਕੇ ਪਹਿਲੇ ਦਿਨ ਕਹਿੰਦੀ ਤੁਸੀਂ ਕੁੜੀਆਂ ਨਾਲ ਕੀ ਵਰਤ ਰਹੇ ਹੋ, ਇਹ ਹੱਕ ਤੁਹਾਡੇ ਸੱਸ ਸਹੁਰੇ ਦਾ ਹੋਣਾ ਚਾਹੀਦਾ, ਉਹਨਾਂ ਦੀਆਂ ਉਹ ਧੀਆਂ ਨੇ, ਹੈ ਨਾ। ਮੈਂ ਲੱਖ ਕਰੀ ਜਾਵਾਂ, ਮੇਰੀਆਂ ਨਨਾਨਾ ਮੇਰੀਆਂ ਭੈਣਾਂ ਵਰਗੀਆਂ ਉਹ ਕਦੇ ਨਹੀਂ ਹੋ ਸਕਦੀਆਂ, ਮੈਂ ਫਿਰ ਵੀ ਉਹਨਾਂ ਨੂੰ ਦੰਦੀ ਮੁੱਠੀ ਕੁੱਟ ਲੂੰਗੀ ਆਪਣੇ, ਹੈ ਨਾ। ਪਰ ਜਿਹਦੀ ਸਕੀ ਧੀ ਆ ਮਤਲਬ ਉਹਨੂੰ ਸਭ ਪਤਾ ਹੁੰਦਾ ਕਿ ਉਹ ਕਿੰਨਾ ਕਰ ਸਕਦਾ ਅਤੇ ਕਿੰਨਾ ਦੇਣਾ। ਅਤੇ ਨਾਲੇ ਨਾ ਆਪਣੇ ਸਮਾਜ ਦੀ ਇੱਕ ਸਾਈਕੀ ਆ, ਮਾਵਾਂ ਨੂੰ ਕੁੜੀਆਂ ਨਾਲੋਂ ਮੁੰਡੇ ਜ਼ਿਆਦਾ ਪਿਆਰੇ ਹੁੰਦੇ ਆ ਹਮੇਸ਼ਾ। ਉਹ ਪੁੱਤਰ ਦਾ ਘਰ ਧੀ ਦੇ ਘਰੇ ਕਦੇ ਨਹੀਂ ਲੁਟਾਉਣਗੇ, ਇਹ ਮਤਲਬ ਗੱਲ ਯਾਦ ਰੱਖੋ ਤੁਸੀਂ, ਹੈ ਨਾ। ਅਤੇ ਉਹਨਾਂ ਨੇ ਕੋਈ ਘਰ ਭਰ ਕੇ ਵੀ ਨਹੀਂ ਮਤਲਬ ਦੇ ਦੇਣਾ ਵੀ ਸਾਰਾ ਘਰ ਆਪਦਾ ਚੁੱਕ ਕੇ ਉਹ ਕਿਸੇ ਕੁੜੀ ਨੂੰ ਦੇ ਦੇਣਗੇ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਨਾ ਰੋਕੋ, ਸਗੋਂ ਜੇ ਤੁਹਾਡੇ ਤੋਂ ਸਲਾਹ ਮੰਗੀ ਜਾਂਦੀ ਹੈ, ਮੈਨੂੰ ਤਾਂ ਕਈ ਵਾਰੀ ਆਦਤ ਆਏ ਕਿ ਜੇ ਮੇਰੇ ਤੋਂ ਸਲਾਹ ਮੰਗਣ, ਹੈ ਨਾ, ਸਾਡੇ ਮੰਮੀ ਡੈਡੀ, ਮੈਂ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਜੇ 10 ਦੇਣਾ 11 ਦੇ ਦਿਓ। ਮਤਲਬ ਦੇਣਾ ਤਾਂ ਅਗਲੇ ਨੇ ਆਪਣੇ ਕੋਲ ਹੀ ਆ, ਅਸੀਂ ਤਾਂ ਉੱਦਾਂ ਬੋਲਣ ਨਾਲ ਹੀ ਵੱਡੇ ਹੋ ਜਾਂਦੇ ਹਾਂ ਨਾ, ਕਿ ਮੈਂ ਕਹਤਾ ਵੀ ਰੁਪਿੰਦਰ ਨੇ ਕਹਿਤਾ ਇੰਨਾ ਕਰ ਦਿਓ। ਅਤੇ ਮੈਨੂੰ ਲੱਗਦਾ ਉਹ ਮਾਣ ਜਿਹਾ ਨਾ ਤੁਹਾਨੂੰ ਉਹਨਾਂ ਨੂੰ ਦੇਣਾ ਚਾਹੀਦਾ। ਮੈਂ ਤਾਂ ਹਮੇਸ਼ਾ ਸਾਡੇ ਮੰਮੀ ਪਾਪਾ ਨੂੰ ਕਹਿੰਦੀ ਹੁੰਦੀ ਹਾਂ ਵੀ ਜਿੰਨਾ ਚਿਰ ਤੁਸੀਂ ਬੈਠੇ ਹੋ ਨਾ, ਅਤੇ ਇਹ ਸਭ ਕੁਛ ਤੁਹਾਡਾ, ਇਹ ਕਦੇ ਵੀ ਸਾਡੇ ਹੱਥ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਤੁਹਾਡੀ ਕਦਰ ਹੀ ਇਸ ਚੀਜ਼ ਨਾਲ ਆ, ਹੈ ਨਾ। ਵੀ ਜਦੋਂ ਤੁਸੀਂ ਮਾਂ ਪਿਓ ਦੁਨੀਆ ਤੋਂ ਜਾਂਦੇ ਹੋ ਸਾਡਾ ਹੀ ਹੁੰਦਾ, ਹੈ ਨਾ। ਬਿਲਕੁਲ, ਨਾਲੇ ਭੈਣੇ ਤੁਹਾਡਾ ਵੀ ਬੋਝ ਕਿੰਨਾ ਘਟਦਾ ਵਾ, ਹੈ ਨਾ। ਤੁਸੀਂ ਮਤਲਬ ਦੇਣ ਲੈਣ 'ਚ ਹੀ ਉਲਝੇ ਰਹਿੰਦੇ ਹੋ, ਕਿਹਦੇ ਨਾਲ ਕਿਵੇਂ ਵਰਤਣਾ ਉਹਨਾਂ ਚੀਜ਼ਾਂ 'ਚ ਹੀ ਉਲਝੇ ਰਹਿੰਦੇ ਹੋ ਨਾ ਘਰੇ। ਜੇ ਕਿਤੇ ਮਤਲਬ ਕਈ ਵਾਰ ਪੁੱਛ ਵੀ ਲੈਣ ਇੱਥੇ ਕੀ ਕਰਨਾ, ਮੈਨੂੰ ਤਾਂ ਕਈ ਵਾਰ ਨਾ ਮਤਲਬ ਸਮਝ ਹੀ ਨਹੀਂ ਆਉਂਦੀ ਹੁੰਦੀ ਵੀ ਦੱਸਣਾ ਵੀ ਇੱਥੇ ਕੀ ਕਰਨਾ ਚਾਹੀਦਾ ਵਾ ਸਾਨੂੰ, ਹੈ ਨਾ। ਮੈਨੂੰ ਲੱਗਦਾ ਹੁੰਦਾ ਕਿ ਉਹ ਚੀਜ਼ਾਂ ਸੱਚੇ ਵੱਡਿਆਂ ਦੇ ਹੱਥ 'ਚ ਹੀ ਹੋਣੀਆਂ ਚਾਹੀਦੀਆਂ ਨੇ, ਵੀ ਕਿਸੇ ਨਾਲ ਉਹਨਾਂ ਨੇ ਕਿਵੇਂ ਵਰਤਣਾ, ਕਿਹਨੂੰ ਕੀ ਦੇਣਾ ਲੈਣਾ ਵਾ, ਹੈ ਨਾ। ਨਾਲੇ ਤਾਂ ਤੁਹਾਡਾ ਬੋਝ ਘਟ ਗਿਆ, ਤੁਹਾਡੀ ਹੈਡੇਕ ਘਟ ਗਈ, ਤੁਸੀਂ ਉਹੀ ਕੰਮ ਜਾਂ ਉਹੀ ਸੋਚ ਉਹੀ એનર્ਜੀ ਆਪਣੀਆਂ ਦੂਜੀਆਂ ਚੀਜ਼ਾਂ 'ਤੇ ਲਾ ਲੈਂਦੇ ਹੋ, ਹੈ ਨਾ। ਚਲੋ ਕਿਸੇ ਨੂੰ ਸ਼ੌਂਕ ਹੋਵੇ ਤਾਂ ਕੀ ਕਹਿਣਾ, ਹੈ ਨਾ। ਪਰ ਜਿਵੇਂ ਆਹ ਦੇਣ ਲੈਣ ਜਿਹੜਾ ਹਿਸਾਬ ਕਿਤਾਬ ਹੈ ਨਾ, ਮੈਨੂੰ ਤਾਂ ਜਮਾ ਹੀ ਸ਼ੌਂਕ ਹੈ ਨਹੀਂ ਗਾ। ਮੈਨੂੰ ਆਉਂਦਾ ਵਾ ਵੀ ਜੇ ਕਿਸੇ ਨੇ ਦੇਤਾ ਤਾਂ ਵੀ ਠੀਕ ਆ, ਕੋਈ ਨਹੀਂ ਦੇ ਕੇ ਗਿਆ ਤਾਂ ਵੀ ਠੀਕ ਆ। ਤੁਸੀਂ ਜਿਹਨੂੰ ਦੇਣਾ ਆਪਦੀ ਮਰਜ਼ੀ ਦਾ, ਜੋ ਜਿਵੇਂ ਮਰਜ਼ੀ ਕਰ ਲਓ, ਤੁਹਾਡਾ ਦਿਲ ਕਰਦਾ ਤੁਸੀਂ ਦੇ ਦਿਓ, ਨਹੀਂ ਦਿਲ ਕਰਦਾ ਤੁਸੀਂ ਤੁਹਾਡਾ ਨਾ ਦੇਵੋ, ਹੈ ਨਾ। ਜਿਵੇਂ ਇੱਕ ਹੋਰ ਚੀਜ਼ ਆ, ਜਿਵੇਂ ਆਪਾਂ ਕਹਿੰਦੇ ਸੀ ਕਿ ਮੰਨ ਲਓ ਹੁਣ ਵੀ ਆਪਣੇ ਘਰੇ ਦੋਵਾਂ ਦੇ ਘਰੇ ਭਰਜਾਈਆਂ ਨੇ, ਹੈ ਨਾ। ਜਦੋਂ ਉਹ ਆਪਣੇ ਪਰਿਵਾਰ 'ਚ ਆ ਕੇ ਆਪਣੇ ਪਰਿਵਾਰ
ਦੇ ਮਾਹੌਲ ਦੇ ਅਨੁਸਾਰ ਢਲਦੀਆਂ ਨੇ, ਆਪਾਂ ਨੂੰ ਕਿੰਨਾ ਚੰਗਾ ਲੱਗਦਾ ਹੈ ਨਾ। ਜਿੱਦਾਂ ਹੁਣ ਮੇਰੇ ਸਹੁਰੇ ਪਰਿਵਾਰ 'ਚ ਹਰ 6 ਮਹੀਨੇ ਬਾਅਦ 9ਵੀਂ ਦਾ ਮੱਥਾ ਟੇਕਦਾ ਆ, ਪਰ ਸਾਡੇ ਉੱਧਰ ਪਰਿਵਾਰ 'ਚ ਜਿਵੇਂ 10ਵੀਂ ਦਾ ਮੱਥਾ ਟੇਕਦਾ ਆ ਹੈ ਨਾ। ਤਾਂ ਉਹ ਪਹਿਲਾਂ ਜਿਵੇਂ ਮੰਮੀ ਤੇ ਬ੍ਰਦਰ ਟੇਕ ਕੇ ਆਉਂਦੇ ਹੁੰਦੇ ਸੀ, ਜਾਂ ਕਿਤੇ ਸਾਡੇ ਦੋਨਾਂ ਭੈਣਾਂ 'ਚ ਕੋਈ ਨਾਲ ਚਲੇ ਗਿਆ ਤਾਂ ਉਹਨਾਂ ਨੇ ਟੇਕ ਕੇ ਆਉਣਾ ਹੈ ਨਾ। ਅਤੇ ਜਦੋਂ ਦਾ ਬ੍ਰਦਰ ਦਾ ਵਿਆਹ ਹੋਇਆ ਮੰਮੀ ਕਦੇ ਨਹੀਂ ਗਏ ਨਾ, ਤਾਂ ਉਹਨਾਂ ਨੂੰ ਐਂ ਹੁੰਦਾ ਵਾ ਵੀ ਇੱਕ ਵਾਰੀ ਮੈਂ ਫੋਨ ਕੀਤਾ, ਕਹਿੰਦੇ ਉਹ ਮੱਥਾ ਟੇਕਣ ਗਏ ਹੋਏ ਨੇ। ਮੈਂ ਕਿਹਾ ਅੱਛਾ ਭਾਬੀ ਵੀ ਗਏ ਹੋਏ ਨੇ ਨਾਲ? ਕਹਿੰਦੇ ਹਾਂ। ਮੈਨੂੰ ਇੰਨਾ ਚੰਗਾ ਲੱਗਿਆ ਵੀ ਉਹਨਾਂ ਨੇ ਤੁਹਾਡੇ ਪਰਿਵਾਰ 'ਚ ਆ ਕੇ ਤੁਹਾਡੇ ਰਸਮਾਂ ਰਿਵਾਜਾਂ ਨੂੰ ਜਾਂ ਜੋ ਤੁਸੀਂ ਮਨ ਮਨੌਤਾਂ ਕਰਦੇ ਹੋ ਨਾ, ਤੇ ਉਹਨਾਂ ਚੀਜ਼ਾਂ ਨੂੰ ਉਹ ਉਸੇ ਤਰੀਕੇ ਦੇ ਨਾਲ ਅਡੋਪਟ ਕਰ ਰਹੇ ਨੇਗੇ ਹੈ ਨਾ। ਜੇ ਹੁਣ ਉਹ ਆ ਕੇ ਕਹਿ ਦੇਣ ਵੀ ਸਾਡੇ ਤਾਂ 10ਵੀਂ ਮਨਾਉਂਦੇ ਹੀ ਨਹੀਂ ਹੈਗੇ, ਜਿਵੇਂ ਉਹਨਾਂ ਦੇ ਵੀ ਸ਼ਾਇਦ ਨਹੀਂ ਰਿਵਾਜ ਹੈਗਾ, ਤੇ ਜੇ ਜਾਂ ਮੈਂ ਕਹਿ ਦਵਾਂ ਇੱਥੇ ਆ ਕੇ ਵੀ ਸਾਡੇ ਤਾਂ 9ਵੀਂ ਦਾ ਮੱਥਾ ਟੇਕਦਾ ਹੀ ਨਹੀਂ, ਮੈਂ ਤਾਂ ਟੇਕਣਾ ਹੀ ਨਹੀਂ ਹੈਗਾ ਨਾ, ਫਿਰ ਤਾਂ ਓਬਵੀਅਸਲੀ ਉੱਥੇ ਚੀਜ਼ਾਂ ਖਰਾਬ, ਹਾਲਾਤ ਵਿਗੜਨ ਹੀ ਗਈ ਹੈ ਨਾ। ਚੀਜ਼ਾਂ ਨੂੰ ਤੁਸੀਂ ਚੰਗੇ ਉਹਦੇ 'ਚ ਲਿਜਾਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ, ਤਾਂ ਉਹ ਹਮੇਸ਼ਾ ਖਰਾਬ ਪਾਸੇ ਹੀ ਜਾਂਦੀਆਂ ਨੇਗੀਆਂ। ਸੋ ਮੈਨੂੰ ਲੱਗਦਾ ਹੁੰਦਾ ਕਿ ਥੋੜ੍ਹਾ ਜਿਹਾ ਤੁਸੀਂ ਆਪਦੇ ਨਾਲ ਜੇ ਉੱਥੋਂ ਦਾ ਮਾਹੌਲ ਲੈ ਕੇ ਵੀ ਆਉਂਦੇ ਹੋ, ਤੁਸੀਂ ਆਪਦੇ ਖਾਣ ਪੀਣ 'ਚ ਲੈ ਆਓ, ਤੁਸੀਂ ਆਪਦੇ ਕੱਪੜੇ ਲੀੜੇ 'ਚ ਲੈ ਆਓ, ਜਾਂ ਤੁਸੀਂ ਆਪਦੀ ਬੋਲੀ 'ਚ ਲੈ ਆਓ, ਜਾਂ ਕੁਛ ਵੀ ਆ ਜਿਹਦੇ ਨਾਲ ਤੁਹਾਨੂੰ ਇਹ ਨਾ ਲੱਗੇ ਕਿ ਜੇ ਤੁਸੀਂ ਵਿਆਹ ਕੇ ਇਸ ਘਰੇ ਆ ਗਏ ਹੋ ਤਾਂ ਤੁਹਾਡਾ ਸਾਰਾ ਕੁਛ ਹੀ ਖਤਮ ਹੋ ਗਿਆ, ਜਾਂ ਤੁਹਾਡੀ ਲਾਈਫ ਆ ਜਿਹੜੀ ਉਹਦਾ ਮਤਲਬ ਪਲਟਾ ਹੀ ਵੱਜ ਗਿਆ ਹੈ ਨਾ। ਪਰ ਜਿਵੇਂ ਕੁਛ ਜਿਹੜੀਆਂ ਮੇਜਰ ਚੀਜ਼ਾਂ ਨੇਗੀਆਂ ਵੀ ਉਹ ਪਰਿਵਾਰ ਗਾਹਾਂ ਆਪਦੇ ਰਿਸ਼ਤੇਦਾਰਾਂ ਦੇ ਨਾਲ, ਆਪਦੀਆਂ ਕੁੜੀਆਂ ਦੇ ਨਾਲ, ਜਾਂ ਜੋ ਵੀ ਆ ਆਪਦੇ ਰਿਸ਼ਤੇਦਾਰਾਂ ਦੇ ਨਾਲ, ਕੁੜੀਆਂ ਦੇ ਨਾਲ ਜਿਵੇਂ ਉਹ ਵਰਤਦੇ ਨੇ ਉਹਨਾਂ ਨੂੰ ਉਵੇਂ ਵਰਤਣ ਤੁਸੀਂ ਦੇਵੋ। ਮੈਨੂੰ ਲੱਗਦਾ ਉਹਨਾਂ ਚੀਜ਼ਾਂ ਤੋਂ ਤਾਂ ਉਦੋਂ ਤੱਕ ਸਾਡੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਜਿੰਨੀ ਦੇਰ ਤੱਕ ਸਾਡੀ ਜੇਬ 'ਚੋਂ ਨਹੀਂ ਜਾਣ ਲੱਗਦਾ ਹੈਗਾ ਹੈ ਨਾ। ਤੇ ਦੂਸਰੀ ਗੱਲ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਘਰ ਦਾ ਜਿਵੇਂ ਦਾ ਮਾਹੌਲ ਆ, ਵੀ ਜੇ ਕਿਸੇ ਘਰ 'ਚ ਨੌਨ ਵੈਜ ਨਹੀਂ ਖਾਧਾ ਪੀਤਾ ਜਾਂਦਾ, ਤੁਹਾਡੇ ਘਰ 'ਚ ਸੀਗਾ, ਤਾਂ ਮੈਨੂੰ ਲੱਗਦਾ ਕਿ ਵਿਆਹ ਤੋਂ ਪਹਿਲਾਂ ਵੀ ਤੁਹਾਨੂੰ ਉਹ ਚੀਜ਼ਾਂ ਪਤਾ ਹੀ ਹੁੰਦੀਆਂ ਨੇਗੀਆਂ। ਇੰਨੀ ਕੁ ਤਾਂ ਆਪਾਂ ਗੱਲ ਖੁੱਲ੍ਹ ਕੇ ਕਰਦੇ ਹਾਂ ਵੀ ਭਾਈ ਸਾਡੇ ਖਾਂਦੇ ਪੀਂਦੇ ਨਹੀਂ ਹੈਗੇ, ਤਾਂ ਮੈਨੂੰ ਲੱਗਦਾ ਉਦੋਂ ਹੀ ਤੁਹਾਨੂੰ ਪਤਾ ਹੁੰਦਾ ਵਾ ਵੀ ਉਦੋਂ ਹੀ ਤੁਸੀਂ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਿਉਂ ਨਹੀਂ ਕਰਦੇ ਹੈਗੇ ਵੀ ਇਹ ਚੀਜ਼ਾਂ ਹੁਣ ਮੈਨੂੰ ਛੱਡਣੀਆਂ ਪੈਣੀਆਂ, ਕਿਉਂਕਿ ਗਾਂਹਲੇ ਮੇਰੇ ਪਰਿਵਾਰ ਦਾ ਮਾਹੌਲ ਇਸ ਤਰੀਕੇ ਦਾ ਵਾ। ਕਈ ਪਰਿਵਾਰ ਮੈਂ ਇੱਥੋਂ ਤੱਕ ਵੀ ਕੋਆਪਰੇਟ ਕਰਦੇ ਦੇਖੇ ਨੇ ਵੀ ਉਹ ਕੁੜੀ ਨੂੰ ਕਹਿ ਦਿੰਦੇ ਨੇ ਵੀ ਦੇਖ ਆਪਣੇ ਘਰੇ ਨਹੀਂ ਪੁੱਤ ਬਣਦਾ ਹੈਗਾ, ਵੀ ਜੇ ਤੁਹਾਡਾ ਖਾਣ ਦਾ ਦਿਲ ਕਰਦਾ ਹੁੰਦਾ ਵੀ ਚਲੋ ਤੁਸੀਂ ਖਾਂਦੇ ਹੋ, ਆਪਾਂ ਤੁਹਾਨੂੰ ਮਨਾ ਨਹੀਂ ਕਰਦੇ, ਵੀ ਤੁਸੀਂ ਬਾਹਰੋਂ ਖਾ ਪੀ ਲਿਆ ਕਰੋ, ਵੀ ਆਪਣੇ ਘਰੇ ਨਹੀਂ ਪਰ ਬਣਦਾ ਹੈਗਾ ਹੈ ਨਾ। ਹੁਣ ਦੇਖੋ ਦੋਨੋਂ ਪਾਸੋਂ ਕਿੰਨੀਆਂ ਮਤਲਬ ਮਿਊਚੁਅਲ ਚੀਜ਼ਾਂ ਨੇਗੀਆਂ। ਪਰ ਜੇ ਤੁਸੀਂ ਕਹੋ ਵੀ ਪਿੱਛੇ ਤਾਂ ਸਾਡੇ ਖਾਂਦੇ ਨਹੀਂ ਸੀ, ਪਰ ਇੱਥੇ ਇਹਨਾਂ ਦੇ ਖਾਂਦੇ ਨਹੀਂ ਹੈਗੇ, ਪਰ ਮੈਂ ਜਾਣ ਕੇ ਹੀ ਉਲਟ ਜਾਣਾ, ਵੀ ਮੈਂ ਜਿੱਦ ਨਾਲ ਜਾਣ ਕੇ ਹੀ ਉਲਟ ਜਾਣਾ ਹੈ ਨਾ, ਫਿਰ ਤਾਂ ਤੁਹਾਡੀ ਮਾੜੀ ਗੱਲ ਆ ਨਾ। ਜੇ ਦੂਸਰਾ ਤੁਸੀਂ ਇਹ ਕਹੋ ਵੀ ਤੁਸੀਂ ਆਪਦੀਆਂ ਕੁੜੀਆਂ ਦੇ ਨਾਲ ਉਵੇਂ ਵਰਤਾਅ ਕਰਨਾ ਜਿਵੇਂ ਮੈਂ ਚਾਹੁੰਦੀ ਹਾਂ ਹੈ ਨਾ। ਜਦੋਂ ਆਪਾਂ ਆਪਣੇ ਪੇਕਿਆਂ ਤੋਂ ਕੁਛ ਲੈ ਕੇ ਆਉਂਦੇ ਹਾਂ ਹੈ ਨਾ, ਆਪਾਂ ਹੁੱਬ ਕੇ ਦੱਸਦੇ ਨਾ ਵੀ ਆਹ ਮੈਨੂੰ ਮੇਰੇ ਪੇਕਿਆਂ ਨੇ ਦਿੱਤਾ, ਤਾਂ ਗਾਹਲਿਆਂ ਦੀ ਕੁੜੀ ਵੀ ਉਹ ਵੀ ਹੁੱਬ ਕੇ ਦੱਸਦੀ ਆ ਵੀ ਇਹ ਮੇਰੇ ਪੇਕਿਆਂ ਨੇ ਮੈਨੂੰ ਦਿੱਤਾ। ਜਿਵੇਂ ਤੁਹਾਨੂੰ ਚੰਗਾ ਲੱਗਦਾ ਕਿ ਤੁਹਾਡਾ ਮਾਂ-ਬਾਪ ਜਾਂ ਤੁਹਾਡਾ ਭੈਣ ਭਰਾ ਤੁਹਾਡੇ ਲਈ ਕਰਕੇ ਜਾਂਦਾ, ਤਾਂ ਉਹਨਾਂ ਦੇ ਪਰਿਵਾਰ ਦੀ ਕੁੜੀ ਨੂੰ ਵੀ ਉਵੇਂ ਹੀ ਚੰਗਾ ਲੱਗਦਾ ਕਿ ਇਹ ਮੇਰੇ ਮਾਂ-ਬਾਪ ਨੇ, ਮੇਰੇ ਭਰਾ ਭਰਜਾਈ ਨੇ ਮੇਰੇ ਲਈ ਕੀਤਾ ਆ ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਆਪਦੇ ਪੇਕਿਓਂ ਤਾਂ ਅਸੀਂ ਬੜੀਆਂ ਚੀਜ਼ਾਂ ਹੁੱਬ ਲੈ ਕੇ ਆਉਂਦੇ ਹਾਂ, ਉਹਨਾਂ ਨੇ ਮੈਨੂੰ ਆਹ ਵੀ ਦਿੱਤਾ, ਉੱਥੋਂ ਲਿਆਂਦਾ ਦੁੱਧ ਦਹੀਂ ਵੀ ਆਪਾਂ ਦੱਸ ਦਿੰਦੇ ਹਾਂ ਵੀ ਅਸੀਂ ਲੈ ਕੇ ਆਏ ਸੀ, ਆਉਣ ਲੱਗਿਆ ਨੇ ਮੰਮੀ ਨੇ 2 ਕਿਲੋ ਦੀ ਕਿੰਨੀ ਘਿਓ ਦੀ ਭਰਤੀ। ਜਾਂ ਸਾਨੂੰ ਖਾਸ ਤੌਰ 'ਤੇ ਸ਼ਹਿਰਾਂ ਵਾਲਿਆਂ ਦੇ ਜਾਂ ਜਿਨ੍ਹਾਂ ਦੇ ਘਰੇ ਡੰਗਰ ਵੱਛਾ ਨਹੀਂ ਹੁੰਦਾ, ਜੇ ਪਿਛਲੇ ਪਰਿਵਾਰ 'ਚ ਹੁੰਦਾ ਤਾਂ ਉਹ ਆਪਣੇ ਇਹੀ ਦਿਨ ਲੈਣ ਬਹੁਤ ਵੱਡਾ ਹੁੰਦਾ ਹੈ ਨਾ। ਸਹੀ ਗੱਲ ਹੈ ਵੀ ਉਹਨਾਂ ਨੇ ਲੱਸੀ ਦੀ ਕਿੰਨੀ ਭਰਤੀ, ਆਪਾਂ ਤਾਂ ਉਹ ਵੀ ਚੀਜ਼ਾਂ ਸੁਣਾਉਂਦੇ ਹਾਂ ਵੀ ਮੇਰੇ ਪੇਕਿਆਂ ਨੇ ਦਿੱਤਾ ਹੈ ਨਾ। ਤੇ ਜਿਸ ਪਰਿਵਾਰ 'ਚ ਤੁਸੀਂ ਵਿਆਹ ਕੇ ਆਏ ਹੋ ਤਾਂ ਉਸ ਪਰਿਵਾਰ ਦੀ ਜਿਹੜੀ ਕੁੜੀ ਆ ਉਹਦੇ ਵੀ ਉਹ ਪੇਕੇ ਨੇਗੇ, ਤਾਂ ਉਹਨੂੰ ਵੀ ਚੰਗਾ ਲੱਗਦਾ ਵਾ ਜਦੋਂ ਪੇਕੇ ਉਹਨੂੰ ਕੋਈ ਦਿੰਦਾ। ਜਾਂ ਕਈ ਦਿੰਦੇ ਦੀ ਗੱਲ ਛੱਡੋ, ਤੁਸੀਂ ਕਈ ਵਾਰ ਨਾ ਮਿਲਣ ਗਿਲਣ ਵੀ ਨਹੀਂ ਦਿੰਦੇ ਹੈਗੇ ਲੋਕੀ, ਤੈਨੂੰ ਪਤਾ ਵੀ ਤੁਸੀਂ ਫੇਰ ਚੱਲੇ ਹੋ, ਤੁਸੀਂ ਅੱਜ ਉਹਨੂੰ ਫੇਰ ਮਿਲਣ ਚੱਲੇ ਹੋ। ਜਾਂ ਕੁੜੀ ਨੇ ਜਦੋਂ ਘਰ ਆਉਣਾ ਹੁੰਦਾ ਉੱਥੇ ਨੋ ਮੂੰਹ ਬਣਾ ਕੇ ਬਹਿ ਜਾਂਦੀ ਆ ਵੀ ਅੱਜ ਫੇਰ ਆਉਂਦੀ ਆ, ਜਾਂ ਮੈਨੂੰ ਰੋਟੀ ਟੁੱਕ ਕਰਨਾ ਪਊਗਾ, ਜਾਂ ਇਹਨੂੰ ਸਾਂਭਣਾ ਪਊ, ਜਾਂ ਦੇਖਣਾ ਪਊਗਾ ਹੈ ਨਾ। ਸੋ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦੇ 'ਤੇ ਆਪਾਂ ਇੱਕ ਈਗੋ ਕਲੈਸ਼ ਕਰ ਲੈਂਦੇ ਹਾਂ ਆਪਣੀ, ਅਤੇ ਫਿਰ ਆਪਾਂ ਕਹਿ ਦਿੰਦੇ ਹਾਂ ਵੀ ਮੇਰੇ ਨਾਲ ਤਾਂ ਸਹੁਰੇ ਬੁਰਾ ਕਰਦੇ ਨੇ, ਜਾਂ ਇਹਨਾਂ ਨੇ ਮੈਨੂੰ ਆਪਦਾ ਨਹੀਂ ਸਮਝਿਆ ਹੈਗਾ। ਜੇ ਤੁਸੀਂ ਅਗਲੇ ਦੇ ਰਿਸ਼ਤੇਦਾਰਾਂ ਨੂੰ, ਅਗਲੇ ਦੇ ਪਰਿਵਾਰ ਨੂੰ ਆਪਦਾ ਸਮਝੋਗੇ ਤਾਂ ਉਹੋ ਜਿਹੀ ਇੱਜ਼ਤ ਉਹ ਤੁਹਾਨੂੰ ਤੁਹਾਡੇ ਗਾਹਾਂ ਪਰਿਵਾਰ ਵਾਲਿਆਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਦੇਣਗੇ ਹੈ ਨਾ। ਇਹ ਤਾਂ ਵਾਈਸਾ ਵਰਸਾ ਚੀਜ਼ਾਂ ਨੇ। ਤੁਸੀਂ ਇਹੀ ਚੀਜ਼ ਆਪਾਂ ਕਹਿੰਦੇ ਹਾਂ ਗੁਰਦੀਪ ਵੀ ਪਿੱਛੇ ਜੋ ਸੀ ਉਹ ਪਿਛਲਾ ਰਹਿ ਗਿਆ ਹੈ ਨਾ। ਹੁਣ ਆਪਾਂ ਮੰਨ ਲਓ ਕਿ ਪਹਿਲਾਂ ਤਾਂ ਮੈਂ ਇੱਕ ਪਲੇਨ ਰਸਤੇ 'ਤੇ ਤੁਰੀ ਜਾਂਦੀ ਹਾਂ ਹੈ ਨਾ, ਅਤੇ ਮੈਂ ਜੇ ਕੱਚੇ 'ਤੇ ਚਲੀ ਗਈ ਤਾਂ ਮੈਂ ਪਲੇਨ ਤਰ੍ਹਾਂ ਥੋੜ੍ਹੀ ਸਟੈਪ ਲਊਂਗੀ ਹੈ ਨਾ। ਮੇਰਾ ਰਸਤਾ ਮਤਲਬ ਮੇਰਾ ਤੁਰਨ ਦਾ ਤਰੀਕਾ ਬਦਲ ਜੂਗਾ। ਸੇਮ ਉਹੀ ਚੀਜ਼ ਹੁੰਦੀ ਹੈ, ਜੋ ਤੁਸੀਂ ਛੱਡ ਕੇ ਆ ਗਏ ਉਹ ਤੁਸੀਂ ਛੱਡ ਕੇ ਆ ਗਏ ਹੈ ਨਾ। ਤੁਸੀਂ ਉਹਨੂੰ ਉੱਥੇ ਮਤਲਬ ਉਸ ਚੀਜ਼ ਨੂੰ ਤੁਸੀਂ ਆਪਣੇ ਪਾਸਟ ਨੂੰ ਪ੍ਰੈਜੈਂਟ 'ਚ ਨਹੀਂ ਨਾ ਮਿਕਸ ਕਰ ਸਕਦੇ। ਆਪਾਂ ਕਹਿੰਦੇ ਉਹਨੂੰ ਬੜੀ ਛੇਤੀ ਭੁੱਲ ਜਾਓ, ਉਹ ਤੁਹਾਡੇ ਰਿਸ਼ਤੇ ਨੇ, ਤੁਸੀਂ ਭੁੱਲ ਨਹੀਂ ਸਕਦੇ। ਤੁਹਾਡਾ ਜਾਣ ਆਉਣ, ਤੁਹਾਡਾ ਉਹਨਾਂ ਨਾਲ ਪਿਆਰ ਉਸ ਤਰੀਕੇ ਦਾ ਹੀ ਰਹਿਣਾ ਚਾਹੀਦਾ। ਪਰ ਇੱਕ
ਇੱਕ ਜੀ ਨੂੰ ਤਬਦੀਲ ਹੋਣ ਨਾਲੋਂ ਮੈਨੂੰ ਲੱਗਦਾ ਜਦੋਂ ਤੁਸੀਂ 5-6 ਨੂੰ ਤਬਦੀਲ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ ਫਿਰ ਜ਼ਿਆਦਾ ਔਖਾ ਹੁੰਦਾ। ਕਈ ਜਿਵੇਂ ਤੁਸੀਂ ਕਿਹਾ ਵੀ ਕਈ ਪਰਿਵਾਰਾਂ 'ਚ ਕੋਈ ਚੀਜ਼ ਬਣਦੀ ਹੈ, ਕਿਸੇ 'ਚ ਨਹੀਂ ਬਣਦੀ ਹੈ ਨਾ। ਮੈਨੂੰ ਪਤਾ ਵੀ ਮੇਰੇ ਇਸ ਘਰ 'ਚ ਇੰਨੀਆਂ ਚੀਜ਼ਾਂ ਬਣਦੀਆਂ ਜਿਹੜੀਆਂ ਮੇਰੇ ਪੇਕੇ ਨਹੀਂ ਬਣਦੀਆਂ ਸੀ, ਪਰ ਮੈਂ ਆਪਣਾ ਅਸੂਲ ਸਾਰੇ ਟੱਬਰ 'ਤੇ ਨਹੀਂ ਨਾ ਲਾਗੂ ਕਰ ਸਕਦੀ। ਮੇਰੀ ਚੋਇਸ ਹੈ ਕਿ ਮੈਂ ਉਹ ਚੀਜ਼ ਖਾਣੀ ਆ ਜਾਂ ਨਹੀਂ ਖਾਣੀ, ਪਰ ਮੈਂ ਇਹ ਨਹੀਂ ਕਹੂੰਗੀ ਕਿ ਮੇਰੀ ਇਕੱਲੇ ਲਈ ਤੁਸੀਂ ਉਹ 5 ਜਾਣੇ ਉਹ ਚੀਜ਼ਾਂ ਖਾਣੀਆਂ ਬੰਦ ਕਰ ਦਿਓ, ਹੈ ਨਾ। ਮੈਂ ਉਹਨਾਂ ਨੂੰ ਉਨੀ ਖੁਸ਼ੀ ਨਾਲ ਹੀ ਬਣਾ ਕੇ ਦੇਵਾਂ। ਜੇ ਉਹਨਾਂ ਨੂੰ ਚੰਗਾ ਲੱਗਦਾ ਕਿ ਅਸੀਂ ਮਤਲਬ ਲੋਕਾਂ ਨਾਲ ਖੁੱਲ੍ਹ ਕੇ ਵਰਤੀਏ, ਸਾਡੇ ਘਰ 'ਚ ਹਮੇਸ਼ਾ 4 ਜੀ ਆਉਣ, ਅਸੀਂ ਵੀ ਲੋਕਾਂ ਦੇ ਘਰ ਜਾਈਏ, ਤਾਂ ਮੈਂ ਇਹ ਨਹੀਂ ਕਹੂੰਗੀ ਵੀ ਨਹੀਂ ਮੈਂ ਤਾਂ ਕੁੰਡੀ ਲਾ ਲਈ ਜੀ ਸਾਡੇ ਘਰ 'ਚ ਕੋਈ ਨਹੀਂ ਆ ਸਕਦਾ, ਹੈ ਨਾ। ਅਗਲਾ ਮੈਨੂੰ ਦੂਜੇ ਦਿਨ ਸੁਣਾਊਗਾ ਵੀ ਸਾਡਾ ਤੇਰਾ ਘਰ ਨਹੀਂ ਹੈਗਾ, ਇਹ ਸਾਡਾ ਘਰ ਆ, ਹੈ ਨਾ। ਜਦੋਂ ਮੈਂ ਉਹਨੂੰ ਸਾਡਾ ਬਣਾ ਕੇ ਦਿਖਾਊਂਗੀ ਫਿਰ ਉਹ ਕਹਿਣਗੇ ਵੀ ਹਾਂ ਚੱਲ ਰੁਪਿੰਦਰ ਜੇ ਤੈਨੂੰ ਇਸ ਹਫ਼ਤੇ ਨਹੀਂ ਮਤਲਬ ਵੇਲ ਹੈਗਾ ਤਾਂ ਆਪਾਂ ਉਹਨਾਂ ਨੂੰ ਅਗਲੇ ਹਫ਼ਤੇ ਬੁਲਾ ਲਾਂਗੇ। ਪਰ ਜੇ ਮੈਂ ਫਰਮਾਨ ਦੇਣੇ ਸ਼ੁਰੂ ਕਰ ਦੂੰਗੀ ਨਾ ਫਿਰ ਮੈਨੂੰ ਅੱਗੋਂ ਉਸ ਤੋਂ ਦੁੱਗਣੇ ਫਰਮਾਨ ਮਿਲਣੇ ਸ਼ੁਰੂ ਹੋ ਜਾਣਗੇ। ਅਤੇ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਕੁੜੀਆਂ ਨਾ ਮਤਲਬ ਜਿਵੇਂ ਹੁਣ ਮੰਨ ਲਓ ਵੀ ਕਿਸੇ ਘਰ 'ਚ ਹੈ ਕਿ ਬੰਦੇ ਸਿਰਫ ਆਹ ਕੰਮ ਕਰਦੇ ਨੇ, ਔਰਤਾਂ ਸਿਰਫ ਆਹ ਕਰਦੀਆਂ ਨੇ, ਹੈ ਨਾ। ਉਹ ਇਹ ਨਹੀਂ ਦੇਖਦੀਆਂ ਕਿ ਜੇ ਇਸ ਘਰ 'ਚ 20-25 ਸਾਲ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ ਤੇ ਫਿਰ ਵੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਈ ਤਾਂ ਇਹਨੂੰ ਬਦਲਣ ਦੀ ਲੋੜ ਹੀ ਨਹੀਂ ਮੈਨੂੰ। ਉਹ ਫਿਰ ਉੱਥੇ ਵੀ ਬਦਲਾਅ ਚਾਹੁੰਦੀਆਂ ਨੇ, ਹੈ ਨਾ। ਕਈ ਪਰਿਵਾਰਾਂ 'ਚ ਹੁੰਦਾ ਕਿ ਬਈ ਤੁਸੀਂ ਇੰਨੇ ਵਜੇ ਤੋਂ ਬਾਅਦ ਹਨੇਰੇ ਸਵੇਰੇ ਘਰੋਂ ਬਾਹਰ ਨਹੀਂ ਜਾਂਦੇ, ਉਹਨਾਂ ਨੂੰ ਲੱਗਦਾ ਕਿ ਨਹੀਂ ਹੁਣ ਤਾਂ 21ਵੀਂ ਸਦੀ ਆ, ਅਸੀਂ ਕਰ ਸਕਦੇ ਹਾਂ, ਹੈ ਨਾ। ਆਪਾਂ ਉੱਥੇ ਦੁਨੀਆ ਨੂੰ ਫੋਲੋ ਨਹੀਂ ਕਰ ਰਹੇ, ਉੱਥੇ ਆਪਾਂ ਇੱਕ ਪਰਿਵਾਰ ਆ ਜਿਹਦੇ 'ਚ ਹਰ ਇੱਕ ਨੂੰ ਇੱਕ ਦੂਜੇ ਦੀ ਸਹਿਮਤੀ ਵੀ ਜ਼ਰੂਰੀ ਹੈ ਤੇ ਇੱਕ ਦੂਜੇ ਦੀ ਫਿਕਰ ਹੁੰਦੀ ਹੈ, ਇਸ ਲਈ ਉਹ ਤੁਹਾਡੇ ਲਈ ਛੋਟੇ-ਛੋਟੇ ਫੈਸਲੇ ਲੈਂਦੇ ਨੇ, ਹੈ ਨਾ। ਤੇ ਉਹਨਾਂ ਨੂੰ ਕਰਨ 'ਚ ਕੋਈ ਹਰਜ ਵੀ ਨਹੀਂ। ਤੁਸੀਂ ਮੰਨੋਗੇ ਕਿ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਕੁੜੀਆਂ ਨੇ ਜਿਹੜੀਆਂ ਬੱਚਿਆਂ ਨੂੰ ਆਪਦੇ ਦਾਦਾ ਦਾਦੀ ਨਾਲ ਟਾਈਮ ਨਹੀਂ ਸਪੈਂਡ ਕਰਨ ਦਿੰਦੀਆਂ। ਬਿਲਕੁਲ ਸਹੀ ਆ, ਹਾਂ। ਉਹਨਾਂ ਨੂੰ ਲੱਗਦਾ ਕਿ ਇਹ ਤੁਹਾਨੂੰ ਪੁਰਾਣੇ ਖਿਆਲਾਤ ਸਿਖਾ ਦੇਣਗੇ, ਇਹ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਸਿਖਾ ਦੇਣਗੇ ਨਾ, ਜਾਂ ਵੈਸੇ ਹੀ ਹੁੰਦਾ ਵੀ ਇਹਨਾਂ ਨਾਲ ਪਿਆਰ ਨਾ ਪੈ ਜਾਵੇ, ਉਹ ਹਮੇਸ਼ਾ ਆਪਦੇ ਪੇਕਿਆਂ ਨੂੰ ਹੀ ਮੂਹਰੇ ਰੱਖਣਗੀਆਂ। ਬਿਲਕੁਲ। ਜਦ ਕਿ ਤੁਸੀਂ ਆਪਣੇ ਪਾਸਟ 'ਚ ਜਾ ਕੇ ਦੇਖੋ, ਸਾਡੇ ਦਾਦਾ ਦਾਦੀਆਂ ਦੇ ਚਾਹੇ ਸਾਡੀ ਮਾਵਾਂ ਨਾਲ ਜਮਾਂ ਹੀ ਨਹੀਂ ਸੀ ਬਣਦੀ, ਪਰ ਜਿਹੜਾ ਸਾਡੇ ਲਈ ਉਹਨਾਂ ਦਾ ਪਿਆਰ ਸੀ ਨਾ, ਤੇ ਤੁਹਾਡਾ ਬੱਚਾ ਉਸ ਪਿਆਰ ਤੋਂ ਮਰਹੂਮ ਰਹਿੰਦਾ ਤਾਂ ਇਹਦਾ ਮਤਲਬ ਤੁਸੀਂ ਗਲਤ ਹੋ ਫਿਰ ਉਸ ਚੀਜ਼ 'ਚ। ਆਪਾਂ ਨੂੰ ਕਦੇ ਨਹੀਂ ਭੈਣੇ ਫਰਕ ਲੱਗਿਆ ਵੀ ਆਪਣੇ ਨਾਨਾ ਨਾਨੀ ਤੇ ਦਾਦਾ ਦਾਦੀ 'ਚ ਆਪਾਂ ਨੂੰ ਹਮੇਸ਼ਾ ਆਪਦੇ ਦਾਦਕਿਆਂ ਦੀ ਮਿਹਰ ਜ਼ਿਆਦਾ ਪਿਆਰੇ ਲੱਗਦੇ ਰਹੇ ਨੇ, ਹੈ ਨਾ। ਤੇ ਕਿਸੇ ਵੀ ਪਰਿਵਾਰ ਦਾ ਕੋਈ ਬਿਜ਼ਨਸ ਇਕੱਠਾ, ਕੋਈ ਜਾਇਦਾਦ ਇਕੱਠਾ, ਮੈਨੂੰ ਲੱਗਦਾ ਵੀ ਨੂੰਹ ਦੀ ਇੰਟਰਫੇਰੈਂਸ ਉਹਦੇ 'ਚ ਕਦੀ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਤੁਹਾਨੂੰ ਲੱਗਦਾ ਵੀ ਤੁਹਾਡਾ ਪਰਸਨਲ ਨੁਕਸਾਨ ਇਹਦੇ 'ਚ ਨਹੀਂ ਹੋ ਰਿਹਾ, ਹੈ ਨਾ। ਤੁਹਾਡਾ ਘਰ ਵਾਲਾ, ਉਹਨੂੰ ਆਪਣੇ ਰਿਸ਼ਤੇਦਾਰ ਚੰਗੇ ਲੱਗਦੇ ਨੇ, ਉਹਨੂੰ ਆਪਣੇ ਮਾਂ ਪਿਓ ਬਹੁਤ ਚੰਗੇ ਲੱਗਦੇ ਨੇ, ਉਹਨੂੰ ਮੰਨ ਲਓ ਮੈਂ ਸਾਡੀ ਫੈਮਿਲੀ 'ਚ ਸਭ ਨੂੰ ਆਪਣੇ ਚਾਚਾ ਜੀ ਬਹੁਤ ਜ਼ਿਆਦਾ ਚੰਗੇ ਲੱਗਦੇ ਸੀ, ਹੈ ਨਾ। ਉਹਨਾਂ ਲਈ ਚਾਚੀ ਵੀ ਆਪਣੀ ਮਾਂ ਹੈ, ਅਤੇ ਜੇ ਮੈਂ ਉਹਨਾਂ ਨੂੰ ਭਰਨਾ ਸ਼ੁਰੂ ਕਰ ਦੂੰ ਵੀ ਨਹੀਂ ਮਤਲਬ ਤੁਸੀਂ ਉਹਨਾਂ ਤੋਂ ਕੀ ਲੈਣਾ, ਹੈ ਨਾ, ਤਾਂ ਫਿਰ ਉਹ ਮੈਨੂੰ 6-7 ਜਾਣਿਆਂ ਦੇ ਮੁਕਾਬਲੇ ਇਕੱਲੀ ਖੜੀ ਕਰ ਦੇਣਗੇ ਵੀ ਬਾਕੀ ਸਾਰੇ ਠੀਕ ਨੇ, ਆਹ ਇੱਕ ਆ ਜਿਹੜੀ ਮਤਲਬ ਇਹਦੀ ਸੋਚ ਅਲੱਗ ਬਣਦੀ ਜਾ ਰਹੀ ਹੈ ਨਾ। ਤੇ ਤੁਹਾਡੇ ਬੱਚਿਆਂ ਨੂੰ ਆਪਦੇ ਦਾਦਾ ਦਾਦੀ ਪਿਆਰੇ ਲੱਗਦੇ ਨੇ, ਉਹਨਾਂ ਨੂੰ ਉਹਨਾਂ ਨਾਲ ਰਹਿਣ ਦਿਓ। ਜੇ ਕੋਈ ਬੰਦਾ ਆਪਦੀ ਭੈਣ ਨੂੰ ਜ਼ਿਆਦਾ ਮਾਣ ਦੇ ਰਿਹਾ, ਮਾਂ ਨੂੰ ਮਾਣ ਦੇ ਰਿਹਾ, ਤਾਂ ਮੈਨੂੰ ਲੱਗਦਾ ਤੁਸੀਂ ਉਹਦੇ 'ਚ ਵੀ ਰਿਲੈਕਸ ਰਹੋ ਵੀ ਯਾਰ ਮੈਂ ਤਾਂ ਹਲੇ ਇਹਦੇ ਨਾਲ ਸਾਲ ਪਹਿਲਾਂ ਜੁੜੀਆਂ। ਜੇ ਸਾਲ ਪਹਿਲਾਂ ਜੁੜੇ ਬੰਦੇ ਲਈ ਕੋਈ ਬੰਦਾ 20 ਸਾਲ ਵਾਲੇ ਨੂੰ ਭੁੱਲ ਰਿਹਾ ਨਾ, ਤਾਂ ਡੈਫੀਨੇਟਲੀ ਉਹ ਤੁਹਾਨੂੰ ਸਾਲ ਵਾਲੇ ਨੂੰ ਵੀ ਇੱਕ ਸਟੇਜ 'ਤੇ ਜਾ ਕੇ ਭੁੱਲ ਸਕਦਾ, ਹੈ ਨਾ। ਅਨਲੈਸ ਵੀ ਤੁਹਾਡੇ ਨਾਲ ਘਰ ਦੇ ਵਿੱਚ ਕੋਈ ਉਦਾਂ ਦੀ ਗੱਲ ਨਹੀਂ ਹੋਈ ਜਿਸ 'ਚ ਤੁਹਾਨੂੰ ਲੱਗਿਆ ਵੀ ਨਹੀਂ ਵੀ ਤੂੰ ਮੇਰੇ ਲਈ ਸਟੈਂਡ ਲੈ, ਹੈ ਨਾ। ਉੱਥੇ ਲੈਣਾ ਵੀ ਬਣਦਾ। ਹੁਣ ਮੰਨ ਲਓ ਕਿ ਮੈਨੂੰ ਮੇਰੇ ਸਹੁਰੇ ਇੰਡਾਇਰੈਕਟਲੀ ਟੌਰਚਰ ਕਰੀ ਜਾਣ, ਤੂੰ ਆਹ ਨਹੀਂ ਲੈ ਕੇ ਆਈ, ਆਹ ਨਾ ਕਰੀ, ਫਿਰ ਵੀ ਮੈਂ ਉੱਥੇ ਕਹਾਂ ਵੀ ਨਹੀਂ ਯਾਰ ਇਹ ਮੇਰਾ ਪਰਿਵਾਰ ਹੈ, ਨਹੀਂ ਫਿਰ ਮੈਨੂੰ ਬੋਲਣਾ ਵੀ ਚਾਹੀਦਾ, ਹੈ ਨਾ। ਅਤੇ ਮੈਨੂੰ ਉਮੀਦ ਵੀ ਹੋਊ ਵੀ ਮੇਰਾ ਹਸਬੈਂਡ ਮੇਰੀ ਸਪੋਰਟ ਕਰੇ। ਪਰ ਜੇ ਮੈਂ ਅੱਜ ਅਸੀਂ ਦੋਵੇਂ ਜੀ 1.5 ਲੱਖ ਰੁਪਏ ਕਮਾ ਰਹੇ ਹਾਂ, ਫਿਰ ਵੀ ਮੈਂ ਕਹਾਂ ਵੀ ਤੁਸੀਂ ਆਪਣੇ ਪਾਪਾ ਤੋਂ ਹਿੱਸਾ ਕਿਉਂ ਨਹੀਂ ਲੈ ਰਹੇ, ਤੁਸੀਂ ਆਪਣੇ ਪਾਪਾ ਤੋਂ ਜਾਇਦਾਦ ਕਿਉਂ ਨਹੀਂ ਲੈ ਰਹੇ। ਮੈਂ ਉਸ ਜਾਇਦਾਦ ਨੂੰ ਕੀ ਕਰੂੰਗੀ ਜੇ ਮਤਲਬ ਇੱਕ ਪਿਓ ਤੇ ਇੱਕ ਉਹਦੇ ਪੁੱਤ 'ਚ ਇੰਨਾ ਜ਼ਿਆਦਾ ਫਰਕ ਪੈ ਜਾਏ, ਹੈ ਨਾ। ਜੇ ਮੇਰੇ ਸਹੁਰੇ ਮੈਨੂੰ ਨੋ ਘੱਟ ਇੱਕ ਲਾਲਚੀ ਇਨਸਾਨ ਜ਼ਿਆਦਾ ਸਮਝਣ ਲੱਗ ਜਾਣ ਤਾਂ ਮੈਂ ਉਸ ਚੀਜ਼ ਨੂੰ ਕੀ ਕਰੂੰ। ਤੁਸੀਂ ਕਦੀ ਦੇਖਿਆ ਕਿ ਕੋਈ ਮਾਂ ਪਿਓ ਮਤਲਬ ਆਪਣਾ ਬੱਚਾ ਔਖਾ ਹੋਵੇ ਤੇ ਫਿਰ ਮੰਗੇ ਤੇ ਉਹਨੂੰ ਮਦਦ ਨਾ ਦੇਣ। ਜਦੋਂ ਤੁਹਾਨੂੰ ਲੋੜ ਪਊਗੀ ਉਹਨਾਂ ਨੇ ਤੁਹਾਨੂੰ ਦੇ ਹੀ ਦੇਣਾ, ਹੈ ਨਾ। ਆਪਾਂ ਤਾਂ ਹਮੇਸ਼ਾ ਕਹਿੰਦੇ ਹਾਂ ਕਿ ਬਜ਼ੁਰਗਾਂ ਦੀ ਸਭ ਤੋਂ ਜ਼ਿਆਦਾ ਬੁਰੀ ਹਾਲਤ ਉਦੋਂ ਹੀ ਹੁੰਦੀ ਹੈ ਜਦੋਂ ਆਪਦੇ ਹੱਥ ਪਹਿਲਾਂ ਹੀ ਵੱਢ ਕੇ ਤੁਹਾਡੇ ਹੱਥਾਂ 'ਚ ਧਰ ਦਿੰਦੇ ਨੇ, ਹੈ ਨਾ। ਉਹਨਾਂ ਨੂੰ ਮੈਨੂੰ ਲੱਗਦਾ ਕਿ ਦੂਜੇ ਘਰ 'ਚ ਜਦੋਂ ਤੁਸੀਂ ਜਾਂਦੇ ਹੋ ਉਹਨਾਂ ਨੂੰ ਕਹੋ ਭਾਈ ਜਿਵੇਂ ਜਿਉਂ ਰਹੇ ਹੋ ਉਵੇਂ ਜਿਉਂ, ਸਗੋਂ ਮੈਂ ਹੁਣ ਇਸ ਘਰ ਨੂੰ ਸੰਭਾਲਣ ਵਾਲੀ ਆ ਗਈ, ਤੁਸੀਂ ਆਪਣੀ ਸਿਹਤ 'ਤੇ ਵੱਧ ਤੋਂ ਵੱਧ ਧਿਆਨ ਦਿਓ। ਜੇ ਬਜ਼ੁਰਗ ਤੰਦਰੁਸਤ ਹੋਣਗੇ ਨਾ, ਯਕੀਨਨ ਤੁਹਾਡੀ ਆਪਣੀ ਜਿਹੜੀ ਉਸ ਟਾਈਮ ਵਾਲਾ ਟਾਈਮ ਪੀਰੀਅਡ ਆ ਤੁਸੀਂ ਜ਼ਿਆਦਾ ਇੰਜੋਏ ਕਰੋਗੇ। ਜੇ ਬਜ਼ੁਰਗ ਮੰਜੇ 'ਤੇ ਪਏ ਆ, ਤੁਹਾਡਾ ਸਾਰਾ ਟਾਈਮ ਉਹਨਾਂ ਦੀ ਦੇਖਭਾਲ 'ਤੇ ਲੰਘ ਜੂਗਾ, ਹੈ ਨਾ। ਨਾਲੇ ਭੈਣੇ ਹੁਣ ਨਾ ਕਿਸੇ ਕੋਲੇ ਇੰਨਾ ਜ਼ਿਆਦਾ ਸਮਾਂ ਨਹੀਂ ਹੁੰਦਾ ਵੀ ਕੋਈ ਕਿਸੇ ਦੇ ਘਰੇ ਜਾ ਕੇ ਬਹਿ ਗਿਆ, ਹੈ ਨਾ।
ਤੇ ਮੈਨੂੰ ਲੱਗਦਾ ਸਾਡੇ ਕੋਲੇ ਥੋੜਾ ਥੋੜਾ ਸਮਾਂ ਹੁੰਦਾ ਵਾ ਕਿ ਵੀ ਕਈ ਵਾਰੀ ਜਿਵੇਂ ਮੇਰੇ ਭਾਬੀ ਹੱਸਦੇ ਹੁੰਦੇ ਵੀ ਤੁਸੀਂ 24 ਘੰਟੇ ਵੀ ਪੂਰੇ ਨਹੀਂ ਕੱਢ ਕੇ ਜਾਂਦੇ ਹੈਗੇ ਹਨਾ, ਵੀ ਆਉਂਦੇ ਹੋ ਰਾਤ ਰਹਿੰਦੇ ਹੋ ਤੇ ਚਲੇ ਜਾਂਦੇ ਹੋ, ਜਾਂ ਆਉਂਦੇ ਹੋ ਸਵੇਰੇ ਤੇ ਸ਼ਾਮ ਨੂੰ ਤੁਸੀਂ ਚਲੇ ਜਾਂਦੇ ਹੋ ਹਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਕੋਲੇ ਥੋੜਾ ਥੋੜਾ ਸਮਾਂ ਵਾ ਹਨਾ, ਉਹੀ ਸਮਾਂ ਜੇ ਅਸੀਂ ਇੱਕ ਦੂਜੇ ਦੇ ਨਾਲ ਗੱਲ ਕਰਕੇ ਹਨਾ, ਨਾਲੇ ਤਾਂ ਵੈਸੇ ਵੀ ਆਪਾਂ ਨੂੰ ਮੈਂਟਲ ਹੈਲਥ ਦੇ ਇੰਨੇ ਇਸ਼ੂਜ਼ ਨੇਗੇ ਵੀ ਜੇ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਉਲਝਣ ਦੀ ਬਜਾਏ ਹਨਾ, ਤੁਸੀਂ ਕਹੋ ਵੀ ਮੇਰੇ ਕੋਲ ਇੱਕ ਮੇਰਾ ਪਰਿਵਾਰ ਆ ਜਿੱਥੇ ਜਾ ਕੇ ਮੈਂ ਹਰ ਤਰ੍ਹਾਂ ਦੀ ਗੱਲ ਕਰ ਸਕਦਾ, ਜਿੱਥੇ ਜਾ ਕੇ ਮੈਂ ਮੈਂਟਲੀ ਰਿਲੈਕਸ ਫੀਲ ਕਰ ਸਕਦਾ। ਜੇ ਮੇਰੇ ਘਰੇ ਕੋਈ ਦਿੱਕਤ ਆ ਤਾਂ ਮੈਨੂੰ ਇਹ ਹੌਸਲਾ ਹੋਣਾ ਚਾਹੀਦਾ ਵੀ ਮੇਰੇ ਭਰਾ ਭਰਜਾਈ ਜਾਂ ਮੇਰੇ ਮਾਂ-ਬਾਪ ਮੇਰੀ ਇਸ ਸਿਚੁਏਸ਼ਨ 'ਚ ਆ ਕੇ ਖੜਨਗੇ ਹਨਾ। ਸੋ ਜਿਵੇਂ ਤੁਸੀਂ ਉਮੀਦ ਰੱਖਦੇ ਹੋ ਆਪਦੇ ਪਰਿਵਾਰ ਤੋਂ, ਮੈਨੂੰ ਲੱਗਦਾ ਕਿ ਜਿਸ ਪਰਿਵਾਰ 'ਚ ਤੁਸੀਂ ਵਿਆਹ ਕੇ ਗਏ ਹੋ ਉਸ ਪਰਿਵਾਰ ਦੀ ਜਿਹੜੀ ਕੁੜੀ ਆ ਉਹਨੂੰ ਵੀ ਤੁਹਾਡੇ ਤੋਂ ਆਸਾਂ ਉਮੀਦਾਂ ਉਸੇ ਤਰ੍ਹਾਂ ਹੁੰਦੀਆਂ ਨੇ ਨਾ। ਹੁਣ ਇਹ ਬਹੁਤ ਪ੍ਰੈਕਟੀਕਲ ਗੱਲ ਆ, ਪਰ ਸਾਡੇ 'ਚ ਨਣਦ ਭਰਜਾਈ ਦਾ ਰਿਸ਼ਤਾ ਇੰਨਾ ਖੂਬਸੂਰਤ ਹੋ ਸਕਦਾ, ਪਰ ਕਈ ਭਰਜਾਈਆਂ ਨਾ ਸਿਰਫ ਨਣਦ ਦੇ ਘਰ ਦੀ ਸੂਈ ਲੈਂਦੀਆਂ ਰਹਿੰਦੀਆਂ ਨੇ। ਹਾਂ ਵੀ ਮੈਂ ਉਹ ਸੁਣਾ ਕੇ ਸੱਸ ਸਹੁਰੇ ਨੂੰ ਵੀ ਇਹ ਵੀ ਉਹਦੇ ਘਰੇ ਵੀ ਮੇਰੀ ਜਿਹੜੀ ਨਣਦ ਆ ਉਹਦੇ ਘਰੇ ਆਪ ਮਤਲਬ ਉਹਦੇ ਪਰਿਵਾਰ ਦੇ ਨਾਲ ਮਿਲਣਾ ਗਿਲਣਾ ਕਿਹੋ ਜਿਹਾ ਜਾਂ ਕਿਵੇਂ ਦਾ ਉਹਨਾਂ ਦਾ ਹੈਗਾ, ਕਿਵੇਂ ਦੀ ਉਹਨਾਂ ਦੀ ਨਿਭਦੀ ਉਹਦੀ ਸੱਸ ਨਾਲ, ਉਹਦੀ ਦਰਾਣੀ ਜਠਾਣੀ ਨਾਲ, ਜਾਂ ਗਾਹਾਂ ਉਹਨਾਂ ਦੀਆਂ ਨਣਦਾਂ ਦੇ ਨਾਲ। ਉਹਨਾਂ ਦਾ ਇਹ ਨਹੀਂ ਹੁੰਦਾ ਕਿ ਉਹ ਆਪਦੇ ਘਰੇ ਆ ਵਿਆਹ ਕੇ ਖੁਸ਼ ਆ ਵੀ ਮੈਂ ਆਪਦੇ ਘਰੇ ਖੁਸ਼ ਰਵਾਂ ਹਨਾ, ਪਰ ਉਹਨਾਂ ਦਾ ਜ਼ੋਰ ਕੀ ਲੱਗਿਆ ਹੁੰਦਾ ਵੀ ਨਹੀਂ ਮੈਨੂੰ ਮੇਰੀ ਨਣਦ ਦੇ ਘਰ ਦੀ ਹਰ ਗੱਲ ਤੇ ਹਰ ਸੂਹ ਹੋਣੀ ਚਾਹੀਦੀ ਹੈ, ਤਾਂ ਕਿ ਉਹ ਗੱਲਾਂ ਵਿੱਚ ਮੈਨੂੰ ਪਤਾ ਹੋਣਗੀਆਂ ਤਾਂ ਮੈਂ ਆਪਦੀ ਨਣਦ ਨੂੰ ਵੀ ਕੁਝ ਗੱਲਾਂ ਸੁਣਾ ਸਕਦੀ ਹਾਂ, ਤਾਂ ਮੈਂ ਆਪਦੀ ਸੱਸ ਸਹੁਰੇ ਨੂੰ ਵੀ ਕੁਝ ਗੱਲਾਂ ਸੁਣਾ ਸਕਦੀ ਹਾਂ ਹਨਾ। ਪਰ ਮੈਨੂੰ ਲੱਗਦਾ ਹੁੰਦਾ ਵੀ ਜਿਹਦੇ ਪਿੱਛੇ ਤੁਸੀਂ ਇੰਨੀ ਜੱਦੋਜਹਿਦ ਕਰ ਰਹੇ ਹੋ ਫਲਾਣੇ ਬੰਦੇ ਨੂੰ ਭਾਵੇਂ ਕੋਈ ਫਰਕ ਪੈਂਦਾ ਵੀ ਆ ਭਾਵੇਂ ਨਹੀਂ ਵੀ ਪੈਂਦਾ ਤੁਹਾਡੀ ਕਿਸੇ ਕਹੀ ਗੱਲ ਦਾ ਹਨਾ। ਸੋ ਇਹ ਵੀ ਚੀਜ਼ਾਂ ਬਹੁਤ ਨੇਗੀਆਂ ਵੀ ਅਕਸਰ ਭਰਜਾਈਆਂ ਨੂੰ ਇਹ ਹੁੰਦਾ ਵਾ ਵੀ ਨਣਦ ਦੇ ਘਰ ਦੀ ਸਾਨੂੰ ਹਰ ਗੱਲ ਪਤਾ ਹੋਵੇ ਵੀ ਇਹਦੀ ਆਪਦੇ ਸੱਸ ਸਹੁਰੇ ਨਾਲ, ਆਪਦੀ ਦਰਾਣੀ ਜਠਾਣੀ ਨਾਲ, ਜਾਂ ਆਪਦੀਆਂ ਨਣਦਾਂ ਦੇ ਨਾਲ, ਜਾਂ ਆਪਦੇ ਰਿਸ਼ਤੇਦਾਰਾਂ ਦੇ ਨਾਲ ਇਹਨਾਂ ਦੀ ਕਿਵੇਂ ਦੀ ਬਣਦੀ ਆ। ਹੋ ਸਕਦਾ ਵਾ ਉਹਦੀ ਕਿਸੇ ਇੱਕ ਪਰਿਵਾਰਕ ਮੈਂਬਰ ਦੇ ਨਾਲ ਨਾ ਵੀ ਬਣਦੀ ਹੋਵੇ, ਹੋ ਸਕਦਾ ਉਹਦੇ ਕਿਸੇ ਰਿਸ਼ਤੇਦਾਰ ਦੇ ਨਾਲ ਉਵੇਂ ਦਾ ਲਗਾਵ ਨਾ ਵੀ ਹੋਵੇ, ਇਹ ਵੀ ਬਹੁਤ ਚੀਜ਼ਾਂ ਪੋਸੀਬਲ ਹੁੰਦੀਆਂ ਨੇ। ਹੋ ਸਕਦਾ ਵੀ ਸੱਚੀ ਉਹਨਾਂ ਦੀ ਮੱਤ ਨਾ ਰਲਦੀ ਹੋਣ ਕਰਕੇ ਉਹਨਾਂ ਦਾ ਆਪਸ ਦੇ ਵਿੱਚ ਚੰਗਾ ਸੰਬੰਧ ਨਾ ਹੋਵੇ ਹੈ ਨਾ। ਕਈ ਵਾਰ ਜਦੋਂ ਤੁਹਾਡੀ ਸੋਚ ਵੀ ਨਹੀਂ ਰਲਦੀ ਹੈਗੀ ਉੱਥੇ ਵੀ ਤੁਹਾਡਾ ਰਿਸ਼ਤਾ ਡਿਵੈਲਪ ਨਹੀਂ ਹੁੰਦਾ ਹੈਗਾ। ਜਾਂ ਕਈ ਵਾਰੀ ਆਪਾਂ ਪਤਾ ਕੀ ਕਰਦੇ ਹਾਂ ਵੀ ਮਤਲਬ ਭਰਾ ਤਾਂ ਸਾਡਾ ਹੈਗਾ, ਮਾਂ-ਬਾਪ ਵੀ ਸਾਡੇ ਹੈਗੇ ਨੇ, ਪਰ ਭਰਜਾਈ ਸਾਡੀ ਨਹੀਂ ਹੈਗੀ, ਉਹਨੂੰ ਅਸੀਂ ਐਕਸੈਪਟ ਨਹੀਂ ਕਰਦੇ। ਸੋ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਪਲਿਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਤੁਸੀਂ ਵਾਪਸ ਇਕੱਠੇ ਹੋਣ ਦੀ ਕਦੇ ਉਮੀਦ ਹੀ ਨਹੀਂ ਰੱਖਦੇ। ਸੋ ਤੁਹਾਡੇ ਘਰ ਦਾ ਮਾਹੌਲ ਆ ਤੁਸੀਂ ਉਸ ਤਰੀਕੇ ਦੇ ਨਾਲ ਨਿਭਾਉਂਗੇ, ਮੇਰੇ ਘਰ ਦਾ ਜਿਵੇਂ ਦਾ ਮਾਹੌਲ ਆ ਮੈਂ ਉਸ ਤਰੀਕੇ ਦੇ ਨਾਲ ਨਿਭਾਉਂਗੀ ਹੈ ਨਾ। ਇਹ ਨਹੀਂ ਹੈਗਾ ਕਿ ਮੈਂ ਕੱਲ੍ਹ ਨੂੰ ਆਪਦੀ ਨਣਦ ਦੇ ਘਰ ਦਾ ਹੀ ਭੇਤ ਲੈ ਕੇ ਕਹੀ ਆਵਾਂ ਕਿਉਂ ਦੀਦੀ ਕਿਹੜਾ ਐਂ ਕਰਦੇ ਨੇ, ਜਾਂ ਵੱਡੇ ਭੈਣ ਜੀ ਕਿਹੜਾ ਐਂ ਕਰਦੇ ਨੇ, ਕਿ ਉਹਨਾਂ ਦੀ ਕਿਹੜੇ ਕਿਸੇ ਨਾਲ ਬਣਦੀ ਹੈ, ਜਾਂ ਉਹ ਤਾਂ ਆਪਦੇ ਘਰੇ ਇਹੋ ਜਿਹਾ ਕੱਪੜਾ ਲੀੜਾ ਪਾਉਂਦੇ ਨੇ। ਉਹ ਬਈ ਪਾਉਂਦੇ ਨੇ ਆਪਦੇ ਘਰ ਦੇ ਮਾਹੌਲ ਦੇ ਹਿਸਾਬ ਨਾਲ। ਹਾਂ ਜੋ ਉਹਨਾਂ ਨੂੰ ਮਿਲਦਾ ਹੈ, ਜੋ ਉਹਨਾਂ ਕੋਲ ਹੈ, ਤੁਸੀਂ ਰਹੋਗੇ ਤੁਸੀਂ ਆਪਦੇ ਘਰ ਦੇ ਮਾਹੌਲ ਦੇ ਹਿਸਾਬ ਨਾਲ। ਤੁਹਾਡੇ ਪਰਿਵਾਰ 'ਚ ਜਿਹੜੀ ਕੁੜੀ ਤੁਹਾਡੇ ਪੇਕੇ ਕੋਈ ਤੁਹਾਡੀ ਭਰਜਾਈ ਵਿਆਹ ਕੇ ਆਈ ਹੋਈ ਆ ਉਹ ਰਹੂਗੀ ਤੁਹਾਡੇ ਪਰਿਵਾਰ ਦੇ ਹਿਸਾਬ ਦੇ ਨਾਲ ਹੈ ਨਾ। ਸੋ ਬਹੁਤੀ ਵਾਰੀ ਐਵੇਂ ਹੁੰਦਾ ਆ ਜ਼ਰੂਰ ਕਿ ਆਪਾਂ ਗਾਂਹਲੇ ਬੰਦੇ ਦੇ ਬਾਰੇ ਤਾਂ ਸੋਚਦੇ ਹਾਂ ਆਪਦੀ ਨਣਦ ਬਾਰੇ ਜਾਂ ਆਪਦੀ ਭਰਜਾਈ ਬਾਰੇ ਵੀ ਉਹ ਇਸ ਤਰੀਕੇ ਨਾਲ ਨਹੀਂ ਰਹਿੰਦੀ, ਸਾਡੇ ਪਰਿਵਾਰ 'ਚ ਤਾਂ ਇਹੋ ਜਿਹਾ ਮਾਹੌਲ ਆ। ਪਰ ਤੁਸੀਂ ਵੀ ਤਾਂ ਇੱਕ ਪਰਿਵਾਰ 'ਚ ਆਏ ਹੋ, ਤੁਸੀਂ ਵੀ ਇੱਕ ਮਾਹੌਲ 'ਚ ਆਏ ਹੋ, ਕਿ ਤੁਸੀਂ ਉਸ ਮਾਹੌਲ ਅਨੁਸਾਰ ਢਲਣ ਦੀ ਜਾਂ ਉਹਨਾਂ ਚੀਜ਼ਾਂ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀਆਂ ਕਿ ਚਿਰਾਂ ਤੋਂ ਹੀ ਚੱਲਦੀਆਂ ਆ ਰਹੀਆਂ ਨੇਗੀਆਂ ਹੈ ਨਾ। ਜਿਵੇਂ ਹੁਣ ਸਾਡੇ ਘਰ ਦਾ ਮਾਹੌਲ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਆ, ਤਾਂ ਓਬਵੀਅਸਲੀ ਭਾਬੀ ਜਿਸ ਪਰਿਵਾਰ 'ਚੋਂ ਆਏ ਹੋਣਗੇ ਉਹਨਾਂ ਦੇ ਪਰਿਵਾਰ ਦਾ ਅਲੱਗ ਤਰ੍ਹਾਂ ਦਾ ਮਾਹੌਲ ਆ ਹੈ ਨਾ। ਕੁਛ ਚੀਜ਼ਾਂ ਉਹ ਨਾਲ ਆਪਣੇ ਲੈ ਕੇ ਆਉਣਗੇ, ਪਰ ਕੁਛ ਚੀਜ਼ਾਂ ਉਹ ਸਾਡੇ ਪਰਿਵਾਰ ਦੀਆਂ ਆ ਕੇ ਅਡੋਪਟ ਕਰਨਗੇ ਨਾ। ਸਾਨੂੰ ਵੀ ਚੰਗਾ ਲੱਗੂਗਾ। ਮੈਂ ਜਿਸ ਪਰਿਵਾਰ 'ਚ ਅੱਗੇ ਵਿਆਹ ਕੇ ਗਈ ਹਾਂ ਤਾਂ ਪਿਛਲੇ ਪਰਿਵਾਰ ਦਾ ਥੋੜ੍ਹਾ ਜਿਹਾ ਕੁਛ ਨਾਲ ਲੈ ਕੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਉਹ ਅਗਲੇ ਪਰਿਵਾਰ ਦੀਆਂ ਜਾ ਕੇ ਅਡੋਪਟ ਕਰੂੰਗੀ ਹੈ ਨਾ। ਅਤੇ ਇੱਥੇ ਮੈਨੂੰ ਲੱਗਦਾ ਇੱਕ ਉਹ ਵੀ ਟੌਪਿਕ ਆਪਾਂ ਮਿਸ ਕਰ ਰਹੇ ਹਾਂ ਵੀ ਕਈ ਵਾਰ ਕੁੜੀ ਵਾਲੇ ਸਿਰਫ ਆਪਦੇ ਮੁੰਡੇ ਅਤੇ ਜਵਾਈ ਤੱਕ ਹੀ ਰਿਸ਼ਤਾ ਰੱਖਦੇ ਨੇਗੇ, ਗਾਂ ਵਾਲੇ ਪਰਿਵਾਰ ਨੂੰ ਉਨੀ ਤਵੱਜੋ ਜਾਂ ਉਨਾ ਸਤਿਕਾਰ ਨਹੀਂ ਦਿੰਦੇ ਹੈਗੇ। ਸਹੀ ਗੱਲ ਆ ਗੁਰਦੀਪ, ਇਹ ਵੀ ਚੀਜ਼ਾਂ ਹੁੰਦੀਆਂ ਨੇ। ਜਿਵੇਂ ਅੱਜ ਕੱਲ੍ਹ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਵੀ ਕੁੜੀ ਵਾਲੇ ਪਰਿਵਾਰ ਨੇ ਨਾ ਜਿਹੜੇ ਉਹ ਮਤਲਬ ਜ਼ਿਆਦਾਤਰ ਹੈ ਨਾ ਸਹੁਰੇ ਪਰਿਵਾਰ 'ਚ ਉਹਦੇ 'ਚ ਦਖਲ ਅੰਦਾਜ਼ੀ ਨਹੀਂ ਸੀ ਕਰਦੇ ਹੁੰਦੇ। ਮਤਲਬ ਹਾਂ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਵੀ ਨੇ ਜਿਹੜੇ ਕੁੜੀ ਵਿਆਹ ਕੇ ਉਹਦੀ ਸਾਰ ਹੀ ਨਹੀਂ ਲੈਂਦੇ ਮੁੜ ਕੇ ਹੈ ਨਾ, ਵੀ ਤੇਰਾ ਦੁੱਖ ਆ ਸੁੱਖ ਆ ਜਿਵੇਂ ਤੂੰ ਬਸ ਜਿਵੇਂ ਮਰਜ਼ੀ ਕੱਟ। ਇਹ ਵੀ ਚੀਜ਼ ਨਹੀਂ ਹੋਣੀ ਚਾਹੀਦੀ। ਜਿਵੇਂ ਅਕਸਰ ਹੀ ਨਾ ਬੱਚੇ ਆਪਾਂ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ। ਮੇਰੀ ਬੇਟੀ ਕਹਿੰਦੀ ਹੁੰਦੀ ਵੀ ਤੁਸੀਂ ਕੁੜੀ ਵਿਆਹੀ ਆ, ਬਿਮਾਰੀ ਥੋੜ੍ਹੀ ਗਲੋਂ ਲਾਈ ਆ ਹੈ ਨਾ, ਵੀ ਤੁਸੀਂ ਉਹਨੂੰ ਜਾ ਕੇ ਪੁੱਛੋ ਹੀ ਨਾ। ਮਤਲਬ ਉਹ ਤੁਹਾਡਾ ਬੱਚਾ ਹੈ, ਤੁਸੀਂ ਉਹਦੇ ਦੁੱਖ ਸੁੱਖ ਤੇ ਭਾਗੀਵਾਲ ਹੋਣੇ ਚਾਹੀਦੇ ਹੋ। ਵੀ ਜੇ ਉਹਨੂੰ ਤਕਲੀਫ ਆ ਤੁਹਾਨੂੰ ਬੁਲਾਉਂਦੀ ਆ ਤੇ ਤੁਸੀਂ ਜਾਵਾਂ ਹੈ ਨਾ।
ਪਰ ਬਹੁਤ ਸਾਰੇ ਪਰਿਵਾਰ ਨਾ ਐਵੇਂ ਵੀ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਜਿਵੇਂ ਆਪਾਂ ਕਹਿੰਦੇ ਵੀ ਕੁੜੀ ਨੂੰ ਲੱਗਦਾ ਹੁੰਦਾ ਵੀ ਜਾਂਦੇ ਹੀ ਮੇਰੀ ਚੌਧਰ ਚੱਲਣ ਲੱਗ ਜਾਵੇ, ਤਾਂ ਉਹ ਕਹਿੰਦੇ ਨੇ ਜਾਂਦੇ ਹੀ ਸਾਡੀ ਕੁੜੀ ਦੀ ਚੱਲਣ ਲੱਗ ਜਾਵੇ, ਹੈ ਨਾ। ਜਦੋਂ ਉਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਉਹ ਕਿਤੇ ਨਾ ਕਿਤੇ ਮੁੰਡੇ ਦੇ ਮਾਪਿਓ ਨੂੰ ਸਤਿਕਾਰ ਦੇਣਾ ਭੁੱਲ ਜਾਂਦੇ ਨੇ, ਹੈ ਨਾ। ਅੱਗੇ ਮਤਲਬ ਕੁੜਮਾਂ ਦੇ ਵਿੱਚ ਕਿੰਨਾ ਇੱਕ ਦੂਜੇ ਪ੍ਰਤੀ ਸਤਿਕਾਰ ਹੁੰਦਾ ਸੀ, ਹੈ ਨਾ। ਇਹ ਆਪਾਂ ਛੋਟੇ ਹੁੰਦੇ ਦੇਖਦੇ ਆਏ ਆ ਵੀ ਆਪਣੇ ਨਾਨਾ ਨਾਨੀ ਤੇ ਆਪਣੇ ਦਾਦਾ ਦਾਦੀ ਕਿਵੇਂ ਇੱਕ ਦੂਜੇ ਨੂੰ ਬੁਲਾਉਂਦੇ ਸੀ। ਸਹੀ ਗੱਲ ਹੈ। ਕਈ ਵਾਰੀ ਤੁਹਾਨੂੰ ਪਤਾ ਕੁਝ ਚੀਜ਼ਾਂ ਤੁਹਾਡੇ ਮਦਰ ਫਾਦਰ ਨੂੰ ਵੀ ਨਹੀਂ ਸੀ ਪਤਾ ਹੁੰਦੀਆਂ, ਜਿਹੜੀਆਂ ਕਿ ਤੁਹਾਡੇ ਦਾਦੇ ਤੇ ਨਾਨੇ ਨੂੰ ਪਤਾ ਹੁੰਦੀਆਂ ਸੀ। ਤੇ ਕਈ ਵਾਰੀ ਜਿਵੇਂ ਮਤਲਬ ਤੁਹਾਡੇ ਨਾਨੇ ਦੇ ਕਹਿਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਦਾਦੇ ਨੂੰ, ਆਪਣੇ ਪਿਓਆਂ ਨੂੰ, ਆਪਣੇ ਤਾਇਆਂ ਨੂੰ ਝਿੜਕਦੇ ਦੇਖਿਆ ਹੋਊਗਾ ਕਿਸੇ ਗੱਲ ਤੇ, ਹੈ ਨਾ। ਤੇ ਉਦੋਂ ਬਹੁਤ ਸਤਿਕਾਰ ਦਿੰਦੇ ਸੀ ਲੋਕ। ਪਰ ਹੁਣ ਤਾਂ ਇਹ ਆ ਕਿ ਲੋਕ ਵਿਆਹ ਕੇ ਕਹਿੰਦੇ ਨੇ ਵੀ ਜਵਾਈ ਸਾਡਾ ਬਸ ਹੋ ਗਿਆ, ਹੈ ਨਾ, ਤੇ ਕੁੜੀ ਸਾਡੀ ਨੂੰ ਕੋਈ ਫਰਜ਼ ਨਾ ਜਾ ਕੇ ਉਸ ਘਰ 'ਚ ਪੂਰੇ ਕਰਨ। ਤੇ ਅੱਗੇ ਹੁੰਦਾ ਸੀ ਕਿ ਜਦੋਂ ਕੁੜੀ ਵਾਲੇ ਆਉਂਦੇ ਹੁੰਦੇ ਸੀ ਤਾਂ ਪਰਿਵਾਰ ਇਕੱਠੇ ਬਹਿੰਦੇ ਹੁੰਦੇ ਸੀ, ਜਿਹੜੀਆਂ ਗੱਲਾਂ ਬਾਤਾਂ ਹੋਣੀਆਂ, ਹੈ ਨਾ, ਉਹ ਮਤਲਬ ਸਾਂਝੀਆਂ ਬਹਿ ਕੇ ਸਭ ਨੇ ਕਰਨੀਆਂ। ਹੁਣ ਬਹੁਤ ਸਾਰੇ ਪਰਿਵਾਰ ਤਾਂ ਇਸ ਚੀਜ਼ 'ਤੇ ਇਤਰਾਜ਼ ਕਰਦੇ ਆ ਕਿ ਕੁੜੀ ਆਪਣੇ ਮਾਂ ਪਿਓ ਨੂੰ ਲੈ ਕੇ ਆਪਣੇ ਕਮਰੇ 'ਚ ਵੜ ਜਾਂਦੀ ਹੈ ਨਾ। ਤੇ ਚਾਹੇ ਉਹ ਬੈਠੇ ਸਰਸਰੀ ਗੱਲਾਂ ਹੀ ਕਰਦੇ ਹੋਣ, ਪਰ ਤੁਹਾਡੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਹੈ ਵੀ ਇਹ ਅੰਦਰ ਪਤਾ ਨਹੀਂ ਇਹਨਾਂ ਨਾਲ ਕੀ ਗੱਲਾਂ ਕਰ ਰਹੀ ਹੋਊਗੀ, ਪਤਾ ਨਹੀਂ ਇਹ ਸਾਡੇ ਬਾਰੇ ਭੜਕਾ ਰਹੀ ਆ, ਹੈ ਨਾ। ਜਿਵੇਂ ਮਤਲਬ ਆਪਾਂ ਚਾਹੇ ਜਿਹੜੀ ਮਰਜ਼ੀ ਗੱਲ ਕਹਿ ਦਈਏ, ਰਹਿੰਦੇ ਆਪਾਂ ਸਮਾਜ 'ਚ ਹੀ ਆ ਨਾ। ਜਦੋਂ ਤੁਹਾਡੀ ਸੱਸ ਨੂੰ ਤੁਹਾਡੇ ਪੇਕੇ ਪਰਿਵਾਰ ਵਾਲੇ ਇੱਕ ਸੂਟ ਵੀ ਦਿੰਦੇ ਨੇ, ਹੈ ਨਾ, ਤਾਂ ਉਹਦੇ ਲਈ ਉਹ ਕਿੱਡੀ ਮਾਣ ਵਾਲੀ ਗੱਲ ਹੁੰਦੀ ਹੈ, ਤੁਹਾਡੇ ਲਈ ਉਹ ਕਿੱਡੀ ਮਾਣ ਵਾਲੀ ਗੱਲ ਹੈ ਨਾ। ਜਦੋਂ ਤੁਹਾਡੀ ਮਾਂ, ਆਪਾਂ ਇਹ ਨਹੀਂ ਕਹਿੰਦੇ ਕਿ ਕੁੜੀ ਵਾਲੇ ਕੋਈ ਨੀਵੇਂ ਹੁੰਦੇ ਆ, ਨਹੀਂ, ਤੁਹਾਡੀ ਮਾਂ ਮਤਲਬ ਤੁਹਾਡੀ ਸੱਸ ਨੂੰ ਸਤਿਕਾਰ ਦਿੰਦੀ ਹੈ, ਤਾਂ ਉਸ ਤੋਂ ਬਾਅਦ ਸ਼ਾਮ ਨੂੰ ਮਤਲਬ ਤੁਹਾਡੀ ਸੱਸ ਦਾ ਤੁਹਾਨੂੰ ਬੁਲਾਉਣ ਦਾ ਤਰੀਕਾ ਹੁੰਦਾ ਜਿਹੜਾ ਟੋਟਲੀ ਬਦਲ ਜਾਂਦਾ, ਹੈ ਨਾ। ਤੇ ਮੈਨੂੰ ਲੱਗਦਾ ਵੀ ਆਪਾਂ ਕਹਿ ਦਿੰਦੇ ਹਾਂ ਵੀ ਚਲੋ ਦਾਜ ਦਹੇਜ ਵਰਗੀਆਂ ਚੀਜ਼ਾਂ ਬਣੀਆਂ ਹੋਈਆਂ ਨੇ, ਕਈ ਵਾਰ ਮੁੰਡੇ ਵਾਲੇ ਇੰਨੇ ਲਾਲਚੀ ਹੁੰਦੇ ਨੇ ਵੀ ਕੁੜੀ ਵਾਲਿਆਂ ਦੇ ਮਨ 'ਚ ਉਹਨਾਂ ਲਈ ਉਹ ਇੱਜ਼ਤ ਨਹੀਂ ਰਹਿੰਦੀ, ਹੈ ਨਾ। ਪਰ ਫਿਰ ਵੀ ਮੈਨੂੰ ਲੱਗਦਾ ਜਿਨ੍ਹਾਂ ਦੇ ਘਰ ਤੁਸੀਂ ਧੀ ਵਿਆਹੀ ਹੈ, ਤੁਹਾਡਾ ਸਾਰੀ ਉਮਰ ਦਾ ਵਰਤ ਵਰਤਾ, ਤੁਹਾਡੇ ਮਨ 'ਚ ਮੁੰਡਾ ਤੁਹਾਨੂੰ ਉਹਨਾਂ ਨੇ ਪੈਦਾ ਕਰਕੇ ਦਿੱਤਾ, ਹੈ ਨਾ। ਜਿੰਨਾ ਉਸ ਮੁੰਡੇ ਲਈ ਤੁਸੀਂ ਫਿਕਰਮੰਦ ਹੋ, ਜਿੰਨਾ ਆਪਣੀ ਧੀ ਲਈ, ਓਨਾ ਹੀ ਫਿਕਰ ਤੁਹਾਡਾ ਉਸ ਪਰਿਵਾਰ ਲਈ ਵੀ ਹੋਣਾ ਚਾਹੀਦਾ, ਤੇ ਓਨਾ ਹੀ ਸਤਿਕਾਰ ਵੀ ਤੁਹਾਡੇ ਮਨ 'ਚ ਉਹਨਾਂ ਲਈ ਹੋਣਾ ਚਾਹੀਦਾ। ਕਈ ਵਾਰੀ ਨਾ ਮੈਂ ਇਹ ਦੇਖਿਆ ਵੀ ਕਈ ਵਾਰ ਕੁੜੀਆਂ ਨੂੰ ਇਤਰਾਜ਼ ਨਹੀਂ ਹੁੰਦਾ ਵੀ ਉਹਦੇ ਘਰੇ ਨਣਦ ਆਈ ਆ ਜਾਂ ਕੋਈ ਰਿਸ਼ਤੇਦਾਰ ਹੋਇਆ, ਪਰ ਸੱਚੀ ਉਹਦੇ ਪਿੱਛੋਂ ਪੇਕੇ ਪਰਿਵਾਰ ਦੀ ਇੰਨੀ ਦਖਲਅੰਦਾਜ਼ੀ ਹੁੰਦੀ ਆ। ਮਤਲਬ ਉਹ ਸਵੇਰ ਸ਼ਾਮ ਫੋਨ ਕਰਕੇ ਅੱਜ ਕੌਣ ਆਇਆ ਹੋਇਆ ਫਲਾਣਾ, ਤੁਹਾਡੇ ਇਹ ਪਿਛਲੇ ਮਹੀਨੇ ਵੀ ਆਈ ਸੀ, ਇਹ ਤੁਹਾਡੇ ਤੁਰੇ ਹੀ ਰਹਿੰਦੇ ਨੇ ਕਿ ਇਹ ਇੰਨੇ ਗੇੜੇ ਲਾਉਂਦੇ ਨੇ, ਹੈ ਨਾ। ਮਤਲਬ ਤਾਂ ਉਹ ਵੀ ਚੀਜ਼ਾਂ ਬਹੁਤ ਗਲਤ ਨੇ, ਹੈ ਨਾ। ਜਿਵੇਂ ਜਦੋਂ ਤੁਹਾਡੀ ਕੁੜੀ ਆਪਦੇ ਸਹੁਰੇ ਤੋਂ ਤੁਹਾਡੇ ਕੋਲ ਮਿਲਣ ਜਾਂਦੀ ਆ ਜਾਂ ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਆਉਂਦੇ ਨੇ, ਤੁਹਾਨੂੰ ਵੀ ਤਾਂ ਚੰਗਾ ਲੱਗਦਾ ਹੀ ਆ, ਹੈ ਨਾ। ਪਰ ਫਿਰ ਤੁਹਾਨੂੰ ਇਸ ਗੱਲ ਦਾ ਵੀ ਸਿਰਫ ਇਸ ਕਰਕੇ ਵੀ ਰੋਟੀ ਟੁੱਕ ਜਾ ਉਹਨਾਂ ਨੂੰ ਆਏ ਗਏ ਨੂੰ ਦੇਖਣਾ, ਤੁਹਾਡੀ ਕੁੜੀ ਨੇ ਤੁਸੀਂ ਕਹਿੰਦੇ ਵੀ ਤੁਹਾਡੇ ਤਾਂ ਰਿਸ਼ਤੇਦਾਰ ਹੀ ਹੋ, ਤੁਹਾਡੇ ਤਾਂ ਰਿਸ਼ਤੇਦਾਰੀ ਆਏ ਰਹਿੰਦੇ ਨੇ, ਹੈ ਨਾ। ਜਾਂ ਕੁੜੀ ਜ਼ਿਆਦਾ ਖੁਸ਼ੀ ਨਾਲ ਢਲ ਰਹੀ ਹੋਵੇ ਜਾਂ ਤੁਹਾਨੂੰ ਇਹ ਵੀ ਹੁੰਦਾ ਆ ਕਈ ਵਾਰੀ ਕੁੜੀ ਦੇ ਮਨ 'ਚ ਨਹੀਂ ਇੰਨੀਆਂ ਚੀਜ਼ਾਂ ਹੁੰਦੀਆਂ, ਤੁਹਾਡਾ ਪਰਿਵਾਰ ਪਿੱਛੋਂ ਤੁਹਾਡੇ ਲਈ ਭਰਨ ਲੱਗ ਜਾਂਦਾ, ਹੈ ਨਾ। ਜਾਂ ਤੁਸੀਂ ਕਹਿ ਦੋ ਵੀ ਮੰਨ ਲਓ ਹੁਣ ਵੀ ਜਿਵੇਂ ਸਾਡੇ ਨਾਨਕਿਆਂ ਨਾਲ ਨਾ ਬਣਦੀ ਵੀ ਮੰਨ ਲਓ, ਪਰ ਸਾਡੀ ਬਣਦੀ ਆ, ਮੰਨ ਲਓ ਵੀ ਸਾਡੇ ਨਾਨਕਿਆਂ ਨਾਲ ਨਹੀਂ ਬਣਦੀ ਹੈਗੀ, ਹੈ ਨਾ। ਗਾਹਾਂ ਹੁਣ ਮੈਂ ਜਿਸ ਘਰ 'ਚ ਵਿਆਹ ਕੇ ਆਈ ਹਾਂ, ਮੈਂ ਕਹਾਂ ਵੀ ਮੇਰੇ ਸੱਸ ਦੇ ਪੇਕੇ ਵੀ ਨਾ ਸਾਡੇ ਘਰੇ ਆਉਣ, ਕਿਉਂਕਿ ਮੇਰੀ ਸਾਡੇ ਨਾਨਕਿਆਂ ਨਾਲ ਨਹੀਂ ਬਣਦੀ, ਅਸੀਂ ਉਹ ਮਾਹੌਲ ਨਹੀਂ ਦੇਖਿਆ। ਤੇ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਗਾਹਾਂ ਵਾਲੇ ਪਰਿਵਾਰ 'ਚ ਵੀ ਉਵੇਂ ਦਾ ਹੀ ਮਾਹੌਲ ਹੋਊਗਾ, ਹੈ ਨਾ। ਸੋ ਇਹ ਵੀ ਚੀਜ਼ਾਂ ਮੈਂ ਦੇਖੀਆਂ ਨੇ ਕਿ ਵੀ ਕਈ ਵਾਰੀ ਕੁੜੀ ਵਾਲੇ ਪਰਿਵਾਰ ਵਾਲੇ ਵੀ ਪਿੱਛੋਂ ਇਹ ਹੁੰਦੀਆਂ ਦੇਖੀਆਂ ਨੇ ਆਪਾਂ ਆਪਣੇ ਪਰਿਵਾਰਾਂ 'ਚ ਵੀ, ਜਾਂ ਆਸ ਪਾਸ ਆਪਾਂ ਇਸੇ ਸੁਸਾਇਟੀ 'ਚ ਰਹਿੰਦੇ ਹਾਂ, ਵੀ ਕਈ ਵਾਰ ਕੁੜੀ ਨੂੰ ਉਨੀ ਦਿੱਕਤ ਨਹੀਂ ਹੁੰਦੀ, ਕੁੜੀ ਦੀ ਮਾਂ ਨੂੰ ਖਾਸ ਤੌਰ 'ਤੇ ਇਸ ਗੱਲ ਦਾ, ਜਾਂ ਕੁੜੀ ਦੇ ਪਿਛਲੇ ਪਰਿਵਾਰ ਨੂੰ ਇਸ ਗੱਲ ਦਾ ਬੜਾ ਹੁੰਦਾ ਵਾ ਵੀ ਉਹ ਮਤਲਬ ਪੁੱਛਣਗੇ ਵੀ ਅੱਛਾ ਤੁਹਾਡੇ ਫਲਾਣੇ ਆਏ ਸੀ, ਫਿਰ ਕਿੰਨੇ ਕੁ ਜਣੇ ਆਏ ਸੀ, ਕਦੋਂ ਗਏ ਨੇ ਉਹ, ਕੀ ਗੱਲਾਂ ਹੋਈਆਂ, ਉਹਨਾਂ ਨੂੰ ਬੜੀ ਦਿਲਚਸਪੀ ਹੁੰਦੀ ਹੈ ਇਹਨਾਂ ਚੀਜ਼ਾਂ 'ਚ, ਜਾਂ ਕੀ ਦਿੱਤਾ ਜਾਂ ਫਿਰ ਕੀ ਲਿਆ ਤੁਸੀਂ, ਨਾਲੇ ਤਾਂ ਤੁਸੀਂ ਕਹਿ ਦਿੰਦੇ ਹੋ ਭਾਈ ਅਸੀਂ ਤੈਨੂੰ ਵਿਆਹ ਤਾਂ ਹੁਣ ਸਾਡੀ ਜ਼ਿੰਮੇਵਾਰੀ ਖਤਮ, ਨਾਲੇ ਫਿਰ ਤੁਸੀਂ ਹੁਣ ਜੋਕ ਵਾਂਗੂ ਉਹਦੇ ਨਾਲ ਵੀ ਚਿੰਬੜੇ ਹੋਏ ਹੋ, ਨਾਲੇ ਤੁਸੀਂ ਕਹਿੰਦੇ ਵੀ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ, ਤੁਸੀਂ ਹੁਣ ਫ੍ਰੀ ਹੋ ਗਏ, ਪਰ ਫਿਰ ਵੀ ਤੁਸੀਂ ਟਿਕ ਨਹੀਂ ਰਹੇ, ਪਰ ਫਿਰ ਵੀ ਤੁਹਾਨੂੰ ਗਾਹਾਂ ਲਈ ਟੈਨਸ਼ਨ ਹੋਈ ਜਾ ਰਹੀ ਆ ਵੀ ਕੁੜੀ ਦੇ ਘਰ ਕੌਣ ਆ ਜਾ ਰਿਹਾ, ਉਹ ਕਿਸੇ ਨਾਲ ਕਿਵੇਂ ਦੇਣ ਲੈਣ ਕਰ ਰਹੇ ਨੇ, ਕੀ ਉਹ ਵਰਤ ਵਰਤਾ ਕਰ ਰਹੇ ਨੇਗੇ। ਠੀਕ ਆ, ਤੁਸੀਂ ਹੁਣ ਕੁੜੀ ਵਿਆਹਤੀ, ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ, ਤੁਸੀਂ ਆਪਦਾ ਭਾਈ ਦਿਨ ਸੋਦੇ ਜਾ ਕੇ ਜਾਂ ਜਿਵੇਂ ਤੁਹਾਡਾ ਕਿਤੇ ਵੀ ਜੋ ਦਿਲ ਕਰਦਾ ਆਪਦੀ ਕੁੜੀ ਨੂੰ ਭਾਵੇਂ ਆਪਦੇ ਘਰ ਬੁਲਾਓ, ਭਾਵੇਂ ਤੁਸੀਂ ਉਹਨਾਂ ਦੇ ਘਰ ਜਾਓ, ਪਰ ਗਾਹਾਂ ਉਹਦਾ ਪਰਿਵਾਰ ਆਪਦੀਆਂ ਰਿਸ਼ਤੇਦਾਰੀਆਂ ਦੇ ਨਾਲ, ਆਪਦੇ ਰਿਸ਼ਤੇਦਾਰਾਂ ਦੇ ਨਾਲ ਕਿਵੇਂ ਵਰਤ ਰਿਹਾ, ਮੈਨੂੰ ਲੱਗਦਾ
ਇਸ ਗੱਲ ਦੀ ਟੈਨਸ਼ਨ ਸਾਨੂੰ ਨਹੀਂ ਹੋਣੀ ਚਾਹੀਦੀ। ਜਦ ਆਪਾਂ ਕਹੀ ਦਿੰਦੇ ਆ ਵੀ ਭਾਈ ਤੈਨੂੰ ਵਿਆਹ ਕੇ ਅਸੀਂ ਹੁਣ ਚਿੰਤਾ ਮੁਕਤ ਹੋ ਗਏ ਆ, ਹਨਾ, ਮੈਨੂੰ ਲੱਗਦਾ ਕਿ ਉਸ ਤੋਂ ਵੱਧ ਚਿੰਤਾ ਸਾਨੂੰ ਇਹ ਹੋਣ ਲੱਗ ਜਾਂਦੀ ਆ ਵੀ ਉਹਦੇ ਘਰੇ ਕੀ ਚੱਲ ਰਿਹਾ ਵਾ, ਕੀ ਚੱਲ ਰਿਹਾ, ਇਸ ਗੱਲ ਦਾ ਸਾਨੂੰ ਪਤਾ ਹੋਣਾ ਜ਼ਰੂਰੀ ਹੈ। ਤਾਂ ਹੀ ਤਾਂ ਦੇਖੋ ਲੋਕ ਕਹਿ ਦਿੰਦੇ ਆ ਵੀ ਅੱਗੇ ਰਿਸ਼ਤੇ ਵਧੀਆ ਚੱਲਦੇ ਸੀ, ਜਦੋਂ ਦੇ ਫੋਨ ਆਏ ਨੇ ਝੱਟ ਫੋਨ ਖੜਕ ਜਾਂਦੇ ਨੇ, ਹਨਾ। ਉਹ ਫੋਨ ਮਤਲਬ ਇਨਵੋਲਵਮੈਂਟ ਆ ਇੱਕ, ਜਿਹੜੀ ਤੁਹਾਡੀ ਲਾਈਫ 'ਚ 24 ਘੰਟੇ ਵੀ ਕਿਸੇ ਦਾ ਪ੍ਰੈਜ਼ੈਂਟ ਰਹਿਣਾ ਨਾ ਗੁਰਦੀਪ। ਆਪਾਂ ਤਾਂ ਹੀ ਕਹਿੰਦੇ ਨੇ ਵੀ ਜਦੋਂ ਮੀਆਂ ਬੀਵੀ ਵਿੱਚ ਲੜਾਈ ਹੁੰਦੀ ਆ, ਉਹਦੇ 'ਚ ਨਾ ਮੁੰਡੇ ਦੇ ਮਾਂ ਪਿਓ ਨੂੰ ਨਾ ਕੁੜੀ ਦੇ ਮਾਂ ਪਿਓ ਨੂੰ, ਦੋਨਾਂ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਹ ਬਹੁਤ ਛੇਤੀ ਸੁਲਝ ਜਾਂਦੀ ਆ। ਪਰ ਜਦੋਂ ਆਪਾਂ ਮੁੰਡੇ ਦੇ ਮਾਂ ਪਿਓ ਨੂੰ ਉਹ 'ਚ ਇੰਗੇਜ ਕਰਦੇ ਆ ਤਾਂ ਉਹਨਾਂ ਲਈ ਖੂਨ ਦਾ ਰਿਸ਼ਤਾ, ਉਹਨਾਂ ਦਾ ਆਪਣਾ ਬੱਚਾ, ਤਾਂ ਉਹ ਨਾ ਚਾਹੁੰਦੇ ਵੀ ਆਪਣੇ ਬੱਚੇ ਦਾ ਪੱਖ ਲੈਂਦੇ ਨੇ, ਹਨਾ। ਤੇ ਸੇਮ ਕੁੜੀ ਵਾਲੇ ਵੀ ਕਰਦੇ ਨੇ, ਚਾਹੇ ਉਹਨਾਂ ਨੂੰ ਪਤਾ ਹੋਵੇ ਵੀ ਇੱਥੇ ਸਾਡੀ ਕੁੜੀ ਗਲਤ ਆ, ਪਰ ਉਹ ਫਿਰ ਵੀ ਕਹਿਣਗੇ ਕਿ ਨਹੀਂ ਤੂੰ ਸਹੀ ਆ ਇੱਥੇ, ਹਨਾ। ਤੇ ਉਹ ਚੀਜ਼ਾਂ ਫਿਰ ਦੋਨਾਂ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਖਰਾਬ ਕਰ ਦਿੰਦੀਆਂ ਨੇ। ਸੇਮ ਇਹੀ ਚੀਜ਼ ਹੈ ਕਿ ਜਦੋਂ ਆਪਾਂ ਕਹਿੰਦੇ ਨੇ ਕਿ ਵਿਆਹ ਹੈ ਨਾ ਜਿਹੜਾ, ਸਿਰਫ ਇਹ ਜਦੋਂ ਦੋ ਪਰਿਵਾਰ ਮਿਲਦੇ ਨੇ, ਇਹ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਹਨਾ। ਇਹ ਪਰ ਇਹ ਰਿਸ਼ਤਾ ਵਧੀਆ ਕਦੋਂ ਹੁੰਦਾ, ਇੱਕ ਦੂਜੇ ਨੂੰ ਸਤਿਕਾਰ ਦੇਣ ਨਾਲ, ਜਾਂ ਇੱਕ ਦੂਜੇ ਦੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਮੰਨ ਲੈਣ ਨਾਲ। ਮੰਨ ਲੈ ਕਿ ਮੈਂ ਆਪਣੇ ਸਹੁਰਿਆਂ ਦੀਆਂ ਥੋੜ੍ਹੀਆਂ ਜਿਹੀਆਂ ਮੰਨ ਲਈਆਂ ਤੇ ਥੋੜ੍ਹੀਆਂ ਜਿਹੀਆਂ ਉਹਨਾਂ ਨੇ ਮੇਰੇ ਕਹੇ ਕੁਛ ਕੁ ਚੀਜ਼ਾਂ ਛੱਡਤੀਆਂ, ਹਨਾ। ਰਿਸ਼ਤਾ ਆਪਣੇ ਆਪ ਬੈਟਰ ਹੋ ਗਿਆ, ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋ ਗਈ। ਪਰ ਜੇ ਹੁਣ ਅੱਗੋਂ ਜਾ ਕੇ ਮੇਰੇ ਸੱਸ ਸਹੁਰਾ ਵੀ ਜਾਂ ਮੇਰਾ ਘਰ ਵਾਲਾ ਵੀ ਕਹਿਣ ਵੀ ਜੋ ਕੁਛ ਸੀਗਾ ਤੇਰਾ ਪਿੱਛੇ ਛੱਡ ਕੇ ਆ ਜਾ ਇੱਥੇ, ਤਾਂ ਮਤਲਬ ਇੱਕ ਇੱਟ ਵੀ ਤੂੰ ਇੱਥੇ ਨਹੀਂ ਰੱਖ ਸਕਦੀ, ਹੈ ਨਾ। ਤਾਂ ਮੇਰੇ ਮਨ 'ਚ ਵੀ ਖਟਾਸ ਹੋ ਜੂ, ਮੈਨੂੰ ਲੱਗੂ ਵੀ ਨਹੀਂ ਮੇਰਾ ਨਹੀਂ ਹੈਗਾ ਇੱਥੇ ਕੁਛ ਵੀ, ਮੇਰਾ ਮੈਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜੇ ਉਹ ਮੈਨੂੰ ਸਾਹਮਣੇ ਵੈਲਕਮ ਕਰ ਰਹੇ ਨੇ ਤੇ ਫਿਰ ਮੈਂ ਜਾ ਕੇ ਕਹਾਂ ਵੀ ਤੁਹਾਡੀ ਤਾਂ ਛੱਤਾਂ ਨਹੀਂ ਸੋਹਣੀਆਂ, ਤੁਹਾਡਾ ਤਾਂ ਘਰ ਨਹੀਂ ਸੋਹਣਾ, ਤੁਹਾਨੂੰ ਤਾਂ ਪਾਉਣ ਲਾਉਣ ਦੀ ਅਕਲ ਨਹੀਂ ਹੈਗੀ, ਫਿਰ ਮੈਨੂੰ ਅਗਲਾ ਕਹੂਗਾ ਵੀ ਜਦੋਂ ਤੇਰੇ ਮਾਪਿਓ ਨੇ ਸਾਡੇ ਨਾਲ ਮੱਥਾ ਲਾਇਆ ਸੀ ਤੁਸੀਂ ਉਦੋਂ ਨਹੀਂ ਇਹ ਸਾਰੀਆਂ ਚੀਜ਼ਾਂ ਵੇਖੀਆਂ। ਹਾਂ ਸਹੀ ਗੱਲ। ਤੇ ਮੈਨੂੰ ਲੱਗਦਾ ਕਿ ਤੁਸੀਂ ਸਿਰਫ ਇਹ ਸਮਝ ਕੇ ਉਸ ਪਰਿਵਾਰ 'ਚ ਜਾਓ ਕਿ ਮੈਂ ਇੱਕ ਨਵੇਂ ਪਰਿਵਾਰ 'ਚ ਜਾ ਰਿਹਾ, ਪਰ ਮੇਰਾ ਕਿਰਦਾਰ ਉਹਨਾਂ ਦੇ ਮਨ 'ਚ ਉਹੀ ਬਣੂਗਾ ਜੋ ਮੈਂ ਬਣਾਉਂਗਾ ਜਾ ਕੇ, ਹੈ ਨਾ। ਤੁਸੀਂ ਉੱਥੇ ਮਤਲਬ ਕੋਈ ਬਾਰਡਰ 'ਤੇ ਨਹੀਂ ਜਾ ਰਹੇ ਜਿੱਥੇ ਤੁਸੀਂ ਬਰਾਬਰੀ ਵਾਲਾ ਸਾਰਾ ਕੁਛ ਕਰਨਾ। ਜੇ ਤੁਹਾਨੂੰ ਗੁਰਦੀਪ ਕੋਈ ਪਿਆਰ ਨਹੀਂ ਦੇ ਰਿਹਾ, ਮੈਨੂੰ ਲੱਗਦਾ ਤੁਸੀਂ ਉਹਦੀ ਉਮਰ ਦੇਖ ਕੇ ਉਹਨੂੰ ਸਤਿਕਾਰ ਦੇ ਦਿਓ, ਹਨਾ। ਆਪਾਂ ਕਹਿੰਦੇ ਨੇ ਵੀ ਜਿਹੜਾ ਮੈਨੂੰ ਸਤਿਕਾਰ ਦਊ ਮੈਂ ਉਹਨੂੰ ਹੀ ਸਤਿਕਾਰ ਦਊਂਗਾ, ਪਰ ਨਹੀਂ, ਜੇ ਫਿਰ ਵੀ ਨਹੀਂ ਤੁਹਾਨੂੰ ਮਿਲ ਰਿਹਾ ਤਾਂ ਤੁਸੀਂ ਉਹਦੀ ਉਮਰ ਦੇਖ ਕੇ ਸਤਿਕਾਰ ਦੇ ਲਓ, ਹਨਾ। ਜੇ ਉਮਰ ਦੇਖ ਕੇ ਵੀ ਤੁਹਾਡੇ ਮਨ 'ਚ ਨਹੀਂ ਆ ਰਿਹਾ ਤਾਂ ਤੁਸੀਂ ਇਹ ਸੋਚ ਲਓ ਵੀ ਇਹ ਘਰ ਆ ਹੁਣ ਮੇਰਾ, ਮੈਂ ਸਾਰੀ ਉਮਰ ਇੱਥੋਂ ਕਿਤੇ ਨਹੀਂ ਜਾ ਸਕਦਾ ਹੋਰ, ਹਨਾ। ਫਿਰ ਹੌਲੀ ਹੌਲੀ ਆਪੇ ਮਾਹੌਲ ਬਦਲਦਾ। ਕੋਈ ਵੀ ਬੰਦਾ ਪਹਿਲੇ ਦਿਨ ਤਾਂ ਤੁਹਾਡਾ ਹਸਬੈਂਡ ਵੀ ਤੁਹਾਡਾ ਨਹੀਂ ਹੋ ਸਕਦਾ। ਇਹ ਕੁੜੀਆਂ ਲਈ ਖਾਸ ਗੱਲ ਆ। ਮੈਨੂੰ ਪਤਾ ਬਹੁਤ ਸਾਰੀਆਂ ਮਤਲਬ ਆਪਾਂ ਇੱਦਾਂ ਦੀਆਂ ਵੀਡੀਓਜ਼ ਦੇਖ ਕੇ ਵੀ ਸਾਡੇ 'ਚ ਤਾਂ ਜੀ ਇਕੁਐਲਿਟੀ ਤੁਹਾਡੇ 'ਚ ਹੈਗੀ ਆ, ਪਰ ਕਦੇ ਇਹ ਨਾ ਸੋਚੋ ਵੀ ਤੁਸੀਂ 24 ਘੰਟੇ ਡਾਂਗਾਂ ਚਲਾਈ ਜਾਓਗੇ ਤੇ ਅਗਲਾ ਤੁਹਾਡੇ 'ਤੇ ਫੁੱਲ ਵਰਸਾਊਗਾ। ਖਾਸ ਕਰਕੇ ਇਨ-ਲॉज ਫੈਮਲੀਜ਼, ਇਹ ਨਹੀਂ ਹੁੰਦਾ, ਹੈ ਨਾ। ਤੁਸੀਂ ਰਿਸਪੈਕਟ ਦਿਓਗੇ ਤਾਂ ਤੁਹਾਨੂੰ ਰਿਸਪੈਕਟ ਮਿਲੂਗੀ। ਬਹੁਤ ਸਾਰੀਆਂ ਕੁੜੀਆਂ ਕਹਿ ਦਿੰਦੀਆਂ ਨੇ ਅਸੀਂ ਜਾ ਕੇ ਜੀ ਕੰਮ ਨਹੀਂ ਕਰਨਾ ਕਿਉਂਕਿ ਅਸੀਂ ਆਪਣੇ ਪੇਕੇ ਘਰੇ ਕੀਤਾ ਹੀ ਨਹੀਂ, ਹੈ ਨਾ। ਤੁਸੀਂ ਮੰਨੋਗੇ ਤੁਹਾਨੂੰ ਹੈਰਾਨੀ ਹੋਊਗੀ ਭੈਣ ਕਿਹੋ ਜਿਹੀਆਂ ਗੱਲਾਂ ਕਰੇ। ਕਈ ਕੁੜੀਆਂ ਕਹਿਣਗੀਆਂ ਅਸੀਂ ਗੰਢੇ ਨਹੀਂ ਛਿੱਲਣੇ, ਸਾਡੇ ਹੱਥਾਂ 'ਚ ਸਮੈਲ ਆਉਂਦੀ ਆ, ਅਸੀਂ ਆਟਾ ਨਹੀਂ ਗੁੰਨਣਾ, ਸਾਡੇ ਨਹੁੰਆਂ 'ਚ ਫਸ ਜਾਂਦਾ, ਹੈ ਨਾ। ਮਤਲਬ ਤੁਸੀਂ ਆਪਣੀ ਇਮੇਜ ਕਿਵੇਂ ਦੀ ਬਣਾ ਰਹੇ ਹੋ, ਹੈ ਨਾ। ਮੈਨੂੰ ਤਾਂ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਕੁਛ ਖਵਾਉਂਦੇ ਹੋ ਨਾ ਕਿਸੇ ਨੂੰ, ਉਹ ਜਿਹੜੀ ਤਾਰੀਫ ਕਰਦਾ ਤੁਹਾਡੇ ਨਹੁੰ ਨੂੰ ਤੁਹਾਨੂੰ ਯਾਦ ਹੀ ਨਹੀਂ ਰਹਿੰਦੇ ਹੈਗੇ। ਭੈਣੇ ਕਈ ਪਰਿਵਾਰਾਂ 'ਚ ਮੈਂ ਇਹ ਦੇਖਿਆ ਵਾ ਵੀ ਜਦੋਂ ਉਹਨਾਂ ਨੇ ਆਪਦੀ ਕੁੜੀ ਦੇ ਲਈ ਰਿਸ਼ਤਾ ਦੇਖਣਾ ਹੁੰਦਾ ਤਾਂ ਗਾਂਹ ਵਾਲੇ ਪਰਿਵਾਰ ਨੂੰ ਉਹ ਜਾ ਕੇ ਕਹਿੰਦੇ ਨੇ ਵੀ ਸਾਡੀ ਭਾਈ ਕੁੜੀ ਅੱਜ ਤੱਕ ਪੜ੍ਹੀ ਹੋਈ ਆ, ਉਹਨੇ ਕੰਮ ਨਹੀਂ ਕੀਤਾ। ਪਰ ਇਹ ਚੀਜ਼ ਉਹ ਆਪਦੇ ਘਰੇ ਆਈ ਨੋ ਜਿਹੜੀ ਕਿ ਉਹਨਾਂ ਦੀ ਕੁੜੀ ਤੋਂ 2 ਸਾਲ ਹੋ ਸਕਦਾ ਛੋਟੀ ਹੋਵੇ, ਉਹਦੇ ਲਈ ਨਹੀਂ ਸਮਝਦੇ। ਉਹਨਾਂ ਨੇ ਕਹਿੰਦਾ ਨੋ ਦਾ ਮਤਲਬ ਹੈ ਕਿ ਪਰਫੈਕਟ ਆਲ ਰਾਊਂਡਰ। ਬਿਲਕੁਲ ਵੀ ਜੇ ਤੁਸੀਂ ਆਪਦੀ ਕੁੜੀ ਦਾ ਰਿਸ਼ਤਾ ਦੇਖਣ ਲੱਗਿਆ ਗਾਂਹ ਵਾਲੇ ਪਰਿਵਾਰ ਨੂੰ ਜਾ ਕੇ ਇਹ ਕਹਿੰਦੇ ਹੋ ਵੀ ਭਾਈ ਅਸੀਂ ਤਾਂ ਅੱਜ ਤੱਕ ਕੁੜੀ ਪੜ੍ਹਾਈ ਹੋਈ ਆ, ਸਾਡੀ ਕੁੜੀ ਤਾਂ ਪੜ੍ਹੀ ਹੋਈ ਆ, ਉਹਨੇ ਕੰਮ ਨਹੀਂ ਕੀਤਾ ਹੈਗਾ, ਹੈ ਨਾ। ਪਰ ਉਹ ਚੀਜ਼ਾਂ ਤੁਸੀਂ ਆਪਦੀ ਨੂੰਹ ਦੇ ਲਈ ਕਿਉਂ ਨਹੀਂ ਸਮਝ ਰਹੇ ਜਿਹੜੀ ਕਿ ਤੁਹਾਡੀ ਕੁੜੀ ਤੋਂ 2 ਸਾਲ ਛੋਟੀ ਆ, ਹੈ ਨਾ। ਵੀ ਭਾਈ ਇਹ ਵੀ ਛੋਟੀ ਆ ਵੀ, ਜਾਂ ਇਹ ਵੀ ਅੱਜ ਤੱਕ ਪਿੱਛੋਂ ਉਹਦੇ ਨਾਲੋਂ ਸ਼ਾਇਦ ਜ਼ਿਆਦਾ ਹੀ ਪੜ੍ਹੀ ਹੋਈ ਆ, ਵੀ ਸਾਡੀ ਕੁੜੀ ਦੇ ਨਾਲੋਂ ਤਾਂ ਸਾਡੀ ਨੂੰ ਜ਼ਿਆਦਾ ਪੜ੍ਹੀ ਹੋਈ ਹੈ, ਤਾਂ ਇਹਦਾ ਮਤਲਬ ਇਹਨੇ ਤਾਂ ਫਿਰ ਜਮਾ ਹੀ ਨਹੀਂ ਕੀਤਾ ਹੋਣਾ। ਨਹੀਂ, ਉਹਦੇ ਤੋਂ ਅਸੀਂ ਕੀ ਉਮੀਦ ਰੱਖਦੇ ਹਾਂ ਵੀ ਇਹ ਆਲ ਰਾਊਂਡਰ ਆ, ਇਹਨੂੰ ਘਰ ਦਾ ਵੀ ਆਉਂਦਾ, ਇਹਨੂੰ ਡੰਗਰ ਵੱਛਾ ਸਾਂਭਣਾ ਵੀ ਆਉਂਦਾ, ਇਹ ਬਾਹਰ ਜਾ ਕੇ ਕੰਮ ਵੀ ਕਰੇ, ਬਰੋਬਰ ਸਾਡੇ ਮੁੰਡੇ ਦੇ ਕਮਾ ਕੇ ਵੀ ਲੈ ਕੇ ਆਵੇ, ਹੈ ਨਾ। ਬਹੁਤ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਆਪਦੇ 'ਤੇ ਲਾ ਕੇ ਸਮਝ ਸਕਦੇ ਹਾਂ, ਪਰ ਅਸੀਂ ਸਮਝਣਾ ਨਹੀਂ ਚਾਹੁੰਦੇ, ਹੈ ਨਾ। ਜਿਵੇਂ ਹੁਣ ਕਈ ਘਰਾਂ ਦੇ ਵਿੱਚ ਕੀ ਹੋ ਗਈ, ਭਾਈ ਸਾਡੀ ਕੁੜੀ ਤਾਂ ਬਹੁਤ ਸੁਖੀ ਆ, ਵੀ ਮਤਲਬ ਉਹਦੇ ਘਰ ਵਾਲੇ ਦਾ ਨਾਂ ਲੈ ਕੇ ਵੀ ਉਹਦੀ ਕੋਈ ਗੱਲ ਨਹੀਂ ਮੋੜਦਾ। ਜੇ ਉਹਨੇ ਰਾਤ ਨੂੰ 1 ਵਜੇ ਕਹਿਤਾ ਮੈਨੂੰ ਫਲਾਣੀ ਚੀਜ਼ ਚਾਹੀਦੀ ਹੈ ਤਾਂ ਲਿਆ ਕੇ ਹਾਜ਼ਰ ਕਰਦਾ। ਉੱਥੇ ਉਹ ਤੁਹਾਡੀ ਧੀ ਦਾ ਘਰ ਵਾਲਾ ਵਾ, ਤੁਹਾਡਾ ਜਵਾਈ ਆ, ਉਹਦੇ ਕਹਿਣੇ 'ਚ ਜਾਂ ਉਹਦੀ ਕਹੀ ਹਰ ਗੱਲ ਪੂਰੀ ਕਰਦਾ, ਉਹ ਤੁਹਾਨੂੰ ਬਹੁਤ ਚੰਗਾ ਲੱਗਦਾ।
ਉੱਥੇ ਜੇ ਤੁਹਾਡਾ ਆਪਣਾ ਮੁੰਡਾ ਤੁਹਾਡੀ ਨੂੰਹ ਦੀ ਹਰ ਕਹੀ ਗੱਲ ਪੂਰੀ ਕਰਦਾ ਵਾ ਜਾਂ ਉਹਦੀ ਖੁਸ਼ੀ ਲਈ ਕੁਛ ਚੀਜ਼ਾਂ ਕਰ ਦਿੰਦਾ, ਉੱਥੇ ਆਪਾਂ ਕਹਿ ਦਿੰਦੇ ਮੁੰਡਾ ਮੁੰਡਾ ਨੂੰਹ ਥੱਲੇ ਲੱਗਿਆ ਹੋਇਆ ਸਾਡਾ, ਵੀ ਜਾਂ ਮੁੰਡਾ ਤਾਂ ਹੁਣ ਸਾਡਾ ਮਤਲਬ ਸਾਡੀ ਨੂੰਹ ਦੇ ਕੰਟਰੋਲ 'ਚ ਹੀ ਆ ਗਿਆ, ਹਨਾ। ਸੋ ਬਹੁਤ ਛੋਟੀਆਂ ਚੀਜ਼ਾਂ ਨੇ, ਜੇ ਅਸੀਂ ਲਾ ਕੇ ਆਪਣੇ ਆਪ ਤੇ ਲਾ ਕੇ ਸਮਝਣੀਆਂ ਹੋਣ ਅਸੀਂ ਸਮਝ ਸਕਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਸੁਧਰ ਸਕਦੀਆਂ ਨੇ, ਪਰ ਅਸੀਂ ਨਹੀਂ ਮਤਲਬ ਅਸੀਂ ਚਾਹੁੰਦੇ ਨਹੀਂ। ਆਪਦੀ ਕੁੜੀ ਦੀਆਂ ਤਾਂ ਅਸੀਂ ਉਦਾਹਰਨਾਂ ਦੇਵਾਂਗੇ, ਸਾਡੀ ਕੁੜੀ ਤਾਂ ਭਾਈ ਬਹੁਤ ਸੁਖੀ ਆ, ਉਹਦਾ ਜਿਹੜਾ ਸਾਡਾ ਜਵਾਈ ਉਹਦਾ ਬੜਾ ਧਿਆਨ ਰੱਖਦਾ ਵਾ, ਹਨਾ, ਜਾਂ ਇੱਧਰ ਵੀ ਸਾਨੂੰ ਵੀ ਆਪਦੇ ਮਾਂ-ਬਾਪ ਵਾਂਗੂ ਹੀ ਇੱਜ਼ਤ ਦਿੰਦਾ ਵਾ, ਹਨਾ। ਪਰ ਕੀ ਤੁਸੀਂ ਆਪਦੀ ਕਦੇ ਕੁੜੀ ਨੂੰ ਪੁੱਛਿਆ ਵੀ ਉਹ ਆਪਦੇ ਸੱਸ ਸਹੁਰੇ ਨੂੰ ਮਾਂ-ਬਾਪ ਵਾਂਗੂ ਇੱਜ਼ਤ ਦਿੰਦੀ ਹੈ? ਇੱਜ਼ਤ ਦਿੰਦੀ ਆ। ਕਦੀ ਮੈਨੂੰ ਤਾਂ ਉਹਨਾਂ ਲੋਕਾਂ ਤੇ ਵੀ ਬਹੁਤ ਹਾਸਾ ਆਉਂਦਾ ਹੁੰਦਾ ਜਿਹੜੇ ਵਾਰ-ਵਾਰ ਮਤਲਬ ਆਪਣੀ ਕੁੜੀ ਦੇ ਸਹੁਰਿਆਂ ਨੂੰ ਕਹੀ ਜਾਣਗੇ ਅਸੀਂ ਕੁੜੀ ਬਹੁਤ ਲਾਡਾਂ ਨਾਲ ਪਾਲੀ ਹੋਈ ਆ। ਮਤਲਬ ਅਗਲੇ ਨੇ ਕਿਹੜਾ ਆਪਣਾ ਮੁੰਡਾ ਡਾਂਗਾ ਮਾਰ-ਮਾਰ ਪਾਲਿਆ ਨਾ, ਵੀ ਉਹਨਾਂ ਨੂੰ ਵੀ ਪਤਾ ਵੀ ਇੱਕ ਔਲਾਦ ਨੂੰ ਬੰਦਾ ਪਿਆਰ ਨਾਲ ਹੀ ਪਾਲਦਾ, ਹਨਾ। ਪਰ ਜੇ ਤੁਸੀਂ ਮਤਲਬ ਤੁਹਾਡੀ ਧੀ ਨੇ ਸਾਰੀ ਉਮਰ ਕੰਮ ਨਹੀਂ ਕੀਤਾ, ਤੁਸੀਂ ਉਹਨੂੰ ਜਾ ਕੇ ਇਹੀ ਕਰੀ ਜਾਓ, ਉਹਨਾਂ ਨੂੰ ਕਹੀ ਜਾਓ ਵੀ ਇਹਨੇ ਤਾਂ ਸਾਰੀ ਉਮਰ ਕੰਮ ਨਹੀਂ ਕੀਤਾ, ਜੇ ਇਹਨੂੰ ਨਹੀਂ ਆਉਂਦਾ, ਹਨਾ। ਮਤਲਬ ਇਹ ਤੁਹਾਡੀ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈਗੀ। ਤੁਸੀਂ ਸਗੋਂ ਆਪਣੀ ਧੀ ਨੂੰ ਸਮਝਾਓ ਵੀ ਭਾਈ ਤੂੰ ਪਿੱਛੇ ਨਹੀਂ ਕੀਤਾ ਪਰ ਹੁਣ ਤੈਨੂੰ ਸਿੱਖ ਲੈਣਾ ਚਾਹੀਦਾ, ਕਿਉਂਕਿ ਇਹ ਘਰ ਹੁਣ ਤੇਰੇ ਤੇ ਹੀ ਆ, ਹਨਾ। ਤੇ ਉੱਥੇ ਵੀ ਤੁਸੀਂ ਜਾ ਕੇ ਕਹੀ ਜਾਓ ਵੀ ਨਹੀਂ ਜੀ ਤੁਸੀਂ ਇਹਨੂੰ ਤਾਂ ਇਕੱਲੀ ਚਾਹ ਬਣਾਉਣੀ ਆਉਂਦੀ ਆ, ਇਕੱਲੀ ਮੈਗੀ ਬਣਾਉਣੀ ਆਉਂਦੀ ਆ, ਮਤਲਬ ਉਹ ਤੁਸੀਂ ਕਿੱਡੀ ਕੁ ਤੁਸੀਂ ਉਹ 'ਚ ਫਕਰ ਵਾਲੀ ਗੱਲ ਆ ਜਿਹੜੀ ਦੱਸ ਰਹੇ ਹੋ, ਹਨਾ। ਮੈਨੂੰ ਲੱਗਦਾ ਹੁੰਦਾ ਵੀ ਜਦੋਂ ਮੇਰੇ ਬਾਰੇ ਕੋਈ ਦੱਸੇ ਵੀ ਇਹਨੂੰ ਸਭ ਕੁਝ ਆਉਂਦਾ, ਮੇਰੇ ਲਈ ਉਹ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ। ਤੇ ਨਾਲੇ ਗੁਰਦੀਪ ਆਪਾਂ ਹਮੇਸ਼ਾ ਕਹਿੰਦੇ ਆ ਕਿ ਕਿਸੇ ਨਾਲ ਵਿਹਾਰ ਨਾ ਉਦੋਂ ਪਤਾ ਲੱਗਦਾ ਜਦੋਂ ਉਸ ਘਰ ਦੀਆਂ ਔਰਤਾਂ ਵਰਤਦੀਆਂ ਨੇ। ਔਰਤਾਂ ਕਿਵੇਂ ਵਰਤਦੀਆਂ ਨੇ ਵੀ ਜਾਂਦੇ ਨੂੰ ਚਾਹ ਤੇ ਰੋਟੀ ਤਿਆਰ ਹੁੰਦੀ ਆ, ਅਗਲਾ ਕਹਿੰਦਾ ਉਸ ਘਰ ਗਏ ਸੀ ਕਦੀ ਭੁੱਖੇ ਢਿੱਡ ਨਹੀਂ ਆਏ, ਹਨਾ। ਤੇ ਉਦੋਂ ਬੰਦਾ ਆਪਣੇ ਦੋਸਤਾਂ ਨੂੰ ਵੀ ਬੁਲਾਉਂਦਾ, ਸੱਸ ਸਹੁਰਾ ਆਪਣੇ ਵੀ ਸਰਕਲ ਨੂੰ ਬੁਲਾਉਂਦੇ ਨੇ ਨਾ। ਜਦੋਂ ਉਹਨਾਂ ਨੂੰ ਪਤਾ ਵੀ ਚਾਹ ਦੀ ਕੱਪੀ ਬਣਾਉਣ ਲੱਗੀ ਨੇ ਵੀ ਉਹਨੇ 10 ਤਰੇੜਾਂ ਪਾਉਣੀਆਂ ਨੇ ਮੱਥੇ 'ਚ, ਨਾ, ਫਿਰ ਅਗਲਾ ਬੁਲਾਉਂਦਾ ਹੀ ਨਹੀਂ। ਮਤਲਬ ਨਾਲੇ ਤੁਸੀਂ ਗਾਂਹਲੇ ਪਰਿਵਾਰ 'ਚ ਉਵੇਂ ਜਾ ਕੇ ਵਰਤੋ ਜਿੱਥੋਂ ਤੁਹਾਡੀ ਪਰਵਰਿਸ਼ ਦਾ, ਤੁਹਾਡੇ ਮਾਂ-ਬਾਪ ਦੀ ਦਿੱਤੀ ਅਕਲ ਦਾ ਪਤਾ ਲੱਗੇ, ਹਨਾ। ਇਹ ਨਾ ਹੋਵੇ ਵੀ ਗਾਂਹਲੇ ਪਰਿਵਾਰ 'ਚ ਤੁਸੀਂ ਉਸ ਤਰੀਕੇ ਨਾਲ ਜਾ ਕੇ ਪਤਾ ਕਰ ਰਹੇ ਹੋ ਵੀ ਤੁਹਾਡੇ ਬਾਰੇ ਤਾਂ ਬੰਦਾ ਬਾਅਦ 'ਚੋਂ ਸੋਚੇ, ਪਹਿਲਾਂ ਸੋਚੇ ਵੀ ਕਿਹਨੇ ਜੰਮਿਆ, ਇਹਨੂੰ ਕਿਹਨੇ ਜੰਮਿਆ, ਹਨਾ। ਇੱਕ ਹਾਸੇ ਵਾਲੀ ਗੱਲ ਸੁਣਾਉਣੀ ਆ ਕਿ ਸਾਡੇ ਇੱਕ ਆਂਟੀ ਨੇ, ਮੇਰੇ ਤੋਂ ਉਮਰ 'ਚ ਬਹੁਤ ਵੱਡੇ ਨੇ ਨਾ, ਉਹਨਾਂ ਨੇ ਮੈਨੂੰ ਇੱਕ ਵਾਰੀ ਕਾਲ ਕੀਤਾ ਵੀ ਰੁਪਿੰਦਰ ਆਪਣੇ ਇੱਦਾਂ ਇੱਕ ਡੈਥ ਹੋ ਗਈ ਤੇ ਵੀ ਆਪਾਂ ਉੱਥੇ ਕੀ ਲੈ ਕੇ ਜਾਣਾ ਹੁੰਦਾ ਨਾ। ਮੈਂ ਮਤਲਬ ਮੈਨੂੰ ਟੈਨਸ਼ਨ ਹੋ ਗਈ, ਮੈਂ ਸੋਚਿਆ ਵੀ ਯਾਰ ਮੈਂ ਇੰਨੀ ਬਜ਼ੁਰਗ ਲੱਗਦੀ ਹਾਂ। ਫਿਰ ਮੈਂ ਸੋਚਿਆ ਵੀ ਨਹੀਂ ਯਾਰ ਮੈਂ ਬਜ਼ੁਰਗ ਨਹੀਂ, ਮੈਂ ਸਿਆਣੀ ਹੋਈ ਬਹੁਤ। ਤੇ ਮਤਲਬ ਇਹੋ ਜਿਹੀਆਂ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਨੇ ਵੀ ਬੰਦਾ ਤੁਹਾਡੀ ਸਿਆਣਪ ਤੇ ਇੰਨਾ ਭਰੋਸਾ ਕਰਦਾ ਹੋਵੇ ਨਾ। ਪਰ ਫਿਰ ਗੱਲ ਉੱਥੇ ਹੁੰਦੀ ਵੀ ਕੋਈ ਵੀ ਪਹਿਲੇ ਦਿਨ ਨਹੀਂ ਕਰਦਾ, ਤੁਹਾਡੇ ਉਹ 'ਚ ਥੋੜ੍ਹੇ ਜਿਹੇ ਸੈਕਰੀਫਾਈਸ ਹੁੰਦੇ ਆ ਤੇ ਉਹ ਤੁਹਾਨੂੰ ਕਰਨ ਲਈ ਮੈਨੂੰ ਲੱਗਦਾ ਗੁਰੇਜ਼ ਨਹੀਂ ਕਰਨਾ ਚਾਹੀਦਾ ਜੇ ਤੁਹਾਡਾ ਆਉਣ ਵਾਲਾ ਸਮਾਂ ਇੰਨਾ ਸੋਹਣਾ ਹੋ ਜਾਵੇ। ਜੇ ਤੁਸੀਂ ਚੰਗੇ ਹੁੰਦੇ ਹੋ ਨਾ, ਚੰਗੇ ਨੂੰ ਦੁਨੀਆ ਚੰਗੀ ਕਹਿਣ ਵਾਲੀ ਵੀ ਹੁੰਦੀ ਹੈ। ਸਾਡੇ ਮਾਸੀ ਜੀ ਦੀ ਦੋਹਤ ਨੂੰਹ ਆ, ਆਪਣੇ ਗੱਲ ਤੇ ਗੱਲ ਦੇ ਵਿਊਅਰ ਵੀ ਨੇ। ਤਾਂ ਉਹ ਜਦੋਂ ਅਸੀਂ ਇੱਕ ਵਾਰੀ ਉਹਨਾਂ ਦੇ ਪਿੰਡ ਇਕੱਠੇ ਹੋਏ ਤਾਂ ਮਤਲਬ ਉਹਨਾਂ ਨੇ ਦੱਸਿਆ ਕਿ ਗੱਲ ਤੇ ਗੱਲ ਪ੍ਰੋਗਰਾਮ ਮੈਨੂੰ ਬਹੁਤ ਚੰਗਾ ਲੱਗਦਾ। ਤਾਂ ਉੱਥੇ ਫਿਰ ਨਾ ਉਹ ਦੱਸਣ ਲੱਗ ਗਏ, ਕਹਿੰਦੇ ਵੀ ਮੈਨੂੰ 5 ਸਾਲ ਹੋ ਗਏ ਘਰੇ ਵਿਆਹ ਕੇ ਆਈ ਨੂੰ, ਕਹਿੰਦੇ ਵੀ 5 ਸਾਲਾਂ 'ਚ ਤੁਸੀਂ ਯਕੀਨ ਨਹੀਂ ਮੰਨਣਾ ਵੀ ਕੋਈ ਇਹੋ ਜਿਹਾ ਦਿਨ ਨਹੀਂ ਜਦੋਂ ਮੈਨੂੰ ਇਹ ਮਤਲਬ ਜੋ ਕੋਈ ਇਹੋ ਜਿਹਾ ਦਿਨ ਆਇਆ ਹੋਵੇ ਜਿੱਥੇ ਮੈਨੂੰ ਇਹ ਲੱਗਿਆ ਹੋਵੇ ਵੀ ਕਾਸ਼ ਜੇ ਇੱਥੇ ਮੇਰੇ ਮਾਂ ਪਿਓ ਹੁੰਦੇ। ਕਹਿੰਦੇ ਇਹਨਾਂ 5 ਸਾਲਾਂ 'ਚ ਮੇਰੀ ਮਦਰ ਨਾਲ ਪਿਆਰ ਘਟਣਾ ਸ਼ੁਰੂ ਹੋ ਗਿਆ ਤੇ ਮੇਰੀ ਸੱਸ ਨਾਲ ਮੇਰਾ ਪਿਆਰ ਵਧਣਾ ਸ਼ੁਰੂ ਹੋ ਗਿਆ, ਹੈ ਨਾ। ਤੇ ਉੱਥੇ ਫਿਰ ਜਿਵੇਂ ਜਿਹੜੇ ਮੇਰੇ ਭਾਬੀ ਨੇਗੇ ਤਾਂ ਉਹ ਵੀ ਚਲੋ ਹੁਣ ਉਹ ਸੁਣੀ ਰਹੇ ਹੋਣਗੇ, ਉਹਨਾਂ ਨੇ ਵੀ ਦੱਸਿਆ, ਕਹਿੰਦੇ ਵੀ ਜਿੱਦਣ ਦੀ ਮਤਲਬ ਉਹ ਨੂੰਹ ਸਾਡੇ ਵੀ ਭੂਆ ਦੀ ਨੂੰਹ ਉਹਨਾਂ ਦੇ ਘਰੇ ਆਈ ਆ ਵੀ ਭੂਆ ਉਹਨਾਂ ਦੀ ਜ਼ਿੰਦਗੀ ਉਹ ਬਦਲ ਗਈ, ਹੈ ਨਾ। ਕਹਿੰਦੇ ਵੀ ਅੱਗੇ ਚਲੋ ਕੱਪੜਾ ਲੀੜਾ ਤਾਂ ਕਹਿੰਦੇ ਅੱਗੇ ਵੀ ਉਹ ਮਾੜਾ ਨਹੀਂ ਪਾਉਂਦੇ, ਪਰ ਹੁਣ ਕਹਿੰਦੇ ਜਦੋਂ ਉਹ ਆਉਂਦੇ ਨੇ ਪੇਕੇ ਆਉਂਦੇ ਨੇ ਵੀ ਉਹਨਾਂ ਦੇ ਪਿੰਡ ਜਦੋਂ ਆਉਂਦੇ ਨੇ ਭੂਆ ਦੀ ਨਣਦ ਮਾਸੀ ਦੀ ਨਣਦ ਜਦੋਂ ਆਉਂਦੀ ਆ ਉਹਦੇ ਪੇਕੇ, ਕਹਿੰਦੇ ਪਤਾ ਲੱਗਦਾ ਹੁੰਦਾ ਵੀ ਜੇ ਮੈਂ ਵਧੀਆ, ਕਹਿੰਦੇ ਹਰ ਵਾਰ ਉਹਨਾਂ ਦੇ ਸੂਟ ਬਦਲਿਆ ਹੁੰਦਾ। ਕਹਿੰਦੇ ਉਹ ਮਤਲਬ ਆਪਦੇ ਨਿਆਣਿਆਂ ਦੀਆਂ ਖੁਸ਼ ਹੋ ਕੇ ਗੱਲਾਂ ਕਰਦੇ ਨੇਗੇ। ਕਹਿੰਦੇ ਕਦੇ ਉਹਨਾਂ ਦੇ ਮੂੰਹੋਂ ਆਏ ਨਹੀਂ ਸੁਣਿਆ ਵੀ ਮੈਂ ਤਾਂ ਮੁੰਡਾ ਵਿਆਹ ਕੇ ਤੰਗ ਹੋ ਗਈ। ਬਿਲਕੁਲ ਸਹੀ ਤੰਗ ਆ, ਹੈ ਨਾ। ਇਹ ਜ਼ਰੂਰੀ ਨਹੀਂ ਹੈਗਾ ਵੀ ਜੇ ਤੁਸੀਂ ਗਾਂਹ ਜਾ ਕੇ ਕਰਦੇ ਹੋ ਤਾਂ ਕੋਈ ਉਹ ਢੀਠ ਬੰਦਾ ਹੋਊਗਾ ਜਾਂ ਕੋਈ ਉਹ ਬੇਅਕਲ ਬੰਦਾ ਹੋਊਗਾ ਵੀ ਜਿਹੜਾ ਕਿ ਤੁਹਾਡੇ ਕੀਤੇ ਦੀ ਜਾਂ ਕਦਰ ਨਹੀਂ ਕਰਦਾ ਹੈਗਾ, ਜਾਂ ਜਿਹਦੀ ਕਹਿ ਲਓ ਰੱਬ ਬੰਨੀ ਹੋਈ ਮੱਤ ਉੱਦਾਂ ਦੀ ਹੋਈ ਆ ਵੀ ਜਿਹੜਾ ਤੁਹਾਡੀ ਚੰਗੀ ਚੀਜ਼ ਨੂੰ ਸਮਝ ਹੀ ਨਹੀਂ ਸਕਿਆ। ਤੁਹਾਡੇ ਸਮਾਂ ਬਦਲ ਗਿਆ, ਹਾਂ, ਵੀ ਤੁਹਾਡੇ ਚੰਗੇ ਸੁਭਾਅ ਨੂੰ ਸਮਝ ਹੀ ਨਹੀਂ ਸਕਿਆ। ਬਹੁਤ ਹੀ ਇਦਾਂ ਹੁੰਦਾ ਵੀ ਆ ਭੈਣੇ ਵੀ ਮੂਰਲੀ ਕੁੜੀ ਵਧੀਆ ਹੁੰਦੀ ਆ ਤਾਂ ਗਾਂਹ ਵਾਲਾ ਪਰਿਵਾਰ ਉਹਨੂੰ ਉਵੇਂ ਸਮਝਦਾ ਹੀ ਨਹੀਂ ਹੈਗਾ। ਖਾਸ ਤੌਰ ਤੇ ਔਰਤਾਂ 'ਚ ਇਹ ਈਗੋ ਹੋ ਜਾਂਦੀ ਹੈ ਵੀ ਸੱਸ ਨੂੰ ਹੁੰਦਾ ਕਿ ਮੈਂ ਹੀ ਬੈਸਟ ਹਾਂ, ਹੈ ਨਾ। ਬਹੁਤ ਜਗ੍ਹਾ ਇਹ ਹੁੰਦਾ ਹੀ ਹੁੰਦਾ। ਪਰ ਜਿੱਥੇ ਕਿਤੇ ਮਤਲਬ ਕੁਝ ਪਰਿਵਾਰ ਇੱਦਾਂ ਦੇ ਨੇ ਵੀ ਜੇ ਤੁਸੀਂ ਉਹਨਾਂ ਲਈ ਥੋੜ੍ਹਾ ਜਿਹਾ ਵੀ ਕਰਦੇ ਹੋ ਉਹ ਤੁਹਾਡੇ ਲਈ ਦੁੱਗਣਾ ਕਰਦੇ ਨੇਗੇ, ਹੈ ਨਾ। ਬਹੁਤ ਸਾਰੀਆਂ ਕੁੜੀਆਂ ਇੱਦਾਂ ਦੀਆਂ ਨੇ, ਜ਼ਰੂਰੀ ਨਹੀਂ ਹੈਗਾ ਵੀ ਜੇ ਉਹ ਨੂੰਹ ਆ ਤਾਂ ਨੂੰਹ ਬਣ ਕੇ ਰਹੂਗੀ। ਹੋ ਸਕਦਾ ਉਹ ਤੁਹਾਨੂੰ ਤੁਹਾਡੇ ਮਾਂ-ਬਾਪ ਨਾਲੋਂ ਵੀ ਜ਼ਿਆਦਾ ਇੱਜ਼ਤ ਦੇਵੇ, ਆਪਦੇ ਭੈਣ ਭਰਾਵਾਂ ਦੇ ਨਾਲੋਂ ਵੀ ਜ਼ਿਆਦਾ ਤੁਹਾਡੇ ਉਹ ਨੇੜੇ ਹੋ ਕੇ ਰਹੇ, ਹੈ ਨਾ। ਸੋ ਮੈਨੂੰ ਲੱਗਦਾ ਕਿ
ਇਹ ਤਾਂ ਸਿਰਫ ਸਮਝ ਦੀਆਂ ਚੀਜ਼ਾਂ ਨੇਗੀਆਂ ਵੀ ਜੇ ਕੋਈ ਕੁੜੀ ਤੁਹਾਡੇ ਘਰੇ ਆ ਕੇ ਉਹਦੇ ਆਉਣ ਨਾਲ ਕੁਝ ਚੰਗਾ ਹੋ ਰਿਹਾ ਜਾਂ ਕੋਈ ਚੰਗੀ ਅਕਲ ਲੈ ਕੇ ਆਈ ਆ, ਅਸੀਂ ਉਸ ਚੀਜ਼ ਨੂੰ ਵੀ ਐਕਸੈਪਟ ਕਰੀਏ ਵੀ ਨਹੀਂ ਭਾਈ ਇਹ ਅਕਲ ਵਾਲੀ ਆ ਜਾਂ ਚੰਗੇ ਘਰੋਂ ਆਈ ਆ ਜਾਂ ਇਹ ਸਮਝ ਵਾਲੀ ਕੁੜੀ ਆ, ਹਨਾ। ਕਈ ਲੋਕੀ ਨਹੀਂ ਵੀ ਐਕਸੈਪਟ ਕਰਦੇ ਇਹਨਾਂ ਚੀਜ਼ਾਂ ਨੂੰ। ਨਵੇਂ ਜ਼ਮਾਨੇ ਦੀਆਂ ਤਬਦੀਲੀਆਂ ਨੂੰ ਵੀ ਨਹੀਂ ਆਪਣੇ ਆਪ ਤੇ ਲਾਗੂ ਕਰਦੇ, ਉੱਥੇ ਵੀ ਫਿਰ ਤੁਸੀਂ ਪੁਰਾਣੇ ਜ਼ਮਾਨੇ ਵਾਲੀਆਂ ਵੀ ਨਹੀਂ ਮੰਨ ਸਕਦੇ। ਤੁਹਾਨੂੰ ਲੱਗਦਾ ਕਿ ਨਹੀਂ ਅਸੀਂ ਹੀ ਸਹੀ ਹਾਂ, ਜੇ ਵੱਡੇ ਆ ਤਾਂ ਅਸੀਂ ਹੀ ਸਹੀ ਹਾਂ। ਹੋ ਸਕਦਾ ਵੀ ਜਿਹੜੀ ਗਾਂਹ ਵਾਲੀ ਕੁੜੀ ਹੋਵੇ ਉਹ ਤੁਹਾਡੇ ਘਰੇ ਇੱਕ ਚੰਗੀ ਅਕਲ ਲੈ ਕੇ ਆਈ ਹੋਵੇ, ਸਮਝਦਾਰ ਹੋਵੇ, ਹਨਾ, ਚੰਗੇ ਘਰਾਣੇ ਦੀ ਧੀ ਹੋਵੇ। ਸਾਨੂੰ ਉਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਤੇ ਇਹ ਵੀ ਨਹੀਂ ਹੈਗਾ ਵੀ ਜਿਸ ਘਰੇ ਅਸੀਂ ਵਿਆਹ ਕੇ ਗਏ ਹਾਂ ਤਾਂ ਜੇ ਸ਼ੁਰੂ ਤੋਂ ਹੀ ਸਾਨੂੰ ਸਿਖਾਇਆ ਗਿਆ ਬੇਗਾਨਾ ਘਰ, ਹਨਾ, ਸੱਸ ਸਹੁਰਾ, ਤਾਂ ਉਹ ਚੀਜ਼ਾਂ ਉਵੇਂ ਹੀ ਹੋਣਗੀਆਂ। ਜਾਂ ਜੇ ਤੁਸੀਂ ਕਹਿ ਲਓ ਵੀ ਤੁਹਾਡੇ ਕਿਸੇ ਸਹੇਲੀ ਜਾਂ ਤੁਹਾਡੀ ਭੈਣ ਨਾਲ ਹੋਇਆ, ਤੁਹਾਡੇ ਨਾਲ ਵੀ ਉਵੇਂ ਹੀ ਹੋਊਗਾ ਨਾ। ਹੋ ਸਕਦਾ ਜਿਸ ਪਰਿਵਾਰ 'ਚ ਤੁਸੀਂ ਗਏ ਹੋ ਉਸ ਪਰਿਵਾਰ ਦਾ ਮਾਹੌਲ ਸੱਚਿਓ ਹੀ ਇੰਨਾ ਚੰਗਾ ਹੋਵੇ ਜਾਂ ਸੱਚੀ ਵਾਕਿਆਂ ਨਾਲੋਂ ਇੰਨਾ ਅੱਡ ਹੋਵੇ ਵੀ ਤੁਹਾਨੂੰ ਲੱਗੇ ਹੀ ਨਾ ਕਿ ਤੁਸੀਂ ਵਿਆਹ ਕੇ ਕਿਸੇ ਦੂਜੇ ਮਾਹੌਲ 'ਚ, ਦੂਜੇ ਪਰਿਵਾਰ 'ਚ ਜਾਂ ਬੇਗਾਨੇ ਪਰਿਵਾਰ 'ਚ ਤੁਸੀਂ ਆਏ ਹੋ। ਤੁਹਾਨੂੰ ਲੱਗੇ ਹੀ ਨਾ ਵੀ ਜਿਵੇਂ ਉਹ ਭੈਣ ਦੇ ਕਹਿਣ ਵਾਂਗੂ ਵੀ ਇਹਨਾਂ 5 ਸਾਲਾਂ 'ਚ ਮੇਰਾ ਆਪਦੀ ਮਾਂ ਨਾਲ ਪਿਆਰ ਘਟਣਾ ਸ਼ੁਰੂ ਹੋ ਗਿਆ ਤੇ ਆਪਦੀ ਸੱਸ ਨਾਲ ਮੇਰਾ ਪਿਆਰ ਵਧਣਾ ਸ਼ੁਰੂ ਹੋ ਗਿਆ, ਹਨਾ। ਤੇ ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਮਿਲਦਾ ਹੁਣ ਆਪਾਂ ਇਜਾਜ਼ਤ ਲਈਏ। ਹਾਂ, ਬਹੁਤ ਲੰਮਾ, ਇਹ ਤਾਂ ਨੈਵਰ ਐਂਡਿੰਗ ਟੌਪਿਕ ਆ, ਹਨਾ। ਬਿਲਕੁਲ, ਔਰ ਮੇਲਾ ਦਾ ਆਪਣਾ ਪਸੰਦੀਦਾ। ਬਿਲਕੁਲ ਸਹੀ ਗੱਲ ਹੈ ਨਾ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਂ ਗੁਰਦੀਪ ਗਰੇਵਾਲ ਤੇ ਭੈਣ ਰੁਪਿੰਦਰ ਸੰਧੂ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।